वाहिगुरु जी का खालसा वाहिगुरु जी की फतेह। श्रोमणी गुरुद्वारा प्रबंधक कमेटी धर्म प्रचार कमेटी श्री ਅੰਮ੍ਰਿਤਸਰ ਵੱਲੋਂ श्रोमणी पंथ अकाली बुढ़ा दल पंजवां तख्त के सहयोग के नाल बाबा बंदा सिंह बहादुर द्वारा की गई समाणा फतेह देश ਨੂੰ ਸਮਰਪਿਤ ਸਮਾਣਾ ਫਤਿਹ ਦਿਵਸ ਜਿਹੜਾ ਹੈ ਉਹ ਮਨਾਇਆ ਜਾ ਰਿਹਾ ਹੈ। ਇਸ ਫਤਿਹ ਦਿਵਸ ਸਮਾਗਮਾਂ ਦੌਰਾਨ ਜਿੱਥੇ ਨਗਰ ਕੀਰਤਨ ਸਜਾਏ ਗਏ, ਗੱਤਕਾ ਮੁਕਾਬਲਾ ਹੋਏ, ਉੱਥੇ ਅੱਜ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਨੇ। ਲੜਕੇ ਤੇ ਲੜਕੀਆਂ ਦੇ ਦਸਤਾਰ ਮੁਕਾਬਲੇ ਹੋ ਰਹੇ ਨੇ ਤੇ ਇਸ ਵਿੱਚ ਜਿੱਤ ਪ੍ਰਾਪਤ ਕਰਨ ਵਾਲਿਆਂ ਨੂੰ ਵੱਡੇ ਇਨਾਮ ਵੀ ਦਿੱਤੇ ਜਾਣੇ ਨੇ, ਕੈਸ਼ ਪ੍ਰਾਈਜ਼ਸ ਵੀ ਰੱਖੇ ਗਏ ਨੇ। ਇਸ ਤੋਂ ਇਲਾਵਾ ਸਰਟੀਫਿਕੇਟ ਵੀ ਦਿੱਤੇ ਜਾਣੇ ਨੇ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਅਸੀਂ ਆਪਣੇ ਵੱਡਿਆਂ ਵਡੇਰਿਆਂ ਦੀਆਂ ਕੁਰਬਾਨੀਆਂ ਅਤੇ ਇਤਿਹਾਸ ਨੂੰ ਯਾਦ ਕਰਦੇ ਹੋਏ ਆਪਣੇ ਵਿਰਸੇ ਦੇ ਨਾਲ ਜੁੜੇ ਰਹੀਏ। ਇਸ ਬਾਰੇ ਅਸੀਂ ਗੱਲ ਕਰਦੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਡੇ ਨਾਲ ਮੌਜੂਦ ਨੇ, ਸਰਦਾਰ ਕੁਲਦੀਪ ਸਿੰਘ ਜੀ। ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਦਾ ਜੋ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਬੱਚਿਆਂ ਦੇ ਦਸਤਾਰ ਮੁਕਾਬਲੇ ਤੇ ਬੱਚਿਆਂ ਦੇ ਦਮਾਲਾ ਮੁਕਾਬਲੇ ਕਰਵਾਏ ਜਾ ਰਹੇ ਹਨ। ਬੜਾ ਹੀ ਬੱਚਿਆਂ ਦੇ ਵਿੱਚ ਦੇਖੋ ਕਿੰਨਾ ਉਤਸ਼ਾਹ ਹੈ। ਇਹ ਬੜਾ ਵੱਡਾ ਉਪਰਾਲਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਦੇ ਵਾਸਤੇ ਇਹ ਉਪਰਾਲੇ ਕਰਨੇ ਚਾਹੀਦੇ ਨੇ। ਸ਼੍ਰੋਮਣੀ ਕਮੇਟੀ ਸਮੇਂ-ਸਮੇਂ ਤੇ ਇਹ ਉਪਰਾਲੇ ਕਰਦੀ ਰਹਿੰਦੀ ਹੈ। ਉਸ ਅੱਜ ਸਮਾਣਾ ਫਤਿਹ ਦਿਵਸ ਨੂੰ ਸਮਰਪਿਤ ਜੋ 11 ਤਰੀਕ ਨੂੰ ਬੜੇ ਵੱਡੇ ਸਮਾਗਮ ਕਰਵਾਏ ਜਾ ਰਹੇ ਹਨ, ਉਸ ਕੜੀ ਦੇ ਤਹਿਤ ਅੱਜ ਬੱਚੇ ਤੇ ਬੱਚੀਆਂ ਦੇ ਦਸਤਾਰ ਮੁਕਾਬਲੇ, ਦਮਾਲੇ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਹਦੇ ਵਿੱਚ 10ਵੀਂ ਤੋਂ 12ਵੀਂ ਤੱਕ ਦੇ ਬੱਚਿਆਂ ਨੂੰ 3100 ਇਨਾਮ ਤੇ 8ਵੀਂ ਤੋਂ 10ਵੀਂ ਤੱਕ ਨੂੰ 2100 ਇਨਾਮ ਤੇ 5ਵੀਂ ਤੋਂ 8ਵੀਂ 7ਵੀਂ ਤੱਕ ਉਹਨਾਂ ਨੂੰ 1100 ਰੁਪਇਆ ਇਨਾਮ ਜਿਹੜਾ ਉਹ ਜਿਹੜੇ ਫਸਟ ਸੈਕਿੰਡ ਥਰਡ ਨੂੰ ਦਿੱਤਾ ਜਾਏਗਾ। ਮੈਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦਾ ਤੇ ਸਾਰੀ ਸੰਗਤ ਦਾ, ਬੱਚਿਆਂ ਦਾ, ਸਕੂਲਾਂ ਦੇ ਪ੍ਰਬੰਧਕ ਜਿਨ੍ਹਾਂ ਨੇ ਬੱਚਿਆਂ ਨੂੰ ਭੇਜਿਆ ਤੇ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦਾ ਕਿ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਆਪ ਸ਼ਮੂਲੀਅਤ ਕਰਿਆ ਕਰੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੀ ਆਪਣੀ ਸੰਸਥਾ ਹੈ, ਸਾਰਿਆਂ ਦੀ ਸੰਸਥਾ ਹੈ। ਸ਼੍ਰੋਮਣੀ ਕਮੇਟੀ ਹਮੇਸ਼ਾ ਹੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ। ਗੁਰੂ ਮਹਾਰਾਜ ਨੇ 4 ਦਰਵਾਜ਼ੇ 4 ਤਖਤ ਸਾਰਿਆਂ ਦੇ ਵਾਸਤੇ ਸਰਬ ਸਾਂਝੀ ਇਬਾਦਤ ਦਾ ਜੋ ਸੰਦੇਸ਼ ਦਿੱਤਾ ਹੈ ਕਿ ਗੁਰੂ ਵਾਲੇ ਬਣ ਕੇ, ਗੁਰੂ ਗ੍ਰੰਥ ਸਾਹਿਬ ਨਾਲ ਜੁੜ ਕੇ ਬਾਣੀ ਤੇ ਬਾਣੇ ਨਾਲ ਜੁੜੋ। ਤੇ ਮੈਂ ਬਹੁਤ ਧੰਨਵਾਦ ਦੋ ਦਸਤਾਰ ਮੁਕਾਬਲੇ ਬੜੀ ਖੁਸ਼ੀ ਦਾ ਮੌਕਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਜੀ। ਸੋ ਇਹ ਸਨ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਵੀ ਜਿਵੇਂ ਆਪ ਜੀ ਨੂੰ ਦੱਸ ਚੁੱਕੇ ਹਾਂ, ਧਰਮ ਪ੍ਰਚਾਰ ਕਮੇਟੀ ਅੰਮ੍ਰਿਤਸਰ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਹਿਯੋਗ ਦੇ ਨਾਲ ਜੋ ਇਹ ਗੁਰਦੁਆਰਾ ਥੜਾ ਸਾਹਿਬ ਸਮਾਣਾ ਪਟਿਆਲਾ ਵਿਖੇ ਸਮਾਣਾ ਫਤਿਹ ਦਿਵਸ ਨੂੰ ਸਮਰਪਿਤ ਲੜਕੇ ਅਤੇ ਲੜਕੀਆਂ ਦੇ ਸੁੰਦਰ ਦਸਤਾਰ ਤੇ ਦੁਮਾਲਾ ਮੁਕਾਬਲੇ ਹੋ ਰਹੇ ਨੇ। ਅੱਜ ਕੱਲ ਜੋ ਖੂਨਦਾਨ ਕੈਂਪ ਵੀ ਲੱਗੇਗਾ। ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਗੱਤਕਾ ਮੁਕਾਬਲੇ ਕਰਵਾਏ ਗਏ, ਇੰਟਰਨੈਸ਼ਨਲ ਗੱਤਕਾ ਮੁਕਾਬਲੇ, ਜਿਨ੍ਹਾਂ ਨੇ ਕਿ ਬੱਚਿਆਂ ਨੂੰ ਆਪਣੇ ਵਿਰਸੇ ਦੇ ਨਾਲ ਜੋੜਿਆ। ਆਪ ਜੀ ਦੇਖ ਰਹੇ ਹੋ ਬੱਚੇ ਦਸਤਾਰਾਂ ਸਜਾ ਰਹੇ ਨੇ। ਜਦੋਂ ਅਸੀਂ ਸਿਰ ਤੇ ਦਸਤਾਰ ਬੰਨ੍ਹਦੇ ਹਾਂ ਤਾਂ ਸਿੱਖੀ ਦੀ ਜੋ ਅਸੀਂ ਜੇ ਬੇਸਿਕ ਪੁਆਇੰਟ ਦੇਖੀਏ ਤਾਂ ਸਾਬਤ ਸੂਰਤ ਦਸਤਾਰ ਸਿਰਾ ਹੈ। ਇਹ ਸਿੱਖੀ ਦਾ ਬੇਸਿਕ ਸਿਧਾਂਤ ਅਸੀਂ ਕਹਿ ਲਈਏ, ਇੱਕ ਸਿੱਖ ਦੀ ਪਹਿਚਾਣ ਹੈ ਸਿਰ ਤੇ ਦਸਤਾਰ ਅਤੇ ਉਸ ਦੀ ਸਾਬਤ ਸੂਰਤ। ਸੋ ਜੋ ਅਸੀਂ ਆਪਣੇ ਬੱਚਿਆਂ ਨੂੰ ਇਹੋ ਜਿਹੀ ਵਿਰਾਸਤ ਦੇ ਨਾਲ ਜੋੜਦੇ ਹਾਂ ਤਾਂ ਉਹਨਾਂ ਦੇ ਵਿੱਚ ਆਪਣੇ ਧਰਮ, ਆਪਣੇ ਸਰੂਪ ਪ੍ਰਤੀ ਪਿਆਰ ਜਿਹੜਾ ਹੈ ਉਹ ਵੱਧਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਮਾਣਾ ਫਤਿਹ ਕੀਤਾ ਗਿਆ ਸੀ, ਜਿਸ ਸਬੰਧ ਦੇ ਅੰਦਰ ਨੌਜਵਾਨਾਂ ਅਤੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਵਾਸਤੇ, ਸਿੱਖੀ ਦੇ ਨਾਲ ਜੋੜਨ ਵਾਸਤੇ ਅਨੇਕਾਂ ਪ੍ਰੋਗਰਾਮ ਉਲੀਕੇ ਗਏ ਨੇ। ਜਿੱਥੇ ਅੱਜ ਦਸਤਾਰ ਮੁਕਾਬਲਾ ਉਲੀਕਿਆ ਗਿਆ ਹੈ, ਜਿੰਦੇ ਵਿੱਚ ਸਭ ਤੋਂ ਪਹਿਲਾਂ ਇੱਕ ਗਰੁੱਪ ਜਿਹੜਾ 5ਵੀਂ ਤੋਂ 7ਵੀਂ ਦਾ ਸੀ ਉਹਨਾਂ ਦਾ ਮੁਕਾਬਲਾ ਹੋਇਆ ਹੈ। ਉਹ ਬੱਚੇ ਸਾਈਡ ਤੇ ਨੇ। ਹੁਣ 8ਵੀਂ ਤੇ 9ਵੀਂ ਕਲਾਸ ਦੇ ਬੱਚਿਆਂ ਦਾ ਦੂਜਾ ਦਰਜਾ ਉਹਨਾਂ ਦਾ ਮੁਕਾਬਲਾ ਹੋ ਰਿਹਾ ਹੈ। ਇਸ ਤੋਂ ਬਾਅਦ 10ਵੀਂ 11ਵੀਂ 12ਵੀਂ ਵਾਲੇ ਬੱਚਿਆਂ ਦਾ ਮੁਕਾਬਲਾ ਹੋਏਗਾ। ਉਸ ਤੋਂ ਬਾਅਦ ਲੜਕੀਆਂ ਦਾ ਦਮਾਲਾ ਅਤੇ ਲੜਕਿਆਂ ਦੇ ਦਮਾਲੇ ਦਾ ਵੀ ਮੁਕਾਬਲਾ ਕੀਤਾ ਜਾਣਾ ਹੈ। ਇਹ ਸਾਰਾ ਉਪਰਾਲਾ ਸਾਡੇ ਸਤਿਕਾਰਯੋਗ ਮੈਂਬਰ ਸਾਹਿਬਾਨ ਜਥੇਦਾਰ ਸਤਵਿੰਦਰ ਸਿੰਘ ਟੋੜਾ, ਅੰਤਰੰਗ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕੁਲਦੀਪ ਸਿੰਘ ਜੀ ਨਸੂਪਰ ਅਤੇ ਸਰਦਾਰ ਨਿਰਮਲ ਸਿੰਘ ਜੀ ਹਰਿਆਊ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੁਆਰਾ ਇਹ ਸਾਰਾ ਉਪਰਾਲਾ ਕੀਤਾ ਗਿਆ ਹੈ। ਸਾਡੇ ਪ੍ਰਚਾਰਕ ਵੀਰਾਂ ਨੇ ਪਿੰਡਾਂ ਵਿੱਚ ਜਾ ਕੇ, ਸਕੂਲਾਂ ਵਿੱਚ ਜਾ ਕੇ ਬੱਚਿਆਂ ਦੇ ਨਾਲ ਰਾਬਤਾ ਕੀਤਾ ਹੈ ਤੇ ਉਹਨਾਂ ਬੱਚਿਆਂ ਨੂੰ ਇੱਥੇ ਲਿਆ ਕੇ ਫਿਰ ਅੱਜ ਇਹ ਸਾਰਾ ਮੁਕਾਬਲਾ ਕਰਵਾਇਆ ਜਾ ਰਿਹਾ। ਇੱਕੋ ਇੱਕ ਮਕਸਦ ਹੈ ਕਿ ਸਾਡੇ ਬੱਚੇ ਦਸਤਾਰ ਦੀ ਅਹਿਮੀਅਤ ਸਮਝ ਸਕਣ,
ਕਿਉਂਕਿ ਇਹ ਦਸਤਾਰ ਜਿਹੜੀ ਹੈ ਉਹ ਇੱਕ ਵੇਖਣ ਨੂੰ ਕੱਪੜਾ ਜ਼ਰੂਰ ਹੈ, ਪਰ ਹਕੀਕਤ ਵਿੱਚ ਇਹ ਕੱਪੜਾ ਨਹੀਂ। ਵੇਖਣ ਨੂੰ ਕੱਪੜਾ ਹੈ ਕੁਝ ਮੀਟਰ ਦਾ, ਇਹ ਪਰ ਰੰਗ ਦਈਏ ਤਾਂ ਹੋਰ ਵੀ ਫੱਬਦੀ ਏ। ਟੋਰ ਬਣੇ ਉਸ ਵੇਲੇ ਪੱਗ ਬੰਨ ਕੇ ਜਦੋਂ ਸਿਰ ਸਜਦੀ ਏ। ਇਸ ਮਕਸਦ ਨੂੰ ਲੈ ਕੇ ਕਿ ਸਾਡੇ ਬੱਚੇ ਵੱਧ ਤੋਂ ਵੱਧ ਦਸਤਾਰਾਂ ਸਜਾਉਣ, ਸਿੱਖੀ ਨਾਲ ਜੁੜੇ ਰਹਿਣ, ਨਸ਼ਿਆਂ ਤੋਂ ਬਚਣ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਜੋ ਘਰ ਘਰ ਅੰਦਰ ਧਰਮਸਾਲ ਦੀ ਲਹਿਰ ਚਲਾਈ ਗਈ ਆ, ਇਹ ਵੀ ਉਸੇ ਦਾ ਇੱਕ ਹਿੱਸਾ ਸਮਝ ਕੇ, ਆਪਣਾ ਫਰਜ਼ ਸਮਝ ਕੇ ਸਾਰਿਆਂ ਨੇ ਨਿਭਾਇਆ ਹੈ। ਸਾਨੂੰ ਬੜਾ ਸਹਿਯੋਗ ਸਕੂਲਾਂ ਵੱਲੋਂ ਵੀ ਮਿਲਿਆ ਹੈ। ਪਟਿਆਲੇ ਜ਼ਿਲ੍ਹੇ ਦੇ ਸਕੂਲ, ਸਾਡੇ ਵੀਰ ਨੌਜਵਾਨ ਉਹ ਸਾਰੇ ਇਸ ਆਪਣਾ ਮੁਹਿੰਮ ਵਿੱਚ ਸ਼ਾਮਲ ਹੋਏ ਨੇ, ਸਾਡਾ ਸਾਥ ਵੀ ਦੇ ਰਹੇ। ਸਾਡੇ ਮਨਪ੍ਰੀਤ ਸਿੰਘ ਜੀ ਪਹਿਲਵਾਨ ਸੁਪਰਵਾਈਜ਼ਰ, ਸਾਡੇ ਮੈਨੇਜਰ ਸਾਹਿਬ ਸਰਦਾਰ ਕਰਨੈਲ ਸਿੰਘ ਨਾਭਾ, ਐਡੀਸ਼ਨਲ ਮੈਨੇਜਰ ਸਰਦਾਰ ਕਰਨੈਲ ਸਿੰਘ ਜੀ ਅਤੇ ਸਰਦਾਰ ਇੰਦਰਜੀਤ ਸਿੰਘ ਜੀ, ਸਾਰੇ ਵੱਧ ਚੜ ਕੇ ਪਹੁੰਚੇ ਨੇ। ਸਾਰਿਆਂ ਨੇ ਆਪਣਾ ਸਹਿਯੋਗ ਦਿੱਤਾ ਹੈ। ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰ ਦੀ, ਇੱਕ ਅਜ਼ਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਹਿੰਮਤ ਬਾਹਾਂ ਕੋਟਗੜ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਾਗੀਰ ਦੀ। ਪੱਗ ਤੇਰੀ ਕੀ ਜਹਾਂਗੀਰ ਦੀ। ਢਾਡੀ ਨੱਥਾ ਤੇ ਅਬਦੁੱਲਾ ਜੀ ਦੇ ਇਹ ਬੋਲ ਸਾਨੂੰ ਅੱਜ ਵੀ ਯਾਦ ਕਰਾਉਂਦੇ ਨੇ ਕਿ ਜਦੋਂ ਬਾਦਸ਼ਾਹ ਸ਼ਾਹਜਹਾਨ ਵਰਗਿਆਂ ਨੇ ਪੱਗਾਂ ਵੀ ਬੰਨਣ ਤੇ ਪਾਬੰਦੀ ਲਾ ਦਿੱਤੀ ਸੀ ਤਾਂ ਛੇਵੇਂ ਪਾਤਸ਼ਾਹ ਜੀ ਨੇ ਇਹ ਦਸਤਾਰਾਂ ਸਜਾਉਣ ਦਾ ਸਾਨੂੰ ਇੱਕ ਮਾਣ ਬਖਸ਼ਿਆ। ਆਪ ਵੀ ਦਸਤਾਰ ਸਜਾਈ, ਕਲਗੀ ਲਗਾਈ, ਤਖਤ ਬਣਾਏ ਤੇ ਅੱਜ ਇਹ ਜੋ ਦਸਤਾਰਾਂ ਨੇ ਸਾਡੀ ਸ਼ਾਨ ਨੇ। ਔਰ ਇਹਦੇ ਵਾਸਤੇ ਜੋ ਇਹ ਉਪਰਾਲੇ ਨੇ, ਦਸਤਾਰਬੰਦੀ ਕੈਂਪ, ਦਸਤਾਰਾਂ ਦੇ ਮੁਕਾਬਲੇ, ਇੱਕ ਤਰ੍ਹਾਂ ਦੇ ਨਾਲ ਨੌਜਵਾਨਾਂ ਦੇ ਵਿੱਚ, ਬੱਚਿਆਂ ਦੇ ਵਿੱਚ ਉਤਸ਼ਾਹ ਭਰ ਰਹੇ ਨੇ ਤੇ ਬਹੁਤ ਹੀ ਵੱਡੀ ਅਪਾਰ ਕਿਰਪਾ ਅਕਾਲ ਪੁਰਖ ਵਾਹਿਗੁਰੂ ਦੀ ਕਿ ਸਾਡੀਆਂ ਸੰਸਥਾਵਾਂ ਇਸ ਸੰਬੰਧੀ ਜਾਗਰੂਕ ਹੋ ਰਹੀਆਂ ਨੇ ਤੇ ਬਹੁਤ ਵੱਡੇ ਵੱਡੇ ਉਪਰਾਲੇ ਵੱਖ-ਵੱਖ ਪਿੰਡਾਂ ਸ਼ਹਿਰਾਂ ਦੇ ਵਿੱਚ ਹੁੰਦੇ ਰਹਿੰਦੇ ਆ। ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਥੜਾ ਸਾਹਿਬ ਸਮਾਣਾ ਵਿਖੇ ਇਹ ਜੋ ਦਸਤਾਰਾਂ ਦੇ ਮੁਕਾਬਲੇ, ਦਸਤਾਰ ਬੰਨਣ ਦੇ ਮੁਕਾਬਲੇ, ਸੁੰਦਰ ਦਸਤਾਰ ਸਿਖਲਾਈ ਦੇ ਹੋ ਰਹੇ ਨੇ, ਸਾਡੇ ਲਈ ਬਹੁਤ ਹੀ ਵੱਡੀ ਮਾਣ ਵਾਲੀ ਗੱਲ ਹੈ। ਬੱਚਿਆਂ ਦੇ ਵਿੱਚ, ਨੌਜਵਾਨਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਹੈ। ਦੁਮਾਲਿਆਂ ਦਾ ਉਸ ਤੋਂ ਵੀ ਵੱਖਰਾ ਇੱਕ ਪ੍ਰਭਾਵ ਹੈ ਔਰ ਬੱਚੇ ਜਿਹੜੇ ਨੇ ਦੁਮਾਲਾ ਬੰਨਣ ਦੇ ਵੱਲ ਵੀ ਉਤਸ਼ਾਹਿਤ ਹੋ ਰਹੇ ਨੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਇਸੇ ਤਰ੍ਹਾਂ ਹੀ ਸਾਡੀ ਜਿਹੜੀ ਕੌਮ ਹੈ ਦਸਤਾਰਾਂ ਨੂੰ ਪਿਆਰ ਔਰ ਸਤਿਕਾਰ ਦਿੰਦੀ ਰਹੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਸਾਬਤ ਸੂਰਤ ਦਸਤਾਰ ਸਿਰਾ, ਅਸੀਂ ਸਾਬਤ ਸੂਰਤ ਦਸਤਾਰਾਂ ਵਾਲੇ ਇਸ ਸੋਹਣੇ ਸਮਾਜ ਦੀ, ਗੁਰਸਿੱਖ ਫੁਲਵਾੜੀ ਦੀ ਜਿਹੜੀ ਹੈ ਸਿਰਜਣਾ ਕਰ ਸਕੀਏ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਨੂੰ ਸਭ ਨੂੰ ਜਿੱਥੇ ਇਹ ਦਸਤਾਰ ਬਖਸ਼ੀ ਹੈ ਉੱਥੇ ਰਫਤਾਰ ਤੇ ਗੁਫਤਾਰ ਗੁਰਸਿੱਖੀ ਵਾਲਾ ਪਿਆਰਾ ਜੀਵਨ ਵੀ ਬਖਸ਼ਿਸ਼ ਕਰਨ। ਗੁਰੂ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ, ਜਿੱਥੇ ਸਾਡੀ ਸੂਰਤ ਹੈ ਉੱਥੇ ਸੀਰਤ ਵੀ ਸਾਡੀ ਜਿਹੜੀ ਹੈ ਗੁਰਮਤ ਅਨੁਸਾਰ ਹੋਈ ਜਾਵੇ, ਕਿਉਂਕਿ ਜਿੱਥੇ ਪਹਿਰਾਵਾ ਹੈ ਉੱਥੇ ਨਾਲ ਕਿਰਦਾਰ ਹੋਣਾ ਵੀ ਵੱਡੀ ਲੋੜ ਹੈ। ਬਿਨਾਂ ਕਿਰਦਾਰ ਤੋਂ ਜਿਵੇਂ ਪਹਿਰਾਵੇ ਦਾ ਮੁੱਲ ਨਹੀਂ। ਇਸ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਇਸ ਸੁੰਦਰ ਦਸਤਾਰਾਂ ਵਾਲੇ ਪਹਿਰਾਵੇ ਦੇ ਨਾਲ ਸਾਨੂੰ ਸੋਹਣੇ ਕਿਰਦਾਰ ਦੀ ਬਖਸ਼ਿਸ਼ ਕਰਨ। ਕਾਇਆ ਕਿਰਦਾਰ ਔਰਤ ਯਕੀਨਾ, ਰੰਗ ਤਮਾਸ਼ੇ ਮਾਣ ਹਕੀਨਾ, ਨਾ ਪਾਕ ਪਾਕ ਕਰ ਹਦੂਰ ਹਦੀਸਾ, ਸਾਬਤ ਸੂਰਤ ਦਸਤਾਰ ਸਿਰਾ। ਦਸਤਾਰਾਂ ਜਿਹੜੀਆਂ ਨੇ ਸਿਰਾਂ ਤੇ ਸ਼ੋਭਦੀਆਂ ਨੇ, ਇਹਨਾਂ ਦਸਤਾਰਾਂ ਦੇ ਨਾਲ ਹੀ ਅਸੀਂ ਦੁਨੀਆ ਦੇ ਵਿੱਚ ਵੱਖਰੇ ਪਛਾਣੇ ਜਾਂਦੇ ਹਾਂ। ਸੰਸਾਰ ਦੇ ਅੰਦਰ ਹਰ ਬੰਦਾ ਦੋ ਹੀ ਚੀਜ਼ਾਂ ਦਾ ਮਾਲਕ ਹੈ, ਇੱਕ ਸਾਡੇ ਕੋਲ ਸਰੀਰ ਹੈ, ਇੱਕ ਵਿੱਚ ਆਤਮਾ ਹੈ। ਜੀਓ ਪਿੰਡ ਸਭ ਤੇਰੀ ਰਾਸ। ਉਸ ਤੋਂ ਬਾਅਦ ਜੇ ਸਾਡੀ ਕੋਈ ਵੱਖਰੀ ਪਛਾਣ ਬਣਦੀ ਹੈ ਬਾਹਰੀ ਤੌਰ ਤੇ ਤਾਂ ਉਹ ਸਾਡੀ ਦਸਤਾਰ, ਸਾਡਾ ਪਹਿਰਾਵਾ ਬਣਦਾ ਹੈ। ਉਦੋਂ ਬਾਅਦ ਸਾਡਾ ਕਿਰਦਾਰ ਹੈ। ਕਿਰਦਾਰ ਦੇ ਨਾਲ ਸਾਡੀ ਸਾਂਝ ਬਾਅਦ 'ਚ ਪੈਂਦੀ ਹੈ ਕਿਸੇ ਨਾਲ ਵੀ, ਪਹਿਲਾਂ ਅਸੀਂ ਪਹਿਰਾਵਾ ਦੇਖਦੇ ਹਾਂ। ਔਰ ਇੱਕ ਗੁਰਸਿੱਖ ਦੀ ਸਾਡੀ ਦਿੱਖ ਜਿਹੜੀ ਹੈ ਦਸਤਾਰ ਤੋਂ ਪਛਾਣੀ ਜਾਂਦੀ ਹੈ। ਇਹ ਬੱਚੇ ਬੱਚੀਆਂ ਦੁਮਾਲੇ ਸਜਾ ਰਹੇ ਨੇ, ਆਪਣੇ ਵਿਰਸੇ ਤੇ ਮਾਣ ਕਰ ਰਹੇ ਨੇ। ਸੰਸਾਰ ਦੇ ਅੰਦਰ ਵਿਚਰਦਿਆਂ ਹੋਇਆਂ ਸਾਨੂੰ ਅਕਸਰ ਹੀ ਇਹ ਚੀਜ਼ਾਂ ਵੇਖਣ ਨੂੰ ਮਿਲ ਜਾਂਦੀਆਂ ਕਿ ਕੋਈ ਮਨੁੱਖ, ਕੋਈ ਕੌਮ ਜਦੋਂ ਆਪਣੇ ਆਪ ਤੇ ਮਾਣ ਕਰਨਾ ਛੱਡ ਦੇਵੇ, ਹੀਣਤਾ ਦਾ ਸ਼ਿਕਾਰ ਹੋ ਜਾਵੇ,
ਤਾਂ ਉਹ ਆਪਣਾ ਬਹੁਤ ਕੁਝ ਬਦਲ ਲੈਂਦੀ ਹੈ। ਜੇ ਅਸੀਂ ਆਪਣੇ ਇਤਿਹਾਸ ਤੇ ਫਖਰ ਕਰਾਂਗੇ, ਮਾਣ ਕਰਾਂਗੇ, ਉਹਨਾਂ ਯੋਧਿਆਂ ਸੂਰਬੀਰਾਂ ਨੂੰ, ਦਸਤਾਰ ਵਾਲਿਆਂ ਨੂੰ ਯਾਦ ਕਰਾਂਗੇ ਜਿਨ੍ਹਾਂ ਨੇ ਵੱਡੇ ਵੱਡੇ ਜ਼ਾਲਮਾਂ ਦੇ ਰਾਜ ਦੀਆਂ ਜੜ੍ਹਾਂ ਹਿਲਾ ਦਿੱਤੀਆਂ। ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਅਕਾਲੀ ਫੂਲਾ ਸਿੰਘ, ਬਾਬਾ ਦੀਪ ਸਿੰਘ, ਤਾਂ ਆਪਣੇ ਉਹਨਾਂ ਮਹਾਨ ਸੂਰਮਿਆਂ ਨੂੰ ਯਾਦ ਕਰਕੇ ਅਸੀਂ ਮਹਿਸੂਸ ਕਰ ਸਕਾਂਗੇ ਕਿ ਜੋ ਇਹ ਦਸਤਾਰਾਂ ਹਨ ਇਹਨਾਂ ਦਾ ਬਹੁਤ ਵੱਡਾ ਇਤਿਹਾਸ ਹੈ ਔਰ ਅਸੀਂ ਵੱਧ ਤੋਂ ਵੱਧ ਇਹ 'ਤੇ ਮਾਣ ਕਰ ਸਕਦੇ, ਜਿੰਨਾ ਵੀ ਕਰਾਂਗੇ ਉਹਨਾਂ ਥੋੜ੍ਹਾ ਹੈ। ਦਸਤਾਰਾਂ ਜਿਹੜੀਆਂ ਨੇ ਹਰ ਸਿੱਖ ਦੇ, ਮਾਈ ਭਾਈ ਦੇ, ਭੈਣਾਂ ਵੀਰਾਂ ਦੇ, ਸਭ ਦੇ ਸਿਰਾਂ ਦੀ ਸ਼ਾਨ ਹੋਣ। ਇਹਨਾਂ ਦਸਤਾਰਾਂ ਦੇ ਵਿੱਚੋਂ ਹੀ ਸਾਡਾ ਜਿਹੜਾ ਕਿਰਦਾਰ ਹੈ ਉਹ ਪ੍ਰਗਟ ਹੁੰਦਾ ਹੈ। ਗੁਰੂ ਪਾਤਸ਼ਾਹ ਜੀ ਮਿਹਰਾਮਤ ਕਰਨ, ਸਾਡੀ ਕੌਮ ਇਸੇ ਤਰ੍ਹਾਂ ਹੀ ਦਸਤਾਰਾਂ ਦੇ ਨਾਲ ਪਿਆਰ ਕਰੇ, ਸਾਡੇ ਬੱਚੇ ਦਸਤਾਰਾਂ ਨੂੰ ਸਜਾਉਣ ਅਤੇ ਗੁਰਬਾਣੀ ਦੇ ਨਾਲ ਪ੍ਰੇਮ ਕਰਨ, ਸਿੱਖੀ ਸਿਦਕ ਭਰੋਸੇ ਦਾ ਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਨ। ਸਾਰੇ ਬੱਚਿਆਂ ਨੂੰ ਬੇਨਤੀ ਆ, ਸਿਰਫ 10 ਕੁ ਸੈਕਿੰਡ ਤੁਹਾਡੇ ਰਹਿ ਗਏ ਆ। 10 ਸੈਕਿੰਡ ਦੇ ਵਿੱਚ ਜਿਵੇਂ ਜਿਵੇਂ ਤੁਹਾਡੇ ਲੜਨੇ ਉਵੇਂ ਲੜ ਟੰਗ ਦਿਓ। ਟਾਈਮ ਖਤਮ ਹੋਣ ਵਾਲਾ ਹੈ। ਅਗਲਾ ਗਰੁੱਪ 10ਵੀਂ 11ਵੀਂ ਵਾਲਾ ਗਰੁੱਪ ਜਿਹੜਾ ਆ ਉਹ ਤਿਆਰ ਰਵੇ। ਦਮਾਲੇ ਵਾਲੀਆਂ ਬੱਚੀਆਂ ਵੀ ਆਪਣੀ ਤਿਆਰੀ ਕਰ ਲੈਣ ਛੇਤੀ, ਸਮਾਂ ਸਮਾਪਤ ਹੈ। ਦੂਜਾ ਦਰਜਾ, ਦੂਜਾ ਗਰੁੱਪ ਜਿਹੜਾ ਆ ਉਹ ਇੱਧਰ ਆ ਜਾਓ, ਕਿਰਪਾ ਕਰਕੇ ਇਸ ਲਾਈਨ 'ਚ ਆਓ, ਇੱਥੇ ਆ ਜਾਓ ਸਾਰੇ। ਇੱਥੇ ਜਿਹੜੇ ਬੱਚਿਆਂ ਨੇ ਦੂਜਾ ਦਰਜਾ 8ਵੀਂ 9ਵੀਂ ਕਲਾਸ ਵਾਲੇ ਸਾਰੇ ਇੱਥੇ ਲਾਈਨ ਦੇ ਵਿੱਚ ਆ ਜਾਓ, ਅੱਗੇ ਨੂੰ ਕਰਕੇ। ਸਾਰਿਆਂ ਨੂੰ ਬੇਨਤੀ ਹੈ ਇੱਕ ਲਾਈਨ ਦੇ ਵਿੱਚ ਇੱਧਰ ਆ ਕੇ ਬੈਠੋ। 10ਵੀਂ 11ਵੀਂ 12ਵੀਂ ਦਰਜਾ ਤੀਜਾ, 10ਵੀਂ 11ਵੀਂ 12ਵੀਂ ਆਪਣੀ ਆਪਣੀ ਪੋਜੀਸ਼ਨ ਲੈ ਲਓ। ਸਾਰੇ ਬੱਚੇ ਜਲਦੀ ਨਾਲ ਆਪਣੀ ਆਪਣੀ ਪੋਜੀਸ਼ਨ ਤੇ। 10ਵੀਂ 11ਵੀਂ ਬੱਚੀ ਦੇ ਕਲਾਸ ਦੇ ਸਾਰੇ ਬੱਚੇ ਸਤਿਗੁਰੂ ਜੀ ਦੀ ਕਿਰਪਾ ਨਾਲ ਦਸਤਾਰ ਮੁਕਾਬਲੇ, ਜਿਸ ਦੇ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚੇ ਹਿੱਸਾ ਲੈ ਰਹੇ ਨੇ। 2 ਗਰੁੱਪਾਂ ਦਾ ਮੁਕਾਬਲਾ ਹੋ ਚੁੱਕਾ ਹੈ। ਤੀਸਰਾ ਗਰੁੱਪ ਤਿਆਰੀ ਦੇ ਵਿੱਚ ਹੈ। ਕੁਝ ਸਕਿੰਟਾਂ ਦੇ ਵਿੱਚ ਇਸ ਗਰੁੱਪ ਦਾ ਵੀ ਮੁਕਾਬਲਾ ਜਿਹੜਾ ਉਹ ਆਰੰਭ ਹੋਏਗਾ। ਇਹਨਾਂ ਬੱਚਿਆਂ ਨੇ ਦਸਤਾਰਾਂ ਨਾਲ ਸਿੱਖ ਕੌਮ ਦੇ ਸਿਰ ਨੂੰ ਉੱਚਾ ਕਰਨਾ ਹੈ। ਜਦੋਂ ਇਹ ਬੱਚੇ ਦਸਤਾਰਾਂ ਸਜਾ ਕੇ ਕਿਸੇ ਵੱਡੇ ਅਹੁਦਿਆਂ ਤੇ ਪਹੁੰਚਣਗੇ ਤੇ ਮਾਣ ਨਾਲ ਸਿੱਖ ਕੌਮ ਦਾ ਸਿਰ ਉੱਚਾ ਹੁੰਦਾ ਹੈ। ਸੋ ਇਸ ਉਪਰਾਲੇ ਨੂੰ ਲੈ ਕੇ ਕਿ ਸਾਡੇ ਬੱਚੇ ਪੜ੍ਹਨ ਲਿਖਣ, ਵਧੀਆ ਅਹੁਦਿਆਂ ਤੇ ਪਹੁੰਚਣ, ਸਿਰ ਦਸਤਾਰਾਂ ਹੋਣ, ਤੇ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜੋ ਸਿੱਖੀ ਦਾ ਬੂਟਾ ਲਾਇਆ ਸੀ, ਉਹ ਬੂਟਾ, ਉਸ ਬੂਟੇ ਨੂੰ 1699 ਦੀ ਵਿਸਾਖੀ ਵਾਲੇ ਦਿਨ ਫਲ ਲੱਗਾ ਸੀ। ਅੱਜ ਉਹ ਬੀਜ ਫਿਰ ਫੁੱਟਿਆ ਹੈ ਤੇ ਸ਼੍ਰੋਮਣੀ ਕਮੇਟੀ ਉਸ ਬੀਜ ਨੂੰ ਸਿੱਖੀ ਦੀ ਇਸ ਗੁੜਤੀ ਦੇ ਨਾਲ ਪਾਲਣ ਦਾ ਇੱਕ ਯਤਨ ਕਰ ਰਹੀ ਹੈ। ਸੋ ਮੇਰੀ ਬੇਨਤੀ ਹੈ ਜੱਜ ਸਾਹਿਬਾਨ ਨੂੰ ਕਿ ਉਹ ਆਉਣ ਅਤੇ ਜੋ ਤੀਸਰਾ ਗਰੁੱਪ ਹੈ ਉਹਨਾਂ ਬੱਚਿਆਂ ਦਾ ਮੁਕਾਬਲਾ ਸ਼ੁਰੂ ਕੀਤਾ ਜਾਏ। 10ਵੀਂ 11ਵੀਂ 12ਵੀਂ ਤੇ ਇਹ ਬੱਚੇ ਜਿਹੜੇ ਨੇ ਉਹ ਸਾਰੇ ਆਪਣੀਆਂ ਪੋਜੀਸ਼ਨਾਂ ਤੇ ਬਹਿ ਜਾਣ। 10ਵੀਂ 11ਵੀਂ 12ਵੀਂ ਦੇ ਬੱਚੇ ਦਰਜਾ ਤੀਜਾ ਗਰੁੱਪ ਉਹ ਆਪਣੀ ਪੋਜੀਸ਼ਨ ਲੈ ਲੈਣ। ਜੱਜ ਸਾਹਿਬਾਨਾਂ ਨੇ ਰੇਡੀ ਦੀ ਕਾਲ ਕਰ ਦਿੱਤੀ ਹੈ। ਹੁਣ ਇਹ ਤੀਸਰਾ ਮੁਕਾਬਲਾ ਸ਼ੁਰੂ ਹੋਏਗਾ। ਮੈਂ ਦੱਸਣਾ ਚਾਹੁੰਦਾ ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਜਦੋਂ ਸਮਾਣੇ ਨੂੰ ਫਤਿਹ ਕੀਤਾ ਅਤੇ ਸਿੱਖ ਰਾਜ ਦੀ ਜਿਹੜੀ ਸੀ ਉਹ ਨੀਂਹ ਰੱਖੀ, ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਹੋਏ, ਜਿਨ੍ਹਾਂ ਨੇ ਸਮਾਣਾ, ਜਿੱਥੇ ਦੇ ਰਹਿਣ ਵਾਲੇ ਜਲਾਲੂਦੀਨ ਨੇ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ। ਸ਼ਾਸਲ ਬੇਗ, ਬਾਸ਼ਲ ਬੇਗ, ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਸੀ,
ਉਹ ਇਸੇ ਸ਼ਹਿਰ ਦੇ ਰਹਿਣ ਵਾਲੇ ਸਨ। ਇਹ ਜ਼ਾਲਮ ਲੋਕਾਂ ਨੂੰ ਜਿੱਥੇ ਸੌਦਾ ਲਾਇਆ ਉੱਥੇ ਆਮ ਲਕਾਈ ਨੂੰ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਜ਼ਮੀਨਾਂ ਵਾਹੁੰਦੇ ਸਨ, ਜਿਹੜੇ ਇਹਨਾਂ ਜ਼ਾਲਮ ਹਾਕਮਾਂ ਦੇ ਹੱਥੋਂ ਤੰਗ ਸੀ, ਉਸ ਲਕਾਈ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਅਤੇ ਇਸ ਜ਼ੁਲਮ ਤੋਂ ਉਹਨਾਂ ਨੂੰ ਨਜਾਤ ਦਿਵਾਈ। ਬਾਬਾ ਬੰਦਾ ਸਿੰਘ ਬਹਾਦਰ ਦੇ ਇਸ ਉਪਰਾਲੇ ਸਦਕਾ ਲੋਕਾਂ ਨੇ ਉਹਨਾਂ ਦਾ ਭਰਪੂਰ ਸਾਥ ਦਿੱਤਾ, ਸਹਿਯੋਗ ਕੀਤਾ। ਮਾਝਾ, ਮਾਲਵਾ, ਦੁਆਬੇ ਦੇ ਸਿੱਖ ਆਉਣ ਸਾਰੇ ਇਕੱਠੇ ਹੋਏ। ਤੇ ਮੈਂ ਬੇਨਤੀ ਕਰਨਾ ਚਾਹੁੰਦਾ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਯੁੱਧ ਨੀਤੀ ਬੜੀ ਪਿਆਰੀ ਹੈ। ਜਦੋਂ ਕਿਸੇ ਕਿਲੇ ਨੂੰ ਹਮਲਾ ਕਰਨਾ ਹੁੰਦਾ ਤੇ ਉਹਦੇ ਜਿਹੜੇ ਸਪੋਰਟ ਦੇ ਵਿੱਚ ਛੋਟੇ-ਛੋਟੇ ਆਸੇ-ਪਾਸੇ ਕਿਲੇ ਹੁੰਦੇ ਨੇ, ਸਭ ਤੋਂ ਪਹਿਲਾਂ ਉਸ ਕਿਲਿਆਂ ਦੇ ਉੱਤੇ ਜਿੱਤ ਪ੍ਰਾਪਤ ਕਰਨੀ ਜ਼ਰੂਰੀ ਹੁੰਦੀ ਹੈ, ਤਾਂ ਕਿ ਜਿਹੜੀ ਮੇਨ ਤਾਕਤ ਆ ਉਸ ਨੂੰ ਤੋੜਿਆ ਜਾ ਸਕੇ, ਉਸ ਤੱਕ ਕੋਈ ਜਿਹੜੀ ਸਹਾਇਤਾ ਮਦਦ ਨਾ ਪਹੁੰਚ ਸਕੇ। ਬਾਬਾ ਬੰਦਾ ਸਿੰਘ ਬਹਾਦਰ ਨੇ ਸਭ ਤੋਂ ਪਹਿਲਾਂ ਸਮਾਣੇ ਨੂੰ ਫਤਿਹ ਕੀਤਾ, ਫਿਰ ਕੜਾਮ ਨੂੰ, ਕਪੂਰੀ ਨੂੰ, ਸ਼ਾਹਬਾਦ ਮਾਰਕੰਡਾ ਫਤਿਹ ਕੀਤਾ। ਉਸ ਤੋਂ ਬਾਅਦ ਮੁਸਤਫਾਬਾਦ ਨੂੰ ਫਤਿਹ ਕੀਤਾ। ਮੁਸਤਫਾਬਾਦ ਤੋਂ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਸਢੌਰੇ ਨੂੰ ਫਤਿਹ ਕੀਤਾ ਹੈ। ਸਢੌਰੇ ਦਾ ਰਹਿਣ ਵਾਲਾ ਪੀਰ ਬੁੱਧੂ ਸ਼ਾਹ, ਜਿਸ ਨੇ ਭੰਗਾਣੀ ਦੇ ਯੁੱਧ ਵਿੱਚ ਆਪਣੇ 2 ਪੁੱਤ ਸ਼ਹੀਦ ਕਰਵਾਏ। ਤੇ ਮੈਂ ਬੇਨਤੀ ਕਰਾਂ, ਜਦੋਂ ਉਹ ਇਸ ਜੰਗ ਦੇ ਮੈਦਾਨ ਵਿੱਚ 2 ਪੁੱਤ ਸ਼ਹੀਦ ਕਰਵਾਉਂਦੇ ਨੇ, ਪੌਂਟਾ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੰਗਾ ਕਰ ਰਹੇ ਕੇਸਾਂ ਨੂੰ, ਤੇ ਆ ਕੇ ਪੀਰ ਬੁੱਧੂ ਸ਼ਾਹ ਹੱਥ ਜੋੜਦੇ ਨੇ, ਸਤਿਗੁਰੂ ਜੀ ਹੁਣ ਮੈਨੂੰ ਜਾਣ ਦੀ ਇਜਾਜ਼ਤ ਦਿਓ। ਤੇ ਸਤਿਗੁਰੂ ਕਹਿੰਦੇ, ਪੀਰ ਜੀ ਤੁਸੀਂ ਸਾਡੀ ਬੜੀ ਮਦਦ ਕੀਤੀ ਹੈ, ਸੇਵਾ ਕੀਤੀ ਹੈ, ਤੁਸੀਂ ਕੁਝ ਮੰਗਣਾ ਚਾਹੁੰਦੇ ਹੋ ਤੇ ਮੰਗ ਸਕਦੇ ਹੋ। ਤੇ ਜਿੱਦਾਂ ਅੱਜ ਦਸਤਾਰ ਮੁਕਾਬਲਾ ਹੋ ਰਿਹਾ ਨਾ, ਪੀਰ ਬੁੱਧੂ ਸ਼ਾਹ ਨੇ ਦਾਤ ਮੰਗੀ ਸੀ, ਜੋ ਸਿੱਖ ਰੋਜ਼ ਅਰਦਾਸ ਦੇ ਵਿੱਚ ਦਾਤ ਮੰਗਦਾ ਹੈ ਕਿ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਇਹ ਦਾਤ ਪੀਰ ਬੁੱਧੂ ਸ਼ਾਹ ਨੇ ਵੀ ਮੰਗੀ। ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਦਾਤਾ ਜਿਹੜਾ ਕੇਸਾਂ ਵਾਲਾ ਕੰਗਾ ਤੁਹਾਡਿਆਂ ਹੱਥਾਂ ਦੇ ਵਿੱਚ ਸੁਸ਼ੋਭਤ ਹੈ, ਸਤਿਗੁਰੂ ਜਿੰਦੇ ਵਿੱਚ ਤੁਹਾਡੇ ਪਾਵਨ ਮੁਬਾਰਕ ਕੇਸਾਂ ਦੀਆਂ ਕੁਝ ਕੁ ਤਾਰਾਂ ਅੜੀਆਂ ਹੋਈਆਂ ਨੇ, ਕਿਰਪਾ ਕਰਕੇ ਮੇਰੀ ਇਸ ਝੋਲੀ ਦੇ ਵਿੱਚ ਪਾ ਦਿਓ। ਵੇਖੋ 2 ਪੁੱਤ ਸ਼ਹੀਦ, ਤੇ ਬਾਪੂ ਨੇ ਦਾਤ ਕੀ ਮੰਗੀ, ਕਹਿੰਦਾ ਵੀ ਮੈਨੂੰ ਆਪਣੇ ਕੇਸਾਂ ਦੀ ਦਾਤ, ਇਸ ਕੰਘੇ ਦੀ ਦਾਤ ਮੇਰੀ ਝੋਲੀ ਵਿੱਚ ਪਾਓ। ਮੈਂ ਹੈਰਾਨ ਹੋਇਆ, ਤਵਾਰੀਖ ਗੁਰੂ ਖਾਲਸਾ ਵਾਲਾ ਉਹਨਾਂ ਨੇ ਜਦੋਂ ਲਿਖਿਆ, ਕਹਿੰਦੇ ਸਤਿਗੁਰੂ ਜੀ ਨੇ ਆਪਣੀ ਅੱਧੀ ਦਸਤਾਰ ਵੀ ਦੇ ਦਿੱਤੀ। ਪੀਰ ਬੁੱਧੂ ਸ਼ਾਹ ਘਰੇ ਆਏ, ਪਤਨੀ ਹੈ ਬੀਬੀ ਨਸੀਰਾ, ਬੜਾ ਪਿਆਰ ਕਰਦੀ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ, ਉਹਨਾਂ ਦੇ ਬਖਸ਼ੀ ਹੋਈ ਸਿੱਖੀ ਦੇ ਨਾਲ। ਬੀਬੀ ਨਸੀਰਾ ਜਦੋਂ ਪੀਰ ਬੁੱਧੂ ਸ਼ਾਹ ਨੂੰ ਆਉਂਦਿਆਂ ਵੇਖਿਆ, ਉਹਨਾਂ ਨੇ ਸਵਾਲ ਪੁੱਛਿਆ, ਪੀਰ ਜੀ ਮੇਰੇ 2 ਪੁੱਤ ਨਹੀਂ ਦਿਸ ਰਹੇ, 2 ਪੁੱਤ ਵਾਪਸ ਆਏ ਨੇ। ਵੇਖੋ ਅੱਜ ਸਾਹਿਬਜ਼ਾਦਾ ਅਜੀਤ ਤੇ ਜੁਝਾਰ ਦਸਤਾਰਾਂ ਬੰਨ ਕੇ, ਇਹਨਾਂ ਦੇ ਵਿੱਚੋਂ ਹੀ ਸਾਨੂੰ ਅਜੀਤ ਵੀ ਲੱਭਣੇ ਨੇ, ਬਾਬਾ ਜੁਝਾਰ ਸਿੰਘ ਜੀ ਵੀ ਲੱਭਣੇ ਨੇ। ਸੋ ਮੈਂ ਬੇਨਤੀ ਕਰ ਰਿਹਾ ਸੀ ਕਿ ਜਦੋਂ ਬੀਬੀ ਨਸੀਰਾ ਨੇ ਪੁੱਛਿਆ ਮੇਰੇ 2 ਪੁੱਤ ਨਹੀਂ ਆਏ, ਤੇ ਪੀਰ ਬੁੱਧੂ ਸ਼ਾਹ ਨੇ ਬੜੀ ਪਿਆਰੀ ਗੱਲ ਬੋਲੀ। ਉਹ ਕਹਿਣ ਲੱਗੇ, ਨਸੀਰਾ ਵੇਖ ਅੱਜ ਮੈਂ ਕੀ ਲੈ ਕੇ ਆਇਆ। ਤੇ ਬੀਬੀ ਨਸੀਰਾ ਕਹਿੰਦੀ ਵੀ ਕੀ ਲੈ ਕੇ ਆਏ ਹੋ। ਤੇ ਪੀਰ ਬੁੱਧੂ ਸ਼ਾਹ ਕਹਿਣ ਲੱਗੇ, ਨਸੀਰਾ ਇਹ ਭਾਗਾਂ ਵਾਲੀਏ, ਵੇਖ ਜਿਹੜੇ 2 ਪੁੱਤਰਾਂ ਦੀ ਤੂੰ ਗੱਲਬਾਤ ਪੁੱਛ ਰਹੀ ਹੈ, ਮੈਂ ਤੇਰੇ 2 ਪੁੱਤਰਾਂ ਨੂੰ ਜੰਗ ਦੇ ਮੈਦਾਨ ਵਿੱਚੋਂ ਸ਼ਹੀਦ ਕਰਵਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਿਆਂ ਚਰਨਾਂ ਵਿੱਚ ਆਪਣੀ ਥਾਂ ਬਣਾ ਕੇ ਆਇਆ ਹਾਂ। ਤੇ ਬੀਬੀ ਨਸੀਰਾ ਨੇ, ਉਹਨਾਂ ਨੇ ਹੰਝੂ ਨਹੀਂ ਘੇਰੇ ਅੱਖਾਂ ਵਿੱਚੋਂ, ਸਗੋਂ ਚਿਹਰਾ ਉਹਨਾਂ ਦਾ ਲਾਲ ਹੋਇਆ, ਖੁਸ਼ੀ ਵਿੱਚ ਖਿੜ ਗਿਆ। ਕੀ ਕਹਿਣ ਲੱਗੀ, ਮੇਰੇ ਸਿਰ ਦਿਆ ਸਾਈਆਂ, ਉਹ ਮੇਰਿਆ ਮਾਲਕਾ, ਜੇ 2 ਪੁੱਤ ਸ਼ਹੀਦ ਕਰਵਾ ਕੇ ਗੁਰੂ ਗੋਬਿੰਦ ਸਿੰਘ ਦਿਆਂ ਚਰਨਾਂ ਵਿੱਚ ਤੁਹਾਡੀ ਥਾਂ ਬਣ ਸਕਦੀ ਹੈ, ਤੇ ਕਿਰਪਾ ਕਰਦੇ ਆ 4 ਵਿੱਚੋਂ ਜਿਹੜੇ 2 ਬਚਾ ਕੇ ਲਿਆਏ ਹੋ, ਇਹਨਾਂ ਨੂੰ ਮੇਰੇ ਨਾਮ ਦੇ ਸ਼ਹੀਦ ਕਰਵਾ ਦਿੰਦੇ, ਤੇ ਮੇਰੀ ਗਰੀਬੜੀ ਦੀ ਥਾਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਿਆਂ ਚਰਨਾਂ ਵਿੱਚ ਬਣ ਜਾਂਦੀ। ਇਹੋ ਜਿਹੇ ਪਿਆਰ ਕਰਨ ਵਾਲੇ ਸਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੀਰ ਬੁੱਧੂ ਸ਼ਾਹ। ਉਹਨਾਂ ਨੂੰ ਸਢੌਰੇ ਦੇ ਹਾਕਮ ਉਸਮਾਨ ਖਾਨ ਨੇ ਇਸੇ ਗੱਲ ਕਰਕੇ ਸ਼ਹੀਦ ਕੀਤਾ ਕਿ ਤੁਸੀਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਦਦ ਕੀਤੀ ਹੈ, ਉਹਨਾਂ ਦੀ ਸੇਵਾ ਕੀਤੀ ਹੈ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਮਹਾਨ ਪਵਿੱਤਰ ਯੋਧੇ ਆਤਮਾ ਪੀਰ ਬੁੱਧੂ ਸ਼ਾਹ ਨੂੰ ਸ਼ਹੀਦ ਜਿਨ੍ਹਾਂ ਨੇ ਕੀਤਾ ਹੈ, ਉਸ ਮਹਾਨ ਆਤਮਾ ਨੂੰ ਸ਼ਹੀਦ ਕਰਨ ਵਾਲਿਆਂ ਨੂੰ ਉਹਨਾਂ ਦੀ ਕੀਤੀ ਦਾ ਫਲ ਦਿੱਤਾ। ਸਢੌਰੇ ਦੇ ਹਾਕਮ ਨੂੰ ਉਸ ਦੀ ਬਣਦੀ ਸਜ਼ਾ ਦਿੱਤੀ ਅਤੇ ਫਿਰ ਬਨੂੜ ਨੂੰ ਫਤਿਹ ਕੀਤਾ। ਇਸ ਤਰੀਕੇ ਨਾਲ ਸਰਹੰਦ ਦੇ ਆਲੇ ਦੁਆਲੇ ਦਾ ਇਲਾਕਾ ਫਤਿਹ ਕਰਨ ਤੋਂ ਬਾਅਦ ਪੀਰ ਬੁੱਧੂ ਸ਼ਾਹ ਦਾ ਬਦਲਾ ਲਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਚੱਪੜ ਚਿੜੀ ਦੇ ਮੈਦਾਨ ਅੰਦਰ ਸਰਹੰਦ ਦੀ ਇੱਟ ਨਾਲ ਇੱਟ ਵਜਾਈ, ਵਜ਼ੀਰ ਖਾਨ ਦੀ ਫੌਜ ਨੂੰ ਉੱਥੇ ਜਿਹੜਾ ਸੀ ਉਹ ਹਾਰ ਦਿੱਤੀ, ਉਹਨੂੰ ਕੀਤੇ ਦੀ ਸਜ਼ਾ ਦਿੱਤੀ। ਜੋ ਸਾਹਿਬਜ਼ਾਦਿਆਂ ਦੇ ਨਾਲ
ਉਸ ਨੇ 7 ਤੇ 9 ਸਾਲਾਂ ਦੇ ਸਾਹਿਬਜ਼ਾਦੇ ਉਹਨਾਂ ਨੂੰ ਸ਼ਹੀਦ ਕੀਤਾ ਸੀ। ਵਜ਼ੀਰ ਖਾਨ ਨੇ ਉਸ ਦੀ ਕੀਤੀ ਦੀ ਸਜ਼ਾ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੋਂ ਥਾਪੜਾ ਲੈ ਕੇ ਪੰਜਾਬ ਦੀ ਧਰਤੀ ਦੇ ਉੱਤੇ ਪਹੁੰਚੇ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤੀ ਤੇ ਸਰਹੰਦ ਨੂੰ ਸਿੱਖ ਰਾਜ ਦਾ ਹਿੱਸਾ ਬਣਾਇਆ, ਮੁਖਲਸਗੜ੍ਹ ਨੂੰ ਰਾਜਧਾਨੀ ਬਣਾਇਆ। ਤੇ ਭਾਗਾਂ ਵਾਲਿਓ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੋਂ ਥਾਪੜਾ ਲੈ ਤੁਰਿਆ ਸੀ ਤੇ ਸਤਿਗੁਰੂ ਦੀ ਬਖਸ਼ਿਸ਼ ਦੇ ਸਦਕਾ ਉਹ ਮੋਹਰ ਅਤੇ ਜਿਹੜਾ ਸਿੱਕਾ ਜਾਰੀ ਕੀਤਾ, ਖਾਲਸਾ ਰਾਜ ਬਣਾਇਆ ਬਾਬਾ ਬੰਦਾ ਸਿੰਘ ਬਹਾਦਰ ਨੇ। ਉਸ ਮੋਹਰ ਦੇ ਅੱਖਰ ਸਨ ਦੇਗੋ ਤੇਗੋ ਫਤਿਹ ਨੁਸਰਤ ਉਬੇਦ ਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਇਹ ਫਤਿਹ ਮੈਨੂੰ ਕਿਤੇ ਹੋਰ ਨਹੀਂ ਮਿਲੀ। ਜਿਹੜੇ ਲੋਕ ਅੱਜ ਵੀ ਖੱਬੇ ਸੱਜੇ ਜਾਂਦੇ ਨੇ ਨਾ, ਅੱਜ ਵੀ ਕਹਿ ਦਿੰਦੇ ਨੇ ਵੀ ਫਲਾਣੇ ਬਾਬੇ ਤੋਂ ਮੈਨੂੰ ਫਲਾਣਾ ਪੁੱਤ ਮਿਲ ਗਿਆ ਹੈ, ਫਲਾਣੀ ਥਾਂ ਤੋਂ ਫਲਾਣੀ ਚੀਜ਼ ਮਿਲੀ ਹੈ, ਉਹਨਾਂ ਨੂੰ ਸੋਚਣਾ ਚਾਹੀਦਾ ਬਾਬਾ ਬੰਦਾ ਸਿੰਘ ਬਹਾਦਰ ਉਹ ਸ਼ਖਸੀਅਤ ਜਿਸ ਨੇ ਆਪਣੇ ਪੁੱਤ ਦਾ ਕਲੇਜਾ ਵੀ ਕਢਵਾ ਕੇ ਮੂੰਹ ਵਿੱਚ ਪਾਇਆ, ਪਵਾ ਲਿਆ, ਹੱਸਦਿਆਂ ਹੱਸਦਿਆਂ ਆਪਣੀ ਸ਼ਹਾਦਤ ਦਿੱਤੀ, ਕੁਰਬਾਨੀ ਦੇ ਦਿੱਤੀ। ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਵੀ ਹੱਥ ਜੋੜੇ, ਜਦੋਂ ਵੀ ਸ਼ੁਕਰਾਨਾ ਕੀਤਾ, ਉਹ ਮੇਰੇ ਮਾਲਕ ਸਤਿਗੁਰੂ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੇ ਵਿੱਚ ਕੀਤਾ। ਉਸ ਤੋਂ ਬਿਨਾਂ ਨਾ ਉਹ ਕਿਧਰੇ ਝੁਕੇ, ਨਾ ਉਹਨਾਂ ਨੂੰ ਕਿਸੇ ਨੇ ਝੁਕਾ ਸਕਣ ਦੀ ਜੁਰਤ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਆਪਣਾ ਹੱਥ ਲੱਤਾਂ ਕਟਵਾ ਕੇ, ਅੱਖਾਂ ਕਢਵਾ ਕੇ ਤੇ ਆਪਣਾ ਜ਼ਮੂਰਾਂ ਨਾਲ ਮਾਸ ਵੀ ਛਲਵਾ ਲੈਂਦੇ ਨੇ, ਪਰ ਇੱਕ ਵੇਰਾਂ ਵੀ ਬਾਬਾ ਬੰਦਾ ਸਿੰਘ ਬਹਾਦਰ ਸੀ ਤੱਕ ਨਹੀਂ ਕਰਦੇ। ਮੁਸਕਰਾਉਂਦਿਆਂ ਹੋਇਆਂ ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ ਕਹਿੰਦਿਆਂ ਹੋਇਆਂ, ਧੰਨ ਸਿੱਖੀ ਕਹਿੰਦਿਆਂ ਹੋਇਆਂ ਇਸ ਸ਼ਹਾਦਤ ਨੂੰ ਹੱਸ ਕੇ ਕਬੂਲਦੇ ਨੇ। ਅੱਜ ਉਸ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀ ਦੇਣ ਨੂੰ ਯਾਦ ਕਰਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਲਹਿਰ ਚਲਾਈ ਗਈ, ਜਿੱਥੇ ਅਨੇਕਾਂ ਪ੍ਰੋਗਰਾਮ ਸਮਾਗਮ ਉਲੀਕੇ ਗਏ। ਉੱਥੇ ਅੱਜ ਦਸਤਾਰ ਮੁਕਾਬਲਾ ਹੋ ਰਿਹਾ ਹੈ, ਕੱਲ ਨੂੰ ਖੂਨਦਾਨ ਕੈਂਪ ਸਮਾਣੇ ਦੀ ਧਰਤੀ ਥੜਾ ਸਾਹਿਬ ਹੈ, ਉਸ ਤੋਂ ਬਾਅਦ 11 ਤਰੀਕ ਨੂੰ ਅੰਮ੍ਰਿਤ ਸੰਚਾਰ ਅਤੇ ਬੜਾ ਵੱਡਾ ਗੁਰਮਤਿ ਸਮਾਗਮ ਹੋ ਰਿਹਾ ਹੈ, ਜਿਸ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀਏ ਹਜ਼ੂਰੀ ਰਾਗੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪਹੁੰਚ ਰਹੇ ਨੇ, ਢਾਡੀ ਜਥੇ ਪਹੁੰਚ ਰਹੇ ਨੇ ਅਤੇ ਵਿਦਵਾਨ ਸੱਜਣ ਆਪ ਸਮੂਹ ਸੰਗਤਾਂ ਨੂੰ ਗੁਰਮਤ ਵਿਚਾਰਾਂ ਰਾਹੀਂ ਨਿਹਾਲ ਕਰਨ ਲਈ ਪਹੁੰਚ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸੁਖਵਿੰਦਰ ਸਿੰਘ ਜੀ ਰਟੌਲ ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਵੀ ਨੇ ਅਤੇ ਇਹਨਾਂ ਦੁਆਰਾ ਲਿਖੀ ਗਈ 35 ਨੂੰ ਕਾਫੀ ਪ੍ਰੇਮ ਮਿਲਿਆ ਸੀ। ਊੜਾ ਉੱਠ ਸਵੇਰੇ ਜਾਗ, ਐੜਾ ਆਲਸ ਨੀਂਦ ਤਿਆਗ। ਉਸ ਤੋਂ ਉਤਸ਼ਾਹਿਤ ਹੋ ਕੇ ਇਹਨਾਂ ਨੇ ਲਗਾਤਾਰ ਵੱਖ-ਵੱਖ ਵਿਸ਼ਿਆਂ ਤੇ ਗੁਰਮੁਖੀ 35 ਤੇ ਕਵਿਤਾਵਾਂ ਲਿਖੀਆਂ ਨੇ। ਅੱਜ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ 35 ਜੋ ਇਹਨਾਂ ਨੇ ਲਿਖੀ ਹੈ ਉਹ ਸੁਣਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਆਪਾਂ ਸਾਰੇ ਹੀ ਬੜੇ ਦੇਣਦਾਰ ਹਾਂ। ਉਹਨਾਂ ਨੇ ਜਦੋਂ ਸਮਾਣਾ ਫਤਿਹ ਕੀਤਾ, ਸਰਹੰਦ ਫਤਿਹ ਕੀਤੀ, ਤੇ ਉਹਨਾਂ ਨੇ ਪਹਿਲੀ ਵਾਰ ਐਲਾਨ ਕੀਤਾ ਸੀ ਵੀ ਜਿਹੜਾ ਬੰਦਾ ਜਿੰਨੀ ਜ਼ਮੀਨ ਵਾਹੁੰਦਾ ਹੈ ਉਹਦਾ ਮਾਲਕ ਹੈ। ਉਸ ਸਮੇਂ ਜ਼ਮੀਨਾਂ ਦੇ ਮਾਲਕ ਕੋਈ ਆਮ ਆਪਾਂ ਲੋਕ ਨਹੀਂ ਸੀ ਹੁੰਦੇ। ਜਿਹੜੇ ਕਿਸਾਨ ਸੀ ਉਹ ਇੱਕ ਤਰ੍ਹਾਂ ਦੇ ਮੁਜ਼ਾਹਰੇ ਸਨ, ਤੇ ਕਿਸਾਨਾਂ ਦੇ ਮੁਜ਼ਾਹਰਿਆਂ ਦੇ ਕੋਲ ਕਿਸੇ ਕੋਲ ਵੀ ਜ਼ਮੀਨ ਨਹੀਂ ਸੀ। ਸਾਰੇ ਜਣੇ ਜ਼ਮੀਨ ਤੇ ਖੇਤੀ ਕਰਦੇ ਸੀ ਤੇ ਉਹਦੇ ਵਿੱਚੋਂ ਹਿੱਸਾ ਜ਼ਮੀਨ ਦੇ ਵਿੱਚੋਂ ਜਿੰਨੀ ਉਪਜ ਹੁੰਦੀ ਸੀ ਅੱਧੀ ਕੁ ਆਪ ਮੁਗਲ ਸਰਕਾਰ ਰੱਖ ਲੈਂਦੀ ਸੀ, ਅੱਧੀ ਕੁ ਕਿਸਾਨਾਂ ਨੂੰ ਬਚ ਜਾਂਦੀ ਸੀ। ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪਹਿਲੀ ਵਾਰ ਜਦੋਂ ਰਾਜ ਆਇਆ ਤਾਂ ਐਲਾਨ ਕੀਤਾ ਵੀ ਜਿਹੜਾ ਬੰਦਾ ਜਿੰਨੀ ਜ਼ਮੀਨ ਵਾਹੁੰਦਾ ਉਹਦਾ ਮਾਲਕ ਹੈ। ਉਦੋਂ ਤੋਂ ਬਾਅਦ ਜ਼ਮੀਨਾਂ ਦੇ ਹੱਕ ਮਿਲੇ। ਆ ਜਿਹੜਾ ਆਪਾਂ 11 ਤਰੀਕ ਨੂੰ ਸਮਾਣਾ ਫਤਿਹ ਦਿਵਸ ਮਨਾ ਰਹੇ ਹਾਂ, ਇਹਦੀ ਸਾਰਥਕਤਾ ਹੋਰ ਵੱਧ ਜਾਂਦੀ ਹੈ, ਕਿਉਂਕਿ ਅੱਜ ਸਾਡੇ ਕਿਸਾਨ ਭਰਾ 1 ਸਾਲ ਤੋਂ ਦਿੱਲੀ ਬੈਠੇ ਹੋਏ ਆ ਤੇ ਸਰਕਾਰਾਂ ਜਿਹੜੀਆਂ ਨੇ ਅੱਜ ਫੇਰ ਜ਼ਮੀਨਾਂ ਆਮ ਲੋਕਾਂ ਤੋਂ ਖੋਹ ਕੇ ਫੇਰ ਅਹਿਲਕਾਰਾਂ ਨੂੰ, ਆਪਦਿਆਂ ਨੂੰ, ਧਨਾਡਾਂ ਨੂੰ ਦੇਣਾ ਚਾਹੁੰਦੇ ਨੇ, ਡਾਨੀਆਂ ਬਾਨੀਆਂ ਨੂੰ। ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਇਹ ਸਮਾਣਾ ਫਤਿਹ ਦਿਵਸ ਜਿਹੜਾ ਹੈ ਬੜਾ ਮਹੱਤਵਪੂਰਨ ਬਣ ਜਾਂਦਾ। ਇੱਕ 35 ਅੱਖਰੀ ਮੈਂ ਆਪ ਜੀ ਨਾਲ ਸਾਂਝੀ ਕਰਨ ਲੱਗਾ। ਤੁਸੀਂ ਅੱਜ ਦਸਤਾਰ ਮੁਕਾਬਲੇ 'ਚ ਆਏ ਜੇ ਸਾਰੇ ਜਾਣੇ। ਆਪਾਂ ਦਸਤਾਰਾਂ ਸਜਾਈਆਂ। ਇਹ ਦਸਤਾਰਾਂ ਪਿੱਛੇ ਬੜੀ ਵੱਡੀ ਕੁਰਬਾਨੀ ਉਹਨਾਂ ਨੇ ਦਿੱਤੀ ਹੈ, ਤਾਂ ਇਹ ਪੱਗਾਂ ਆਪਾਂ ਬੰਨ੍ਹ ਰਹੇ ਹਾਂ। ਆਪਾਂ ਨੂੰ ਤਾਂ ਦਸਤਾਰ ਬੰਨ੍ਹਣ ਤੇ ਇਨਾਮ ਮਿਲਣਾ, ਉਦੋਂ ਪੱਗ ਬੰਨ੍ਹਣ ਤੇ ਸਿਰ ਵੱਢਿਆ ਜਾਂਦਾ ਸੀ। ਤੇ ਤੁਸੀਂ ਹਿਸਾਬ ਲਾ ਲਓ ਵੀ ਉਦੋਂ ਸਾਡੇ ਵੱਡਿਆਂ ਨੇ ਦਸਤਾਰਾਂ ਸਜਾਈਆਂ ਤੇ ਇਹਨਾਂ ਦਸਤਾਰਾਂ ਦੀ ਸ਼ਾਨ ਬਰਕਰਾਰ ਰੱਖੀ। ਬਾਬਾ ਬੰਦਾ ਸਿੰਘ ਬਹਾਦਰ ਦੀ 35। ਊੜਾ ਉਹਦਾ ਜਨਮ ਰਜੌਰੀ ਪਿੰਡ, ਜ਼ਿਲ੍ਹਾ ਪੁੰਛ, ਲਛਮਣ ਦੇਵ ਨਾਮ ਵਾਸੀ ਕਸ਼ਮੀਰ ਦਾ। ਐੜਾ ਐਸਾ ਮਾਹਰ ਸੀ ਸ਼ਸਤਰ ਵਿਦਿਆ ਦਾ, ਖਾਲੀ ਨਹੀਂ ਸੀ ਜਾਂਦਾ ਕੋਈ ਨਿਸ਼ਾਨਾ ਉਹਦੇ ਤੀਰ ਦਾ। ਈੜੀ ਇੱਕ ਦਿਨ ਇੱਕ ਹਿਰਨੀ ਦੋ ਬੱਚੇ ਉਹਦੇ, ਅੱਖਾਂ ਸਾਹਮਣੇ ਮਰੇ ਦਿਲ ਟੁੱਟਾ ਸੂਰਬੀਰ ਦਾ। ਸੱਸਾ ਸਭ ਛੱਡ ਕੇ ਬਰਾਗੀ ਹੋ ਕੇ ਤੁਰ ਪਿਆ, ਧਾਰ ਲਿਆ ਸੂਰਮੇ ਨੇ ਰੂਪ ਸੀ ਫਕੀਰ ਦਾ। ਹਾਹਾ ਹੱਥ ਵਿੱਚੋਂ ਤੇਗ ਤੀਰ ਤੇ ਕਮਾਨ ਸੁੱਟੇ, ਕੱਕਾ ਕਹਿਣ ਲੱਗਾ ਨਾਮ ਮਾਧੋ ਦਾਸ ਮੇਰਾ ਏ। ਖੱਖਾ ਖਾ ਕੇ ਕੰਦਮੂਲ ਗੱਗਾ ਉਹ ਗੁਜ਼ਾਰਾ ਕਰੇ, ਘੱਗਾ ਕੋਰ ਜਪ ਤਪ ਕਰਿਆ ਬਥੇਰਾ ਏ।
ਨੰਗਾ ਹੰਗਤਾ ਨਾ ਮਰੀ ਯੋਗ ਤੇ ਧਿਆਨ ਨਾਲ ਚੱਚਾ ਚੱਲੀ ਜਾਂਦਾ ਉਹਦਾ ਸਦਾ ਤੋਰਾ ਫੇਰਾ ਏ ਛੱਛਾ ਛੱਡ ਦੇਸ਼ ਦਾ ਰਟਨ ਉਹਨੇ ਦੱਖਣ ਚ ਰਚਿਆ ਗੋਦਾਵਰੀ ਦੇ ਕੰਢੇ ਜਾ ਕੇ ਡੇਰਾ ਏ। ਜੱਜਾ ਜਦੋਂ ਬਾਜਾਂ ਵਾਲੇ ਪਹੁੰਚ ਗਏ ਨੰਦੇੜ ਫਿਰ ਚੱਜਾ ਝੱਟ ਬੈਠ ਕੇ ਪਲੰਗ ਉੱਤੇ ਸੱਜ ਕੇ ਨਿਆਂ ਸੁਣੀਏ ਤੇਰੇ ਆ ਪਲੰਗ ਤੇ ਕੋਈ ਬੈਠ ਗਿਆ ਮਾਧੋ ਦਾਸ ਤਾਹੀਂ ਕਿਹਾ ਚੇਲਿਆਂ ਨੇ ਭੱਜ ਕੇ ਟੈਂਕਾ ਟੱਕਰਾਂ ਅਨੇਕਾਂ ਮਾਰੀਆਂ ਬੈਰਾਗੀ ਆ ਕੇ ਪਲੰਗ ਉਲਟਾਉਣ ਦੇ ਲਈ ਜ਼ੋਰ ਲਾਇਆ ਰੱਜ ਕੇ ਠੱਠਾ ਠੰਡ ਉਦੋਂ ਪਈ ਹਿਰਦੇ 'ਚ ਬੈਠਾ ਜਦੋਂ ਗੁਰੂ ਦਿਆਂ ਚਰਨਾਂ 'ਚ ਹਉਮੈ ਨੂੰ ਤੱਜ ਕੇ ਅਣਾਣਾ ਜਾਣੀ ਜਾਣ ਗੁਰਾਂ ਖੰਡੇ ਦੀ ਛਕਾ ਕੇ ਪੌਲ। ਉਸ ਵੇਲੇ ਕੀ ਹੋਇਆ ਜਦੋਂ ਉਹ ਡੱਡਾ ਡਰ ਦੇਣ ਵਾਲਾ ਖੁਦ ਅੱਜ ਡਰ ਗਿਆ ਟੱਡਾ ਟਹਿ ਕੇ ਚਰਨਾਂ ਤੇ ਗੁਰੂ ਨੂੰ ਰਿਝਾ ਲਿਆ ਅਣਾਣਾ ਜਾਣੀ ਜਾਣ ਗੁਰਾਂ ਖੰਡੇ ਦੀ ਛਕਾ ਕੇ ਪੌਲ ਤੱਤਾ ਤਿਆਗੀ ਮਾਧੋ ਤਾਈਂ ਖਾਲਸਾ ਸਜਾ ਲਿਆ ਥੱਥਾ ਥੋੜੇ ਚਿਰ 'ਚ ਹੀ ਦੱਦਾ ਦਇਆ ਸਿੰਘ ਜਿਹੇ ਸਿੰਘਾਂ ਕੋਲੋਂ ਸਿੱਖੀ ਵਾਲਾ ਸਬਕ ਪਕਾ ਲਿਆ ਧੱਦਾ ਧਾਰ ਲਿਆ ਨੰਨਾ ਨਾਸ ਉਹਨੇ ਮੁਗਲਾਂ ਦਾ ਖਾਲਸੇ ਦੇ ਰਾਜ ਵਾਲਾ ਸੁਪਨਾ ਸਜਾ ਲਿਆ। ਪੱਪਾ ਪੰਜ ਤੀਰ ਨਾਲ ਮਿਲਿਆ ਨਗਾਰਾ ਇੱਕ ਪੱਪਾ ਪੰਜ ਤੀਰ ਨਾਲ ਮਿਲਿਆ ਨਗਾਰਾ ਇੱਕ ਸਤਿਗੁਰਾਂ ਕੋਲੋਂ ਇੱਕ ਮਿਲਿਆ ਨਿਸ਼ਾਨ ਸੀ ਫੱਫਾ ਫਿਰ ਦਿੱਤੇ ਗੁਰਾਂ ਸਿੱਖਾਂ ਲਈ ਹੁਕਮਨਾਮੇ ਬੱਬਾ ਬੰਦੇ ਨਾਲ ਤੁਰੋ ਗੁਰੂ ਫਰਮਾਨ ਸੀ ਪੱਬਾ ਭੂਣੇ ਪਿੰਡ ਕੋਲ ਲੁੱਟਿਆ ਖਜ਼ਾਨਾ ਸ਼ਾਹੀ ਮੰਮਾ ਮਾਰ ਲਿਆ ਸੋਣੀ ਪੱਤ ਦਾ ਮੈਦਾਨ ਸੀ ਯਈਆ ਯਾਦ ਤਿੰਨੇ ਸੀ ਜਲਾਦ ਉਹਨੂੰ ਮੁਗਲਾਂ ਦੇ ਕਰਿਆ ਸਮਾਣੇ ਆ ਕੇ ਯੁੱਧ ਕਮਸਾਨ ਸੀ। ਸਮਾਣਾ ਜਿੱਥੇ ਅੱਜ ਆਪਾਂ ਬੈਠੇ ਆ ਗੁਰਦੁਆਰਾ ਥੜਾ ਸਾਹਿਬ ਨੌਵੇਂ ਪਾਤਸ਼ਾਹ ਦਾ ਸਥਾਨ ਹੈ ਤੇ ਇੱਥੇ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਤਿੰਨੇ ਜਲਾਦ ਜਿਹੜੇ ਸੋਧੇ ਸਾਰੇ ਸਮਾਣੇ ਨੂੰ ਫਤਿਹ ਕੀਤਾ। ਮੰਮਾ ਮਾਰ ਲਿਆ ਸੋਣੀ ਪੱਤ ਦਾ ਮੈਦਾਨ ਸੀ ਯਈਆ ਯਾਦ ਤਿੰਨੇ ਸੀ ਜਲਾਦ ਉਹਨੂੰ ਮੁਗਲਾਂ ਦੇ ਕਰਿਆ ਸਮਾਣੇ ਆ ਕੇ ਯੁੱਧ ਕਮਸਾਨ ਸੀ। ਰਾਰਾ ਰੋਲ ਦਿੱਤਾ ਸਰਹੰਦ ਤੇ ਵਜ਼ੀਰ ਖਾਨ ਨੂੰ ਲੱਲਾ ਲਿਆ ਬਦਲਾ ਵੀ ਗੁਰੂ ਕਿਆਂ ਲਾਲਾਂ ਦਾ ਵਾਵਾ ਵੇਖ ਲਿਆ ਲੋਕਾਂ ਪਹਿਲਾ ਰਾਜ ਖਾਲਸੇ ਦਾ ਲੱਥ ਗਿਆ ਜੂਲਾ ਗਲੋਂ ਮੁਗਲਾਂ ਚੰਡਾਲਾਂ ਦਾ ਤੇ ਢਾੜਾ ਗੜ ਮੁਗਲਾਂ ਦੇ ਮਾਣ ਵਾਲਾ ਤੋੜ ਦਿੱਤਾ ਪਹਾੜ ਜਿਹੜਾ ਬਣਿਆ ਸੀ ਸੈਂਕੜਿਆਂ ਸਾਲਾਂ ਦਾ ਬੰਦੇ ਵਾਂਗ ਬੰਦੇ ਬਾਣੇ ਆਪਾਂ ਵੀ ਰਟੌਲ ਜਾਈਏ ਇੱਕੋ ਹੈ ਜਵਾਬ ਸਾਡੇ ਸਾਰਿਆਂ ਸਵਾਲਾਂ ਦਾ ਬੰਦੇ ਵਾਂਗ ਬੰਦੇ ਬਾਣੇ ਆਪਾਂ ਵੀ ਰਟੌਲ ਜਾਈਏ ਇੱਕੋ ਹੈ ਜਵਾਬ ਸਾਡੇ ਸਾਰਿਆਂ ਸਵਾਲਾਂ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਦੇ ਸਦਕਾ ਅੱਜ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ ਸਮਾਣਾ ਫਤਿਹ ਦਿਵਸ ਮਨਾਉਂਦਿਆਂ ਹੋਇਆਂ ਸਮਾਣੇ ਦੀ ਧਰਤੀ ਤੇ ਗੁਰਦੁਆਰਾ ਥੜਾ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਜਿੱਥੇ ਪਾਵਨ ਚਰਨ ਪਏ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਉਪਰਾਲੇ ਦੇ ਸਦਕਾ ਨੌਜਵਾਨ ਬੱਚਿਆਂ ਦੇ ਦਸਤਾਰ ਮੁਕਾਬਲੇ ਬਹੁਤ ਹੀ ਉਤਸ਼ਾਹ ਦੇ ਨਾਲ ਬੜੇ ਚਾਅ ਦੇ ਨਾਲ ਇਹ ਕਰਵਾਏ ਜਾ ਰਹੇ ਹਨ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਜੋ ਕਿਰਪਾ ਦਸਤਾਰ ਕੇਸ ਤੇ ਇਹਨਾਂ ਕੇਸਾਂ ਦੀ ਸੰਭਾਲ ਤੇ ਦਸਤਾਰ ਜੋ ਖਾਲਸੇ ਦੀ ਸ਼ਾਨ ਦਾ ਪ੍ਰਤੀਕ ਹੈ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਬੜੀ ਕਿਰਪਾ ਬੜੀ ਬਖਸ਼ਿਸ਼ ਕੀਤੀ ਹੈ। ਖਾਲਸੇ ਨੂੰ ਇੱਕ ਤਾਜ ਬਖਸ਼ਿਸ਼ ਕੀਤਾ ਹੈ ਦਸਤਾਰ ਦੇ ਰੂਪ ਦੇ ਵਿੱਚ। ਇਸ ਤਾਜ ਨੂੰ ਸਜਾਉਣ ਵਾਲੇ ਗੁਰੂ ਕੇ ਸਿੰਘ ਖਾਲਸਾ ਜੀ ਜਦੋਂ ਇਸ ਤਾਜ ਨੂੰ ਸਜਾਉਂਦੇ ਨੇ ਆਪਣੇ ਸੀਸ ਦੇ ਉੱਪਰ ਤੇ ਦੁਨੀਆ ਦੇ ਵਿੱਚ ਇੱਕ ਵੱਖਰੀ ਪਹਿਚਾਣ ਇੱਕ ਵੱਖਰੀ ਇਹਨਾਂ ਦੀ ਸੂਰਤ ਜਿਹੜੀ ਹੈ ਉਹ ਪੇਸ਼ ਹੁੰਦੀ ਹੈ। ਕਿਉਂਕਿ ਜਦੋਂ ਅਸੀਂ ਕਿਸੇ ਵੀ ਲਿਖਾਰੀ ਨੂੰ ਪੜ੍ਹੀਏ ਇੱਕ ਅੰਗਰੇਜ਼ ਲਿਖਾਰੀ ਇਹ ਗੱਲ ਕਰਦਾ ਹੈ ਵੀ ਸਭ ਤੋਂ ਸੋਹਣਾ ਮਨੁੱਖ ਇਸ ਦੁਨੀਆ ਦੇ ਵਿੱਚ ਕੌਣ ਹੈ
ਉਸ ਨੂੰ ਪੁੱਛਿਆ ਗਿਆ ਤੇ ਉਸ ਨੇ ਇਹ ਜਵਾਬ ਦਿੱਤਾ ਵੀ ਇਸ ਦੁਨੀਆ ਦੇ ਵਿੱਚ ਸਭ ਤੋਂ ਸੋਹਣਾ ਮਨੁੱਖ, ਸਾਬਤ ਸੂਰਤ, ਸੋਹਣਾ ਕੇਸ ਦਾੜਾ ਤੇ ਸੋਹਣੀ ਦਸਤਾਰ ਉਹਨੇ ਆਪਣੇ ਸੀਸ ਦੇ ਉੱਪਰ ਸਜਾਈ ਹੋਵੇ, ਉਹ ਸਭ ਤੋਂ ਖੂਬਸੂਰਤ ਮਨੁੱਖ ਇਸ ਦੁਨੀਆ ਦੇ ਵਿੱਚ ਹੈ। ਇੱਕ ਵਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਇੱਕ ਸਿੱਖ ਨੂੰ ਪ੍ਰਚਾਰ ਕਰਨ ਦੇ ਵਾਸਤੇ ਕਿਤੇ ਦੂਰ ਦੁਰਾਡੇ ਭੇਜਣਾ ਸੀ ਤੇ ਗੁਰੂ ਪਾਤਸ਼ਾਹ ਜੀ ਦੀ ਆਗਿਆ ਲੈ ਕੇ ਉਹ ਸਿੱਖ ਨੇ ਜਦੋਂ ਪ੍ਰਚਾਰ ਕਰਨ ਵਾਸਤੇ ਜਾਣਾ ਸੀ ਤੇ ਸਾਧ ਸੰਗਤ ਜੀ, ਉਸ ਵਕਤ ਉਹ ਸਿੱਖ ਕਹਿਣ ਲੱਗਾ, ਗੁਰੂ ਮਹਾਰਾਜ ਪਾਤਸ਼ਾਹ ਜੀ, ਮੇਰਾ ਚਿੱਤ ਕਰਦਾ ਵੀ ਮੈਂ ਹਮੇਸ਼ਾ ਆਪ ਜੀ ਦੇ ਪਾਸ ਰਵਾਂ, ਤੁਹਾਡੇ ਪਾਸ ਰਹਿ ਕੇ ਸਦਾ ਤੁਹਾਡੇ ਦਰਸ਼ਨ ਦੀਦਾਰੇ ਕਰਦਾ ਰਵਾਂ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗੇ ਵੀ ਭਾਈ ਗੁਰਸਿੱਖਾ, ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਤੇਰੀ ਜ਼ਿੰਮੇਵਾਰੀ ਹੈ ਤੇ ਤੁਸੀਂ ਜਾ ਕੇ ਸੰਗਤ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਨਾ ਹੈ। ਪਰ ਉਹ ਸਿੱਖ ਕਹਿਣ ਲੱਗਾ, ਸਤਿਗੁਰੂ ਮਹਾਰਾਜ, ਮੈਂ ਦੂਰ ਤਾਂ ਜਾ ਕੇ ਸਿੱਖੀ ਦਾ ਪ੍ਰਚਾਰ ਜ਼ਰੂਰ ਕਰਨਾ ਚਾਹੁੰਦਾ, ਪਰ ਕੀ ਕਰਾਂ, ਤੁਹਾਡੇ ਦਰਸ਼ਨ ਦੀਦਾਰਿਆਂ ਤੋਂ ਬਿਨਾਂ, ਤੁਹਾਡਾ ਮੁਖੜਾ ਤੱਕਣ ਤੋਂ ਬਿਨਾਂ ਮੇਰਾ ਰੋਜ਼ਾਨਾ ਜਿਹੜਾ ਦਿਨ ਹੈ ਉਹ ਆਰੰਭ ਨਹੀਂ ਹੁੰਦਾ। ਮੈਂ ਦੂਰ ਚਲਾ ਜਾਵਾਂਗਾ ਪਰ ਸਤਿਗੁਰੂ ਪਾਤਸ਼ਾਹ ਜੀ ਤੁਹਾਡੇ ਦਰਸ਼ਨ ਦੀਦਾਰੇ ਕਿਵੇਂ ਹੋਵਿਆ ਕਰਨਗੇ? ਮੇਰਾ ਤਾਂ ਤੁਹਾਡੇ ਦਰਸ਼ਨਾਂ ਬਿਨਾਂ ਸਾਰਾ ਦਿਨ ਹੀ ਜਿਹੜਾ ਹੈ ਉਹ ਚੰਗਾ ਨਹੀਂ ਗੁਜ਼ਰਦਾ। ਭਾਵ ਜਿਵੇਂ ਬਾਣੀ ਦੇ ਬਚਨ ਹਨ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਉਹ ਸਿੱਖ ਦੀ ਐਸੀ ਭਾਵਨਾ ਸੀ ਤੇ ਸਤਿਗੁਰੂ ਪਾਤਸ਼ਾਹ ਜੀ ਖੁਸ਼ ਹੋ ਕੇ ਉਹ ਸਿੱਖ ਨੂੰ ਕਹਿਣ ਲੱਗੇ, ਗੁਰਸਿੱਖਾ, ਜੇ ਤੂੰ ਸਾਡੇ ਤੋਂ ਦੂਰ ਚੱਲਿਆ ਤਾਂ ਇਹ ਨਾ ਸਮਝੀ ਵੀ ਗੁਰੂ ਤੇਰੇ ਤੋਂ ਦੂਰ ਹੈ। ਤੂੰ ਦੂਰ ਦੁਰਾਡੇ ਜਾਵੇਂਗਾ, ਉਥੇ ਸਿੱਖੀ ਦਾ ਪ੍ਰਚਾਰ ਕਰੇਂਗਾ। ਜਦੋਂ ਅੰਮ੍ਰਿਤ ਵੇਲੇ ਜਾਗੇਂਗਾ, ਇਸ਼ਨਾਨ ਕਰਕੇ, ਕੇਸਾਂ ਨੂੰ ਕੰਘਾ ਕਰਕੇ, ਸੋਹਣੀ ਦਸਤਾਰ ਸਜਾ ਕੇ, ਆਪਣਾ ਸਾਬਤ ਸੂਰਤ ਸਰੂਪ, ਨਿਤਨੇਮ ਦੀਆਂ ਬਾਣੀਆਂ ਪੜ੍ਹਨ ਤੋਂ ਬਾਅਦ ਜਦੋਂ ਸ਼ੀਸ਼ੇ ਦੇ ਸਾਹਮਣੇ ਆ ਕੇ ਦੇਖੇਂਗਾ, ਆਪਣਾ ਹੀ ਚਿਹਰਾ, ਜਿਸ ਸੀਸ ਦੇ ਉੱਪਰ ਸੋਹਣੀ ਦਸਤਾਰ ਸਜਾਈ ਹੋਵੇਗੀ, 5 ਕਕਾਰ ਪਾਏ ਹੋਣਗੇ ਤੇ ਸੋਹਣਾ ਕੇਸ ਦਾੜਾ ਸਲਾਮਤ ਹੋਵੇਗਾ, ਜਦੋਂ ਆਪਣੇ ਇਸ ਚਿਹਰੇ ਨੂੰ, ਸੋਹਣੀ ਦਸਤਾਰ ਨੂੰ, ਸੋਹਣੇ ਕੇਸਾਂ ਨੂੰ ਤੂੰ ਸਾਹਮਣੇ ਜਾ ਕੇ ਦੇਖੇਂਗਾ, ਸ਼ੀਸ਼ੇ ਦੇ ਸਾਹਮਣੇ ਤੱਕੇਂਗਾ ਤੇ ਤੈਨੂੰ ਆਪਣੇ ਹੀ ਚਿਹਰੇ ਵਿੱਚੋਂ, ਆਪਣੀ ਇਸ ਦਸਤਾਰ ਤੇ ਕੇਸਾਂ ਦੇ ਵਿੱਚੋਂ, ਇਹਨਾਂ ਕਕਾਰਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦਾ ਰੂਪ ਨਜ਼ਰ ਆਵੇਗਾ। ਭਾਵ ਕਿ ਗੁਰੂ ਇਹਨਾਂ ਕੇਸਾਂ ਦੇ ਵਿੱਚ ਹੈ, ਇਸ ਦਸਤਾਰ ਦੇ ਵਿੱਚ ਹੈ, ਇਹਨਾਂ ਕਕਾਰਾਂ ਦੇ ਵਿੱਚ ਹੈ। ਉਸ ਸਾਬਤ ਸੂਰਤ ਸਿੱਖ ਦੇ ਅੰਦਰ ਗੁਰੂ ਦਾ ਵਾਸਾ ਹੈ, ਗੁਰੂ ਦਾ ਰੂਪ ਹੈ। ਖਾਲਸਾ ਮੇਰੋ ਰੂਪ ਹੈ ਖਾਸ। ਤੇ ਸਾਧ ਸੰਗਤ, ਇੱਥੇ ਬਸ ਨਹੀਂ, ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਜਿੱਥੇ ਇਸਤਰੀ ਜਾਤੀ ਨੂੰ ਆਪਾਂ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ, ਉਹ ਮਾਣ ਸਤਿਕਾਰ ਨਹੀਂ ਸੀ। ਸਨਾਤਨ ਮਤ ਦੇ ਅੰਦਰ, ਮੁਸਲਮਾਨ ਧਰਮ ਦੇ ਅੰਦਰ ਇਸਤਰੀ ਨੂੰ ਬੁਰਕਾ ਪਾ ਕੇ ਰੱਖਿਆ ਜਾਂਦਾ ਹੈ। ਸਨਾਤਨ ਮਤ ਦੇ ਵਿੱਚ ਇਸਤਰੀ ਨੂੰ ਇੱਕ ਪੈਰਾਂ ਦੀ ਜੁੱਤੀ ਸਮਝਿਆ ਜਾਂਦਾ ਸੀ। ਉਸ ਨੂੰ ਪਾਠ ਪੂਜਾ ਕਰਨ ਦਾ ਹੱਕ ਨਹੀਂ। ਉਸ ਨੂੰ ਘਰ ਦੀ ਚਾਰ ਦੀਵਾਰੀ ਦੇ ਅੰਦਰ ਬੰਦ ਕਰਕੇ ਰੱਖਿਆ ਜਾਂਦਾ ਸੀ। ਆ ਕਰਵਾ ਚੌਥ ਆਦਿਕ ਦੀਆਂ ਰਸਮਾਂ, ਇਸ ਤੋਂ ਇਲਾਵਾ ਰੱਖੜੀ ਦੀਆਂ ਰਸਮਾਂ, ਇਹ ਇਸਤਰੀ ਦੀ ਗੁਲਾਮੀ ਦੀਆਂ ਪ੍ਰਤੀਕ ਸਨ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਇਸ ਗੁਲਾਮੀ ਨੂੰ ਖਤਮ ਕੀਤਾ, ਇਸਤਰੀ ਨੂੰ ਆਜ਼ਾਦੀ ਬਖਸ਼ਿਸ਼ ਕੀਤੀ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ। ਜਦੋਂ ਸਤਿਗੁਰੂ ਜੀ ਨੇ ਸਿੰਘਾਂ ਨੂੰ, ਭਾਵ ਕਿ ਆਦਮੀਆਂ ਨੂੰ, ਇਹ ਸਿੰਘ ਸ਼ਬਦ ਬਖਸ਼ਿਸ਼ ਕੀਤਾ ਤੇ ਸਾਧ ਸੰਗਤ, ਉੱਥੇ ਇਸਤਰੀ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਕੌਰ ਸ਼ਬਦ ਬਖਸ਼ਿਸ਼ ਕੀਤਾ, ਭਾਵ ਰਾਜਕੁਮਾਰੀਆਂ ਬਣਾਇਆ। ਕਿਉਂਕਿ ਇੱਕ ਸਮਾਂ ਐਸਾ ਵੀ ਸੀ ਜਦੋਂ ਇਸਤਰੀ ਨੂੰ ਪੈਰਾਂ ਦੀ ਜੁੱਤੀ ਸਮਝਿਆ ਜਾਂਦਾ ਸੀ ਤੇ ਇਸਤਰੀ ਨੂੰ, ਲੜਕੀ ਨੂੰ ਜੰਮਦਿਆਂ ਸਾਰ ਕੁੱਜੇ ਦੇ ਵਿੱਚ ਪਾ ਕੇ ਦੱਬ ਦਿੱਤਾ ਜਾਂਦਾ ਸੀ। ਇਹ ਵੀ ਰੀਤ ਆਪਣੇ ਭਾਰਤ ਦੇਸ਼ ਦੇ ਵਿੱਚ ਚੱਲੀ ਸੀ। ਤੁਸੀਂ ਇਤਿਹਾਸ ਪੜ੍ਹੋ ਤੇ ਇਤਿਹਾਸ ਦੇ ਵਿੱਚ ਇੱਕ ਘਟਨਾ ਆਉਂਦੀ ਹੈ। ਜੀਂਦ ਰਿਆਸਤ ਦਾ ਰਾਜਾ ਗਜਪਤ ਸਿੰਘ, ਉਹਨੇ ਕੀ ਕੀਤਾ ਕਿ ਆਪਣੀ ਲੜਕੀ ਜਿਹੜੀ ਨਵ ਜੰਮੀ ਹੈ, ਪੈਦਾ ਹੋਈ ਹੈ ਉਹਦੇ ਘਰ ਦੇ ਵਿੱਚ, ਤੇ ਉਸ ਲੜਕੀ ਨੂੰ ਇੱਕ ਕੁੱਜੇ ਦੇ ਵਿੱਚ ਪਾ ਕੇ ਤੇ ਧਰਤੀ ਵਿੱਚ ਦੱਬ ਦਿੱਤਾ। ਉਹਦੇ ਦੱਬਣ ਦਾ ਕਾਰਨ ਵੀ ਵੰਸ਼ ਦਾ ਵਾਧਾ ਸਿਰਫ ਲੜਕਾ ਹੀ ਕਰ ਸਕਦਾ, ਲੜਕਾ ਹੀ ਰਾਜ ਭਾਗ ਸਾਂਭ ਸਕਦਾ, ਤੇ ਉਹ ਚਾਹੁੰਦਾ ਵੀ ਮੇਰੇ ਘਰ ਦੇ ਵਿੱਚ ਲੜਕਾ ਪੈਦਾ ਹੋਵੇ। ਪਰ ਲੜਕੀ ਪੈਦਾ ਹੋਈ ਤੇ ਕੁੱਜੇ ਦੇ ਵਿੱਚ ਪਾ ਕੇ ਉਹਨੇ ਜੰਮਦੀ ਲੜਕੀ ਨੂੰ, ਪੈਦਾ ਹੋਈ ਲੜਕੀ ਨੂੰ ਦੱਬ ਦਿੱਤਾ। ਤੇ ਇਸ ਸੋਚ ਦੇ ਨਾਲ
ਕਿ ਜਿਵੇਂ ਆਮ ਉਦੋਂ ਇਹ ਗੱਲ ਪੜ੍ਹੀ ਜਾਂਦੀ ਸੀ, ਇਹ ਬੋਲ ਪੜ੍ਹੇ ਜਾਂਦੇ ਸਨ, ਹੱਥ ਦੇ ਵਿੱਚ ਇੱਕ ਪੂਣੀ ਪਕੜਾ ਕੇ ਚਰਖੇ ਦੀ, ਮੂੰਹ ਦੇ ਵਿੱਚ ਗੁੜ ਦੀ ਭੇਲੀ ਪਾ ਕੇ ਤੇ ਲੜਕੀ ਨੂੰ ਕੁੱਜੇ ਵਿੱਚ ਪਾ ਕੇ ਦਬਦਿਆਂ ਘਰ ਵਾਲੇ ਇਹ ਗੱਲ ਆਖਿਆ ਕਰਦੇ ਸਨ ਕਿ ਗੁੜ ਖਾਵੀਂ ਚਰਖਾ ਕੱਤੀ, ਆਪ ਨਾ ਆਵੀਂ ਵੀਰੇ ਨੂੰ ਕੱਤੀ। ਇਹ ਬੋਲ ਆਮ ਕਿਹਾ ਜਾਂਦੇ ਸਨ ਕਿ ਲੜਕੀ ਨੂੰ ਮਾੜਾ ਸਮਝਿਆ ਜਾਂਦਾ ਸੀ, ਕਹਿੰਦੇ ਵੰਸ਼ ਦਾ ਵਾਧਾ ਸਿਰਫ ਲੜਕਾ ਕਰ ਸਕਦਾ, ਤੇ ਗੁੜ ਖਾਵੀਂ ਚਰਖਾ ਕੱਤੀ, ਆਪ ਨਾ ਆਵੀਂ ਵੀਰੇ ਨੂੰ ਕੱਤੀ। ਤੇ ਕੁੱਜੇ ਵਿੱਚ ਪਾ ਕੇ ਰਾਜਾ ਗਜਪਤ ਸਿੰਘ ਜੀਂਦ ਰਿਆਸਤ ਦਾ ਰਾਜਾ ਆਪਣੀ ਲੜਕੀ ਨੂੰ ਦਬ ਦਿੰਦਾ ਹੈ ਤੇ ਆਸਾਂ ਰੱਖਦਾ ਕਿ ਅਗਲੀ ਵਾਰ ਪੁੱਤ ਦਾ ਜਨਮ ਹੋਵੇ। ਪਰ ਉਹਨਾਂ ਦਿਨਾਂ ਦੇ ਵਿੱਚ ਬਾਬਾ ਗੁੱਦੜ ਜੀ ਉਸ ਇਲਾਕੇ ਦੇ ਵਿੱਚ ਗਏ ਸਨ। ਦੂਜੇ ਪਾਸੇ ਜਾ ਕੇ ਬਾਬਾ ਗੁੱਦੜ ਜੀ ਨੂੰ ਬੇਨਤੀ ਕਰਦਾ, ਬਾਬਾ ਜੀ ਸਾਡੇ ਗ੍ਰਹਿ ਚਰਨ ਪਾਓ, ਸਾਡੇ ਗ੍ਰਹਿ ਤੋਂ ਪ੍ਰਸ਼ਾਦਾ ਛਕੋ। ਤੇ ਬਾਬਾ ਗੁੱਦੜ ਜੀ ਆਖਣ ਲੱਗੇ, ਤੇਰੇ ਵਰਗੇ ਕਾਤਲ ਦੇ ਘਰੋਂ ਮੈਂ ਪ੍ਰਸ਼ਾਦਾ ਨਹੀਂ ਛਕਣਾ। ਰਾਜਾ ਗਜਪਤ ਸਿੰਘ ਕਹਿਣ ਲੱਗਾ, ਮੈਂ ਕਾਤਲ? ਤਾਂ ਬਾਬਾ ਗੁੱਦੜ ਜੀ ਕਹਿਣ ਲੱਗੇ, ਹਾਂ ਤੂੰ ਕਾਤਲ ਹੈ, ਤੂੰ ਆਪਣੀ ਨਵ ਜੰਮੀ ਧੀ ਨੂੰ ਕੁੱਜੇ ਵਿੱਚ ਪਾ ਕੇ ਦਬ ਕੇ ਆਇਆ, ਉਹਦਾ ਕਤਲ ਕੀਤਾ ਹੈ ਜੰਮਦਿਆਂ ਸਾਰ, ਤੇ ਤੇਰੇ ਵਰਗੇ ਕਾਤਲ ਦੇ ਘਰੋਂ ਅਸੀਂ ਪ੍ਰਸ਼ਾਦਾ ਨਹੀਂ ਛਕਣਾ। ਜਾ ਪਹਿਲਾਂ ਉਸ ਲੜਕੀ ਨੂੰ, ਆਪਣੀ ਬੇਟੀ ਨੂੰ ਕੁੱਜੇ ਵਿੱਚੋਂ ਕੱਢ। ਤੇ ਸਾਧ ਸੰਗਤ ਰਾਜਾ ਗਜਪਤ ਸਿੰਘ ਗਿਆ, ਕੁੱਜੇ ਵਿੱਚ ਪਾ ਕੇ ਦੱਬੀ ਉਸ ਲੜਕੀ ਬੇਟੀ ਨੂੰ ਧਰਤੀ ਵਿੱਚੋਂ ਕੱਢਿਆ। ਤੇ ਸਾਧ ਸੰਗਤ ਜੀ ਕੀ ਹੋਇਆ ਕਿ ਉਸ ਬੱਚੀ ਦਾ ਇਲਾਜ ਕਰਵਾਇਆ, ਵੈਦ ਹਕੀਮ ਬੁਲਾਏ ਗਏ ਤੇ ਉਸ ਲੜਕੀ ਦੇ ਸਵਾਸ ਜਿਹੜੇ ਸਨ ਪ੍ਰਮਾਤਮਾ ਦੀ ਕਿਰਪਾ ਕੀ ਦੁਆਰਾ ਚੱਲ ਪਏ। ਉਹ ਰਾਜੀ ਖੁਸ਼ੀ ਸੀ, ਬਿਲਕੁਲ ਅਰੋਗ ਹੋ ਗਈ, ਨਿਰੋਗ ਹੋ ਗਈ। ਤੇ ਉਸੇ ਲੜਕੀ ਦਾ ਆਨੰਦ ਕਾਰਜ ਗੁਰੂ ਪਿਆਰਿਓ ਸਰਦਾਰ ਮਹਾਂ ਸਿੰਘ ਜੀ ਦੇ ਨਾਲ ਹੋਇਆ। ਤੇ ਉਸ ਭਾਈ ਮਹਾਂ ਸਿੰਘ ਦੇ ਘਰ ਦੇ ਵਿੱਚ, ਭਾਵ ਉਸ ਲੜਕੀ ਦੀ ਕੁੱਖ ਤੋਂ, ਬੀਬੀ ਰਾਜ ਕੌਰ ਮਾਤਾ ਰਾਜ ਕੌਰ ਦੀ ਕੁੱਖ ਤੋਂ, ਜਿਹਨੂੰ ਕਦੀ ਉਸ ਦੇ ਪਿਤਾ ਨੇ ਕੁੱਜੇ ਵਿੱਚ ਪਾ ਕੇ ਦਬ ਦਿੱਤਾ ਸੀ, ਮਾਰਨ ਦੀ ਕੋਸ਼ਿਸ਼ ਕੀਤੀ ਸੀ, ਤੇ ਉਹਦੇ ਕੁੱਖ ਦੇ ਵਿੱਚੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਸੀ। ਵੇਖੋ ਇਹ ਸਾਡਾ ਇਤਿਹਾਸ ਹੈ। ਇਸਤਰੀ ਨੂੰ ਮਾਣ ਬਖਸ਼ਿਸ਼ ਕੀਤਾ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ। ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ, ਇਹ ਬਚਨ ਗੁਰੂ ਨਾਨਕ ਪਾਤਸ਼ਾਹ ਜੀ ਨੇ। ਕਿਉਂਕਿ ਜਦੋਂ ਸਤਿਗੁਰੂ ਜੀ ਉਦਾਸੀਆਂ ਤੇ ਗਏ ਤੇ ਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਉਦਾਸੀਆਂ ਦੇ ਇਤਿਹਾਸ ਨੂੰ ਆਪਾਂ ਪੜ੍ਹੀਏ ਤੇ ਉੱਥੇ ਵੀ ਜ਼ਿਕਰ ਆਉਂਦਾ ਹੈ, ਜੇਕਰ ਈਸਾਈ ਪੋਪ ਦੇ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਚਰਚਾ ਹੋਈ ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਉੱਥੇ ਇਸਤਰੀ ਦੀ ਗੁਲਾਮੀ ਦੇ ਬਾਰੇ ਵਿਚਾਰਾਂ ਕੀਤੀਆਂ ਕਿ ਇਸਤਰੀ ਨੂੰ ਗੁਲਾਮ ਬਣਾ ਕੇ ਰੱਖਣਾ ਠੀਕ ਨਹੀਂ ਹੈ। ਕਿਉਂਕਿ ਸਾਰੇ ਧਰਮਾਂ ਵਿੱਚ ਇਹ ਗੱਲ ਸੀ, ਭਾਵੇਂ ਕਿ ਆ ਬਾਹਰ ਮੁਲਕਾਂ ਵਿਦੇਸ਼ਾਂ ਦੇ ਵਿੱਚ ਇਹ ਗੱਲ ਹੈ ਕਿ ਇਸਤਰੀ ਨੂੰ ਸਭ ਤੋਂ ਵਧੇਰੇ ਅਧਿਕਾਰ ਦਿੱਤੇ ਨੇ। ਪਰ ਇਹ ਕਦੋਂ ਦੀਆਂ ਬਾਤਾਂ, ਸਿਰਫ ਇਹ 1940 ਜਾਂ 50 ਤੋਂ ਇਸਤਰੀ ਨੂੰ ਉਹ ਵੱਧ ਅਧਿਕਾਰ ਮਿਲੇ ਨੇ। ਪਹਿਲਾਂ ਉੱਥੇ ਵੀ ਗੁਲਾਮੀ ਸਮਝਿਆ ਜਾਂਦਾ ਸੀ। ਸੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਹ ਕਿਰਪਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਇੱਕ ਵਾਰ ਇਹ ਬਖਸ਼ਿਸ਼ਾਂ ਕੀਤੀਆਂ। ਇੱਕ ਧੀ ਬੀਬੀ ਦੀਪ ਕੌਰ, ਜਿਹੜੀ ਕਿ ਅੰਮ੍ਰਿਤ ਛਕ ਕੇ ਤੇ ਸਿੱਖਣੀ ਸੱਜ ਗਈ ਸੀ, ਉਹਨੇ 4 ਪਠਾਣਾਂ ਨੂੰ, ਜਿਹੜੇ 4 ਪਠਾਨ ਉਸ ਧੀ ਨੂੰ ਸਾਧ ਸੰਗਤ ਜ਼ਬਰਦਸਤੀ ਚੁੱਕਣ ਵਾਸਤੇ, ਉਹਦੀ ਇੱਜ਼ਤ ਨੂੰ ਹੱਥ ਪਾਉਣ ਵਾਸਤੇ ਆਏ ਸਨ, ਉਸ ਧੀ ਨੇ ਇੰਨੀ ਬਹਾਦਰੀ ਵਿਖਾਈ, ਆਪਣੀ ਤੇਗ ਦੇ ਜ਼ੋਰ ਵਿਖਾਏ ਕਿ 4 ਪਠਾਣਾਂ ਨੂੰ ਉੱਥੇ ਥਾਂ ਚਿੱਤ ਕਰ ਦਿੱਤਾ, ਖਤਮ ਕਰ ਦਿੱਤਾ। ਉਸ ਦੀ ਬਹਾਦਰੀ ਦੀ ਸ਼ੋਭਾ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਸਿੱਖਾਂ ਨੇ ਕੀਤੀ ਕਿ ਸਤਿਗੁਰੂ ਜੀ ਬੀਬੀ ਦੀਪ ਕੌਰ ਨੇ ਇੰਨੀ ਬਹਾਦਰੀ ਵਿਖਾਈ ਹੈ, ਇਹਨੇ ਆਪਣੀ ਤਲਵਾਰ ਦੇ ਨਾਲ 4 ਮੁਗਲ ਪਠਾਣਾਂ ਨੂੰ ਉੱਥੇ ਥਾਂ ਹੀ ਮਾਰ ਦਿੱਤਾ, ਖਤਮ ਕਰ ਦਿੱਤਾ, ਜਿਹੜੇ ਇਹਦੀ ਇੱਜ਼ਤ ਦੇ ਵੱਲ ਵਧੇ ਸਨ। ਵੇਖੋ ਸਤਿਗੁਰੂ ਜੀ ਨੇ ਕੈਸੀ ਕਿਰਪਾ ਕੀਤੀ, ਬੇਟੀਆਂ ਨੂੰ, ਧੀਆਂ ਨੂੰ ਬਰਾਬਰਤਾ ਬਖਸ਼ਿਸ਼ ਕੀਤੀ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਉਹਦੀ ਤਾਕਤ ਦੀ, ਉਹਦੀ ਹਿੰਮਤ ਦੀ ਚਰਚਾ ਸੁਣ ਕੇ ਉਸ ਬੇਟੀ ਨੂੰ ਆਪਣੇ ਗਲ ਨਾਲ ਲਾਉਂਦੇ ਨੇ ਤੇ ਉਸ ਨੂੰ ਧੀ ਕਹਿ ਕੇ ਸੰਬੋਧਨ ਕਰਦੇ ਨੇ ਕਿ ਇਹ ਸਾਡੀ ਬੇਟੀ ਦੀਪ ਕੌਰ ਹੈ। ਭਾਵ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਐਸੀ ਦਇਆ ਕੀਤੀ, ਐਸਾ ਸਾਧ ਸੰਗਤ ਮਾਣ ਬਖਸ਼ਿਸ਼ ਕੀਤਾ ਬੇਟੀਆਂ ਨੂੰ, ਧੀਆਂ ਨੂੰ। ਇਹ ਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ। ਤੇ ਇਸ ਬਖਸ਼ਿਸ਼ ਨੂੰ ਅੱਜ ਦੇਖੋ ਕਿੰਨਾ ਸੋਹਣਾ ਦੁਮਾਲਾ ਸਜਾ ਕੇ ਇਹਨਾਂ ਧੀਆਂ ਨੇ ਸਾਰੀ ਦੁਨੀਆ ਦੇ ਸਾਹਮਣੇ ਇਹ ਪੇਸ਼ ਕੀਤਾ ਹੈ। ਸੋਹਣੀਆਂ ਦਸਤਾਰਾਂ ਸਜਾ ਕੇ ਇਹਨਾਂ ਪੁੱਤਰਾਂ ਨੇ ਸਤਿਗੁਰੂ ਮਹਾਰਾਜ ਜੀ ਦੀਆਂ ਇਹਨਾਂ ਬਖਸ਼ਿਸ਼ਾਂ ਨੂੰ ਦੁਨੀਆ ਦੇ ਵਿੱਚ ਵਿਖਾਇਆ। ਅੱਜ ਸਾਨੂੰ ਮਾਣ ਹੋਣਾ ਚਾਹੀਦਾ ਸਾਡੇ ਬੱਚਿਆਂ ਤੇ, ਜਿਹੜੇ ਸਿੱਖੀ ਨੂੰ ਸਾਂਭ ਰਹੇ ਹਨ, ਜਿਹੜੇ ਸੋਹਣੇ ਦਮਾਲੇ, ਸੋਹਣੀਆਂ ਦਸਤਾਰਾਂ ਸਜਾਉਂਦੇ ਨੇ। ਗੁਰੂ ਕੀ ਬਖਸ਼ੀ ਖੰਡੇ ਬਾਟੀ ਦੀ ਪੋਹਲ ਛਕ ਕੇ, ਖੰਡੇ ਬਾਟੇ ਦੀ ਪੋਹਲ ਛਕ ਕੇ
ਤੇ ਸਿੰਘ ਸੱਜ ਕੇ ਗੁਰੂ ਦੇ ਧੀਆਂ ਪੁੱਤਰ ਬਣ ਰਹੇ ਨੇ। ਇਹ ਬੜਾ ਵੱਡਾ ਸੁਨੇਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੱਲੋਂ ਇਹ ਸਾਰੀ ਦੁਨੀਆ ਦੇ ਅੰਦਰ ਕਿ ਕਲਗੀਧਰ ਦੇ ਪੁੱਤਰ ਧੀਓ ਅੰਮ੍ਰਿਤ ਧਾਰੀ ਹੋ ਕੇ ਜੀਓ। ਤੇ ਸਤਿਗੁਰੂ ਮਹਾਰਾਜ ਕਿਰਪਾ ਕਰਨ ਕਿ ਸਾਡੇ ਧੀਆਂ ਪੁੱਤਰ ਇਸ ਤਰ੍ਹਾਂ ਸੋਹਣੇ ਦੁਮਾਲੇ ਸੋਹਣੀਆਂ ਦਸਤਾਰਾਂ ਸਜਾਉਣ, ਗੁਰੂ ਕੇ ਧੀਆਂ ਪੁੱਤਰ ਬਣ ਜਾਣ। ਤੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਮਾਨਯੋਗ ਸਤਿਕਾਰਯੋਗ ਪ੍ਰਧਾਨ ਸਾਹਿਬ ਬੀਬੀ ਜਗੀਰ ਕੌਰ, ਜਥੇਦਾਰ ਸ਼੍ਰੀ ਗਿਆਨੀ ਹਰਪ੍ਰੀਤ ਸਿੰਘ ਜੀ, ਸ਼੍ਰੀ ਅਕਾਲ ਤਖਤ ਸਾਹਿਬ, ਤਿੰਨਾਂ ਸਭਨਾਂ ਦੇ ਵੱਲੋਂ ਇਹ ਬੜਾ ਵੱਡਾ ਉਪਰਾਲਾ ਅੱਜ ਸਮਾਣੇ ਦੀ ਧਰਤੀ ਤੇ ਕੀਤਾ ਗਿਆ। ਸਮਾਣੇ ਦੀ ਉਹ ਧਰਤੀ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦੇ ਹੱਕ ਦਿਵਾਏ, ਮਲਕੀਅਤ ਦਿਵਾਈ। ਉਹ ਸਮਾਣੇ ਦੀ ਧਰਤੀ ਜਿੱਥੇ ਜਲਾਦਾਂ ਦਾ ਅੰਤ ਕਰਕੇ ਸਮਾਣੇ ਨੂੰ ਜਿੱਤਿਆ ਤੇ ਖਾਲਸਾ ਰਾਜ ਕਾਇਮ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ। ਅੱਜ ਸਾਨੂੰ ਮਾਣ ਹੋਣਾ ਚਾਹੀਦਾ ਹੈ ਐਸੇ ਯੋਧਿਆਂ, ਐਸੇ ਜਰਨੈਲਾਂ ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ। ਸਾਡੀ ਪੰਥਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਇਸ ਇਤਿਹਾਸ ਨੂੰ ਸਾਂਭ ਕੇ ਤੇ ਦੁਨੀਆ ਦੇ ਵਿੱਚ ਪੇਸ਼ ਕੀਤਾ ਹੈ, ਉਸ ਇਤਿਹਾਸ ਬਾਰੇ ਦੱਸਿਆ। ਅੱਜ ਕਿਸਾਨ ਵੀਰ ਕਿਸਾਨ ਅੰਦੋਲਨ ਦੇ ਵਿੱਚ ਬੈਠੇ ਹੋਏ ਨੇ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਆਪਾਂ ਸ਼ੁਕਰਾਨਾ ਕਰੀਏ, ਕਿਉਂਕਿ ਜਿਹੜੀਆਂ ਜ਼ਮੀਨਾਂ ਦੀ ਖਾਤਰ ਅਸੀਂ ਲੜ ਰਹੇ ਹਾਂ ਉਹਨਾਂ ਜ਼ਮੀਨਾਂ ਦੇ ਮਾਲਕ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਣਾਇਆ ਸੀ। ਐਸੇ ਯੋਧੇ, ਐਸੇ ਜਰਨੈਲ ਨੂੰ ਯਾਦ ਕਰਦੇ ਹਾਂ। ਸਮਾਣੇ ਦੀ ਧਰਤੀ ਤੇ ਸਮੁੱਚੇ ਸਮਾਗਮ ਚੱਲ ਰਹੇ ਹਨ। ਆਪ ਸਾਰੀਆਂ ਸੰਗਤਾਂ ਵੱਡਿਆਂ ਭਾਗਾਂ ਵਾਲੇ ਹੋ। ਬੜੇ ਸੋਹਣੇ ਦੁਮਾਲੇ ਆ ਧੀਆਂ ਨੇ, ਇਹਨਾਂ ਬੇਟੀਆਂ ਨੇ ਸਜਾਏ ਨੇ। ਬੜੀਆਂ ਸੋਹਣੀਆਂ ਦਸਤਾਰਾਂ ਬੇਟਿਆਂ ਨੇ, ਬੱਚਿਆਂ ਨੇ ਸਜਾਈਆਂ ਹਨ। ਤੇ ਆਪਾਂ ਇਸ ਮੁਕਾਬਲੇ ਦੇ ਵਿੱਚ ਹੁਣ ਫਾਈਨਲਿਸਟ ਚੁਣਨੇ ਹਨ ਕਿ ਕਿਹੜੇ ਬੱਚੇ ਸੋਹਣੀਆਂ ਦਸਤਾਰਾਂ ਦੁਮਾਲੇ ਸਜਾ ਕੇ ਇਸ ਮੁਕਾਬਲੇ ਦੇ ਵਿੱਚ ਜੇਤੂ ਹਨ। ਵੈਸੇ ਸਾਰਿਆਂ ਦੇ ਸਿਰ ਤੇ ਜੋ ਦਮਾਲਾ ਜਾਂ ਦਸਤਾਰ ਸਤਿਗੁਰੂ ਮਹਾਰਾਜ ਜੀ ਦੀ ਇਹ ਬਖਸ਼ਿਸ਼ ਹੈ ਨਾ ਗੁਰੂ ਪਿਆਰਿਓ, ਇਹ ਸਮਝੀਏ ਕਿ ਗੁਰੂ ਮਹਾਰਾਜ ਪਾਤਸ਼ਾਹ ਜੀ ਦਾ ਹੱਥ ਸਾਡੇ ਸੀਸ ਦੇ ਉੱਪਰ। ਇਹ ਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਕਿਰਪਾ ਬਖਸ਼ਿਸ਼ ਦਾ ਹੱਥ ਹੈ ਸਾਡੇ ਸਿਰ ਦੇ ਉੱਪਰ। ਇਹ ਨਹੀਂ ਸੋਚਣਾ ਵੀ ਸਾਡੀ ਦਸਤਾਰ ਸੋਹਣੀ ਨਹੀਂ ਜਾਂ ਦੂਜੇ ਦੀ ਸੋਹਣੀ ਹੈ। ਦਸਤਾਰ ਸਜਾਉਣਾ ਹੀ ਸਮਝ ਲੈਣਾ ਕਿ ਕਲਗੀਧਰ ਪਾਤਸ਼ਾਹ ਜੀ ਦਾ ਹੱਥ ਸਾਡੇ ਸੀਸ ਦੇ ਉੱਪਰ ਆ ਗਿਆ। ਅੱਜ ਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਇਸ ਕਿਰਪਾ ਨੂੰ, ਆਨੰਦ ਨੂੰ ਅਸੀਂ ਸਾਰੇ ਮਾਣ ਰਹੇ ਹਾਂ। ਤੇ ਸਮਾਣੇ ਦੀ ਧਰਤੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਹ ਸਮੁੱਚੇ ਅੱਜ ਸਮਾਗਮ ਉਲੀਕੇ ਹਨ। ਤੇ ਇਹਨਾਂ ਸਮਾਗਮਾਂ ਦੇ ਵਿੱਚ ਸਮੁੱਚੇ ਪ੍ਰਚਾਰਕ ਵੀਰ, ਮੈਨੇਜਰ ਸਹਿਬਾਨ ਗੁਰਦੁਆਰਾ ਦੁਖਨਿਵਾਰਨ ਸਾਹਿਬ, ਮੈਂਬਰ ਸਹਿਬਾਨ ਸਰਦਾਰ ਸਤਵਿੰਦਰ ਸਿੰਘ ਜੀ ਟੋੜਾ, ਅੰਤਰਿੰਗ ਕਮੇਟੀ ਮੈਂਬਰ ਸਰਦਾਰ ਕੁਲਦੀਪ ਸਿੰਘ ਜੀ ਨਸੂਪੁਰ, ਸਰਦਾਰ ਨਿਰਮਲ ਸਿੰਘ ਜੀ ਹਰਿਆਊ, ਇਹ ਸਭਨਾਂ ਵੱਲੋਂ ਉਪਰਾਲਾ ਕਰਕੇ ਤੇ ਇਹ ਸਮੁੱਚੇ ਸਮਾਗਮ ਉਲੀਕੇ ਹਨ। ਆਓ ਇਹਨਾਂ ਸਮਾਗਮਾਂ ਦਾ ਆਨੰਦ ਮਾਣੀਏ। ਇਸੇ ਤਰ੍ਹਾਂ ਕਈ ਦਿਨਾਂ ਤੋਂ ਇਹਨਾਂ ਸਮਾਗਮਾਂ ਦੀ ਲੜੀ ਚੱਲ ਰਹੀ ਹੈ, ਜਿੱਥੇ ਪਰਸੋਂ ਦੇ ਰੋਜ਼ 7 ਤਰੀਕ ਨੂੰ ਬੜੇ ਮਹਾਨ ਨਗਰ ਕੀਰਤਨ ਫਤਿਹ ਮਾਰਚ ਕੱਢੇ ਗਏ। ਉੱਥੇ ਅੱਜ ਦਸਤਾਰ ਮੁਕਾਬਲੇ ਹਨ ਤੇ ਕੱਲ ਨੂੰ 10 ਤਰੀਕ ਨੂੰ ਗੁਰਦੁਆਰਾ ਥੜਾ ਸਾਹਿਬ ਸਮਾਣਾ ਵਿਖੇ ਖੂਨਦਾਨ ਕੈਂਪ ਲੱਗਣੇ ਹਨ। ਤੇ 11 ਤਰੀਕ ਨੂੰ ਜਿਸ ਦਿਨ ਸਮਾਣਾ ਫਤਿਹ ਕੀਤਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ, ਉਸ ਦਿਨ ਬੜੇ ਮਹਾਨ ਗੁਰਮਤਿ ਸਮਾਗਮ ਅਤੇ ਬੜਾ ਵੱਡਾ ਮਹਾਨ ਅੰਮ੍ਰਿਤ ਸੰਚਾਰ ਸਮਾਗਮ ਵੀ ਗੁਰਦੁਆਰਾ ਥੜਾ ਸਾਹਿਬ ਵਿਖੇ ਹੋਣਾ ਹੈ। ਸਾਰੀਆਂ ਸੰਗਤਾਂ ਆਓ ਵੱਧ ਚੜ ਕੇ ਹਿੱਸੇ ਲਈਏ, ਭਾਗ ਲਈਏ ਇਹਨਾਂ ਸਮਾਗਮਾਂ ਵਿੱਚ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਆਪਣੇ ਇਤਿਹਾਸ ਤੋਂ ਜਾਣੂ ਹੋ ਕੇ ਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਰਹਿਮਤ ਨੂੰ ਆਪਾਂ ਪ੍ਰਾਪਤ ਕਰਨਾ ਹੈ। ਜੋ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਆਪਾਂ ਇਤਿਹਾਸ ਸਭਨਾਂ ਨਹੀਂ ਪੜ੍ਹਿਆ ਕਿ ਜਿਵੇਂ ਪੀਰ ਬੁੱਧੂ ਸ਼ਾਹ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਗੁਰੂ ਪਿਆਰਿਓ ਕੇਸ ਅਤੇ ਉਹ ਕੰਘਾ, ਜਿਸ ਕੰਘੇ ਦੇ ਨਾਲ ਗੁਰੂ ਪਾਤਸ਼ਾਹ ਜੀ ਦੇ ਕੇਸਾਂ ਦੇ ਥੋੜੇ ਅੜੇ ਝੜੇ ਕੇਸ ਸਨ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਪੀਰ ਬੁੱਧੂ ਸ਼ਾਹ ਨੂੰ ਬਖਸ਼ਿਸ਼ ਕੀਤੇ ਸਨ। ਅੱਜ ਉਹਨਾਂ ਕੇਸਾਂ ਦੀ ਸੰਭਾਲ, ਅੱਜ ਉਹਨਾਂ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀਆਂ ਬਖਸ਼ੀਆਂ ਹੋਈਆਂ ਨਿਸ਼ਾਨੀਆਂ ਦੀ ਸੰਭਾਲ ਜਿਹੜੇ ਸਿੱਖ, ਜਿਹੜੇ ਬੱਚੇ ਕਰ ਰਹੇ ਹਨ ਤੇ ਉਹ ਸਮਝ ਲਈਏ ਕਿ ਗੁਰੂ ਦੀਆਂ ਖੁਸ਼ੀਆਂ ਹਾਸਲ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾ ਰਹੇ ਹਨ। ਇਸ ਦਮਾਲੇ ਅਤੇ ਦਸਤਾਰ ਮੁਕਾਬਲੇ ਦੇ ਵਿੱਚ ਗੁਰਦੁਆਰਾ ਥੜਾ ਸਾਹਿਬ ਵਿਖੇ ਬੜੇ ਬੱਚਿਆਂ ਨੇ ਅੱਜ ਹਾਜ਼ਰੀਆਂ ਲਵਾਈਆਂ। ਆਪ ਸਾਰੇ ਇਸ ਸਮਾਗਮ ਦਾ ਆਨੰਦ ਮਾਣ ਰਹੇ ਹੋ ਲਾਈਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੇਜ ਦੇ ਉੱਪਰੋਂ। ਤੇ ਸਤਿਗੁਰੂ ਪਾਤਸ਼ਾਹ ਜੀ ਦੀ ਇਹ ਦਇਆ ਹੈ, ਬਖਸ਼ਿਸ਼ ਹੈ ਕਿ ਇਹ ਸਮੁੱਚੇ ਸਮਾਗਮ ਜੋ ਲਿਖੇ ਗਏ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਉਪਰਾਲੇ ਦੇ ਵੱਲੋਂ
ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਇਸੇ ਤਰ੍ਹਾਂ ਸਿੱਖ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਦੇ ਰਹਿਣ, ਸਮੁੱਚੀ ਸੰਸਥਾ ਸਮੁੱਚੇ ਪ੍ਰਬੰਧਕਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਦੇ ਰਹਿਣ। ਇਸੇ ਤਰ੍ਹਾਂ ਗੁਰਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਅਸੀਂ ਦੁਨੀਆ ਦੇ ਵਿੱਚ ਕਰਦੇ ਰਹੀਏ। ਜੋ ਲਹਿਰ ਘਰ ਘਰ ਅੰਦਰ ਧਰਮਸ਼ਾਲ ਆਰੰਭ ਕੀਤੀ ਹੋਈ ਹੈ, ਮਾਨਯੋਗ ਪ੍ਰਧਾਨ ਬੀਬੀ ਜਗੀਰ ਕੌਰ ਜੀ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਇਹਨਾਂ ਸਭਨਾਂ ਦੇ ਵੱਲੋਂ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥਕ ਜਥੇਬੰਦੀ ਦੇ ਵੱਲੋਂ, ਸੋ ਇਸ ਘਰ ਘਰ ਅੰਦਰ ਧਰਮਸ਼ਾਲ ਲਹਿਰ ਦੇ ਅਧੀਨ ਪਿੰਡਾਂ ਪਿੰਡਾਂ ਦੇ ਵਿੱਚ ਸਮਾਗਮ, ਗੁਰਮਤਿ ਸਮਾਗਮ ਹੋ ਰਹੇ ਹਨ। ਇਸੇ ਲਹਿਰ ਦਾ ਨਤੀਜਾ ਕਿ ਇਹ ਦਸਤਾਰ ਮੁਕਾਬਲੇ ਅੱਜ ਸਮਾਣੇ ਦੀ ਧਰਤੀ ਤੇ ਹੋ ਰਹੇ ਹਨ। ਮਾਲਵਾ ਪ੍ਰਚਾਰ ਵਹੀਰ, ਜਿਨ੍ਹਾਂ ਪ੍ਰਚਾਰਕ ਸਿੰਘਾਂ ਦੇ ਵੱਲੋਂ, ਢਾਡੀ ਸਿੰਘਾਂ, ਕਵਿਸ਼ਰੀ ਜਥਿਆਂ ਦੇ ਵੱਲੋਂ ਇਹ ਸੇਵਾਵਾਂ ਨਿਭਾਈਆਂ ਗਈਆਂ ਹਨ ਤੇ ਸਾਧ ਸੰਗਤ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਗੁਰਮਤਿ ਦੇ ਪ੍ਰਚਾਰ ਨੂੰ, ਸਿੱਖੀ ਦੇ ਪ੍ਰਚਾਰ ਨੂੰ ਘਰ ਘਰ ਪਹੁੰਚਾਇਆ ਗਿਆ ਹੈ। ਸਤਿਗੁਰੂ ਪਾਤਸ਼ਾਹ ਜੀ ਇਸੇ ਤਰ੍ਹਾਂ ਗੁਰਮਤਿ ਦਾ ਪ੍ਰਚਾਰ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਕਰਨ ਦਾ ਬੁੱਧ ਅਤੇ ਬਲ ਬਖਸ਼ੇ। ਉਸ ਤੋਂ ਬਾਅਦ ਆਪਣੇ ਇਤਿਹਾਸ ਤੋਂ ਜਾਣੂ ਹੋਈਏ। ਅੱਜ ਜੋ ਇਹ ਸਮੁੱਚੇ ਸਮਾਗਮ ਚੱਲ ਰਹੇ ਹਨ, ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਇਹ ਕਿਰਪਾ ਹੈ। ਅਸੀਂ ਇਤਿਹਾਸ ਪੜ੍ਹਦਿਆਂ ਹੋਇਆਂ ਇਹ ਅਕਸਰ ਜ਼ਿਕਰ ਕਰਦੇ ਹਾਂ ਕਿ ਸਿੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਲੜ ਲੱਗਾ ਹੋਵੇ, ਸਿੱਖ ਨੂੰ ਮਾਣ ਹੋਵੇ, ਸਿੱਖ ਮਾਣ ਕਰਦਾ ਹੋਵੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਜੈਸੇ ਗੁਰੂ ਦੇ ਉੱਪਰ, ਸਿੱਖ ਨੂੰ ਮਾਣ ਹੋਵੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਇਹਨਾਂ ਕੇਸਾਂ ਦੇ ਉੱਪਰ, ਕਕਾਰਾਂ ਦੇ ਉੱਪਰ, ਸਿੱਖ ਨੂੰ ਮਾਣ ਹੋਵੇ ਸਤਿਗੁਰੂ ਜੀ ਵੱਲੋਂ ਬਖਸ਼ਿਸ਼ ਕੀਤੀ ਇਸ ਦਸਤਾਰ ਦੇ ਉੱਪਰ, ਕਿਉਂਕਿ ਇਹਦੇ ਸਦਕਾ ਸਿੱਖ ਦੀ ਇੱਕ ਵੱਖਰੀ ਪਹਿਚਾਣ ਹੈ ਦੁਨੀਆ ਦੇ ਅੰਦਰ। ਸਿੱਖ ਨੇ ਇੱਕ ਵੱਖਰੀ ਪਹਿਚਾਣ ਬਣਾਈ ਹੈ। ਅਸੀਂ ਜਦੋਂ ਵਰਲਡ ਵਾਰ ਦੇ ਵਿੱਚ ਇਹ ਘਟਨਾ ਪੜ੍ਹਦੇ ਹਾਂ ਕਿ ਸਤਿਗੁਰੂ ਪਾਤਸ਼ਾਹ ਜੀ ਦੀ ਦੇਖੋ ਇਹ ਕਿਰਪਾ ਹੈ, ਇਹ ਦਸਤਾਰ, ਕਿ ਜਦੋਂ ਵਰਲਡ ਵਾਰ ਦੇ ਵਿੱਚ ਸਿੱਖ ਫੌਜੀਆਂ ਨੇ ਹਿੱਸਾ ਲਿਆ ਤੇ ਬਰਤਾਨੀਆ ਦੀ ਫੌਜ ਨੇ ਭਾਰਤ ਦੇ ਵਿੱਚੋਂ ਜਦੋਂ ਸਿੱਖ ਫੌਜੀਆਂ ਨੂੰ ਬੁਲਾਇਆ ਸੀ ਤੇ ਸਿੱਖ ਫੌਜੀ ਜਿਹੜੇ ਸਨ ਤੇ ਗੁਰੂ ਪਿਆਰਿਓ ਉਹ ਦਸਤਾਰਾਂ ਸਜਾਉਂਦੇ ਸਨ। ਸਿੱਖ ਫੌਜੀ ਦਸਤਾਰਾਂ ਸਜਾਉਂਦੇ ਸਨ ਤੇ ਦਸਤਾਰਾਂ ਸਜਾ ਕੇ ਹੀ ਉਹਨਾਂ ਨੇ ਫੈਸਲਾ ਕੀਤਾ ਵੀ ਅਸੀਂ ਜੰਗ ਲੜਨੀ ਆ। ਜਿੱਥੇ ਬਾਕੀ ਜਿਹੜੇ ਸਨ ਮੁਲਕਾਂ ਦੇ ਫੌਜੀ ਉਹ ਹੈਲਮਟ ਪਾਉਂਦੇ ਨੇ, ਲੋਹ ਟੋਪ ਪਾਉਂਦੇ ਨੇ। ਅੱਜ ਵੀ ਅਸੀਂ ਜਦੋਂ ਬਰਤਾਨੀਆ ਮਿਊਜ਼ੀਅਮ ਦੇ ਵਿੱਚ, ਵਿਕਟੋਰੀਆ ਮਿਊਜ਼ੀਅਮ ਦੇ ਵਿੱਚ ਇੰਗਲੈਂਡ ਦੀ ਧਰਤੀ ਤੇ ਦੇਖੀਏ, ਉੱਥੇ ਬਕਾਇਦਾ ਲਿਖ ਕੇ ਵੀ ਲਾਇਆ ਹੋਇਆ ਸਿੱਖ ਫੌਜੀਆਂ ਦੀਆਂ ਜਿੰਨੀਆਂ ਵੀ ਤਸਵੀਰਾਂ ਨੇ ਨਾ ਜੀ, ਉਹ ਸਾਰੀਆਂ ਹੀ ਤਸਵੀਰਾਂ ਦਸਤਾਰ ਦੇ ਵਿੱਚ ਹਨ। ਦਸਤਾਰ ਤੋਂ ਬਿਨਾਂ ਕਿਸੇ ਸਿੱਖ ਫੌਜੀ ਦੀ ਤਸਵੀਰ ਨਹੀਂ ਹੈ। ਇਹਦਾ ਇੱਕ ਬੜਾ ਵੱਡਾ ਕਾਰਨ ਸੀ, ਕਿਉਂਕਿ ਦੂਜੇ ਫੌਜੀ ਲੋਹ ਟੋਪ ਪਾਉਂਦੇ ਹਨ, ਹੈਲਮਟ ਪਾ ਕੇ ਮੈਦਾਨੇ ਜੰਗ ਦੇ ਵਿੱਚ ਲੜਦੇ ਸਨ। ਪਰ ਸਿੱਖ ਫੌਜੀਆਂ ਨੇ ਫੈਸਲਾ ਕੀਤਾ, ਇੱਕ ਮੰਗ ਕੀਤੀ ਅੰਗਰੇਜ਼ ਅਫਸਰਾਂ ਦੇ ਕੋਲੋਂ, ਸਰਕਾਰ ਦੇ ਕੋਲੋਂ, ਕਿ ਅਸੀਂ ਫੌਜ ਦੇ ਵਿੱਚ ਹਿੱਸਾ ਲੈਣਾ ਹੈ, ਅਸੀਂ ਜੰਗ ਲੜਾਂਗੇ, ਪਰ ਸਾਡੇ ਉੱਪਰ ਇਹ ਕਾਨੂੰਨ ਲਾਗੂ ਨਾ ਕੀਤਾ ਜਾਵੇ ਕਿ ਅਸੀਂ ਦਸਤਾਰਾਂ ਦੀ ਥਾਂ ਹੈਲਮਟ ਪਾਈਏ, ਅਸੀਂ ਦਸਤਾਰਾਂ ਦੀ ਥਾਂ ਲੋਹ ਟੋਪ ਪਾਈਏ। ਅੱਗੋਂ ਸਵਾਲ ਕੀਤਾ ਗਿਆ ਵੀ ਇਹਦਾ ਕਾਰਨ ਕੀ ਹੈ, ਵੀ ਤੁਸੀਂ ਲੋਹ ਟੋਪ ਜਾਂ ਹੈਲਮਟ ਕਿਉਂ ਨਹੀਂ ਪਾਉਣੇ? ਤਾਂ ਸਿੱਖ ਫੌਜੀਆਂ ਨੇ ਗੁਰੂ ਪਿਆਰਿਓ ਉਸ ਵਕਤ ਜਵਾਬ ਦਿੱਤਾ ਕਿ ਇਹ ਦਸਤਾਰ ਸਾਡੇ ਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਨਿਸ਼ਾਨੀ ਹੈ, ਇਹ ਗੁਰੂ ਮਹਾਰਾਜ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਸਿੱਖੀ ਦਾ ਤਾਜ ਹੈ, ਤੇ ਅਸੀਂ ਦਸਤਾਰਾਂ ਤੋਂ ਬਿਨਾਂ ਇਹ ਲੋਹ ਟੋਪ ਜਾਂ ਟੋਪੀਆਂ ਪਾ ਕੇ ਨਹੀਂ ਅਸੀਂ ਮੈਦਾਨੇ ਜੰਗ ਵਿੱਚ ਜੂਝ ਸਕਦੇ। ਬਰਤਾਨੀਆ ਫੌਜ ਨੇ ਅੱਗੋਂ ਫੈਸਲਾ ਕੀਤਾ ਵੀ ਇਹ ਗੱਲ ਤੁਹਾਨੂੰ ਲਿਖਤੀ ਦੇਣੀ ਪਵੇਗੀ, ਲਿਖਤੀ ਇਹ ਦੱਸਣਾ ਪਵੇਗਾ ਕਿ ਅਸੀਂ ਜੇਕਰ ਕਿਸੇ ਵੀ ਫੌਜੀ ਦੇ ਸਿਰ ਦੇ ਵਿੱਚ ਗੋਲੀ ਵੱਜਦੀ ਹੈ ਮੈਦਾਨੇ ਜੰਗ ਦੇ ਅੰਦਰ, ਤੇ ਅਸੀਂ ਕਿਸੇ ਤਰ੍ਹਾਂ ਦਾ ਕਲੇਮ ਨਹੀਂ ਕਰਾਂਗੇ। ਜੇ ਸਿਰ ਦੇ ਵਿੱਚ ਗੋਲੀ ਵੱਜਣ ਦੇ ਨਾਲ ਕੋਈ ਫੌਜੀ ਸ਼ਹੀਦ ਹੁੰਦਾ ਹੈ, ਮਰਦਾ ਹੈ, ਤੇ ਉਹ ਉਸ ਗੱਲ ਦਾ ਕਲੇਮ ਨਹੀਂ ਕਰ ਸਕਦਾ। ਇਹ ਲਿਖਤੀ ਤੌਰ ਤੇ ਬਰਤਾਨੀਆ ਗਵਰਨਮੈਂਟ ਨੇ ਗੁਰੂ ਪਿਆਰੇ ਉਸ ਵਕਤ ਸਿੱਖ ਫੌਜੀਆਂ ਦੇ ਕੋਲੋਂ ਲਿਆ ਸੀ। ਅੱਜ ਵੀ ਵਿਕਟੋਰੀਆ ਮਿਊਜ਼ੀਅਮ ਦੇ ਵਿੱਚ ਉਹ ਲਿਖਤੀ ਲੱਗਾ ਵੀ ਹੋਇਆ ਤੇ ਸਿੱਖ ਫੌਜੀਆਂ ਦੀਆਂ ਤਸਵੀਰਾਂ ਵੀ ਲੱਗੀਆਂ ਹੋਈਆਂ ਦਸਤਾਰਾਂ ਦੇ ਵਿੱਚ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਕਿਰਪਾ ਦੇਖੋ, ਉਹਨਾਂ ਸਿੱਖ ਫੌਜੀਆਂ ਨੇ ਲਿਖ ਕੇ ਦੇ ਦਿੱਤਾ ਵੀ ਅਸੀਂ ਜੇਕਰ ਸਾਡੇ ਵਿੱਚੋਂ ਕੋਈ ਵੀ ਫੌਜੀ ਸਿਰ ਦੇ ਵਿੱਚ ਗੋਲੀ ਲੱਗਣ ਦੇ ਨਾਲ ਸ਼ਹੀਦੀ ਪ੍ਰਾਪਤ ਕਰਦਾ ਹੈ, ਮੈਦਾਨੇ ਜੰਗ ਵਿੱਚ ਜੂਝਦਿਆਂ ਮਰ ਜਾਂਦਾ ਹੈ,
ਤੇ ਅਸੀਂ ਕਿਸੇ ਤਰ੍ਹਾਂ ਦਾ ਕਲੇਮ ਨਹੀਂ ਕਰਾਂਗੇ। ਅਸੀਂ ਕੋਈ ਉਹਦਾ ਇੰਸ਼ੋਰੈਂਸ ਆਦਿਕ ਕੋਈ ਉਸ ਦਾ ਪੈਸਾ ਨਹੀਂ ਲਵਾਂਗੇ। ਤੇ ਇਹ ਲਿਖਤੀ ਤੌਰ ਤੇ ਦਿੱਤਾ ਗਿਆ ਵੀ ਸਾਡੇ ਪਰਿਵਾਰ, ਸਾਡੇ ਬੱਚੇ ਤੱਕ ਕਿਸੇ ਤਰ੍ਹਾਂ ਦਾ ਕਲੇਮ ਨਹੀਂ ਕਰਨਗੇ ਜੇ ਸਾਡੇ ਸਿਰ ਵਿੱਚ ਗੋਲੀ ਵੱਜਦੀ ਹੈ। ਤੇ ਵੇਖੋ ਅੱਜ ਉਹ ਸਾਡਾ ਇਤਿਹਾਸ ਕਿੰਨਾ ਮਾਣਮੱਤਾ ਇਤਿਹਾਸ ਹੈ। ਅੱਜ ਬਰਤਾਨੀਆ ਫੌਜ ਦੇ ਅੰਦਰ ਜੋ ਸਿੱਖ ਫੌਜੀਆਂ ਦੀਆਂ ਤਸਵੀਰਾਂ ਲੱਗੀਆਂ ਪਈਆਂ ਮਿਊਜ਼ੀਅਮ ਦੇ ਅੰਦਰ, ਇੰਗਲੈਂਡ ਦੀ ਧਰਤੀ ਦੇ ਉੱਪਰ, ਉਸ ਵਕਤ ਵਰਲਡ ਵਾਰ ਦੀ ਯਾਦ ਦਿਵਾਉਂਦੇ ਹੋਏ ਉਹ ਸਿੱਖ ਫੌਜੀਆਂ ਦੀਆਂ ਤਸਵੀਰਾਂ ਵੇਖ ਲਓ। ਕਿਸੇ ਵੀ ਸਿੱਖ ਫੌਜੀ ਦੇ ਸਿਰ ਦੇ ਉੱਪਰ ਦਸਤਾਰ ਲਾ ਕੇ ਤੇ ਕੋਈ ਲੋਹ ਟੋਪ ਜਾਂ ਹੈਲਮਟ ਨਹੀਂ ਪਾਇਆ ਤੁਹਾਨੂੰ ਦਿਖਾਈ ਦੇਵੇਗਾ। ਸਾਰਿਆਂ ਨੇ ਦਸਤਾਰਾਂ ਸਜਾਈਆਂ ਹੋਈਆਂ ਸਨ ਤੇ ਦਸਤਾਰਾਂ ਸਜਾ ਕੇ ਹੀ ਉਹਨਾਂ ਨੇ ਮੈਦਾਨੇ ਜੰਗ ਦੇ ਵਿੱਚ ਜੂਝ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ। ਸੋ ਸਾਡਾ ਇਹ ਇਤਿਹਾਸ ਹੈ, ਸਾਨੂੰ ਮਾਣ ਹੋਣਾ ਚਾਹੀਦਾ ਹੈ। ਦਸਤਾਰ ਦੇ ਉੱਪਰ ਸਾਨੂੰ ਮਾਣ ਹੋਣਾ ਚਾਹੀਦਾ, ਸਿੱਖੀ ਦੇ ਉੱਪਰ ਸਾਨੂੰ ਮਾਣ ਹੋਣਾ ਚਾਹੀਦਾ। ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਜੈਸੇ ਸਤਿਗੁਰ ਦੇ ਉੱਪਰ ਜਿਨ੍ਹਾਂ ਨੇ ਸਾਨੂੰ ਐਸੀਆਂ ਵਡਿਆਈਆਂ ਬਖਸ਼ਿਸ਼ ਕੀਤੀਆਂ। ਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਇਹ ਕਿਰਪਾ ਅੱਜ ਆਪ ਸਾਰੇ ਬੱਚੇ ਲੈ ਰਹੇ ਹੋ, ਅੱਜ ਉਸ ਕਿਰਪਾ ਦਾ ਆਨੰਦ ਮਾਣ ਰਹੇ ਹੋ। ਗੁਰੂ ਮਹਾਰਾਜ ਇਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਕਿ ਸਾਨੂੰ ਇਹ ਦਸਤਾਰਾਂ ਜੋ ਸੀਸ ਦੇ ਉੱਪਰ ਸ਼ੋਭਦੀਆਂ ਨੇ ਇਹ ਇਸੇ ਤਰ੍ਹਾਂ ਸ਼ੋਭਦੀਆਂ ਰੱਖਣ ਦਾ ਬਲ ਉਦਮ ਬਖਸ਼ਿਸ਼ ਕਰਨ। ਗੁਰੂ ਪਾਤਸ਼ਾਹ ਜੀ ਰੋਜ਼ਾਨਾ ਅਰਦਾਸ ਵਿੱਚ ਇਹ ਮੰਗ ਜ਼ਰੂਰ ਕਰਿਆ ਕਰੀਏ ਕਿ ਸਤਿਗੁਰੂ ਪਾਤਸ਼ਾਹ ਕਿਰਪਾ ਕਰੋ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਇਹ ਦਾਨ ਸਤਿਗੁਰੂ ਪਾਤਸ਼ਾਹ ਜੀ ਜ਼ਰੂਰ ਬਖਸ਼ੋ। ਸਿੱਖੀ ਦਾ ਦਾਨ, ਰਹਿਤ ਦਾ ਦਾਨ, ਸਾਡੇ ਸਿਰਾਂ ਦੇ ਉੱਪਰ ਇਹ ਦਸਤਾਰਾਂ ਦਾ ਦਾਨ, ਕੇਸਾਂ ਦਾ ਦਾਨ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨ। ਐਸੀਆਂ ਅਰਦਾਸਾਂ ਜ਼ਰੂਰ ਗੁਰੂ ਚਰਨਾਂ ਵਿੱਚ ਆਪਾਂ ਕਰਿਆ ਕਰੀਏ। ਸੋ ਆਪ ਬੱਚੇ ਵੱਡਿਆਂ ਭਾਗਾਂ ਵਾਲੇ ਹੋ ਜੋ ਸਾਨੂੰ ਦਸਤਾਰ ਸਜਾਉਣ ਦਾ ਇਹ ਬੜਾ ਵੱਡਾ ਸਬਬ ਪ੍ਰਾਪਤ ਹੋਇਆ ਹੈ। ਸਤਿਗੁਰੂ ਪਾਤਸ਼ਾਹ ਜੀ ਇਸੇ ਤਰ੍ਹਾਂ ਕਿਰਪਾ ਕਰਦੇ ਰਹਿਣ, ਮਿਹਰ ਦਾ ਹੱਥ ਸਭਨਾਂ ਦੇ ਸਿਰ ਤੇ ਰੱਖਣ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਦੇ ਮਹਾਨ ਉਪਰਾਲੇ ਦੇ ਸਦਕਾ ਸਮਾਣੇ ਦੀ ਧਰਤੀ ਤੇ ਇਹ ਸਮੁੱਚੇ ਸਮਾਗਮ ਚੱਲ ਰਹੇ ਹਨ। ਦਸਤਾਰ ਮੁਕਾਬਲੇ, ਬੇਟੀਆਂ ਦੇ ਦੁਮਾਲੇ ਮੁਕਾਬਲੇ ਚੱਲ ਰਹੇ ਹਨ। ਸਤਿਗੁਰੂ ਪਾਤਸ਼ਾਹ ਜੀ ਇਸੇ ਤਰ੍ਹਾਂ ਕਿਰਪਾ ਮਿਹਰਾਮਦ ਕਰਦੇ ਰਹਿਣ। ਸਮੁੱਚੀ ਸੰਸਥਾ ਵੱਲੋਂ ਜੋ ਯਤਨ ਕੀਤੇ ਨੇ ਦੁਨੀਆ ਦੇ ਅੰਦਰ, ਘਰ ਘਰ ਦੇ ਅੰਦਰ ਧਰਮਸ਼ਾਲ ਪ੍ਰਚਾਰ ਦੇ ਪ੍ਰਸਾਰ ਦੇ, ਤੇ ਇਹ ਪ੍ਰਚਾਰ ਪ੍ਰਸਾਰ ਦੇ ਨਾਲ ਅਸੀਂ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜੀ ਦੀ ਸਿੱਖੀ, ਗੁਰੂ ਪਾਤਸ਼ਾਹ ਜੀ ਦੇ ਬਖਸ਼ੇ ਸਿਧਾਂਤਾਂ ਨੂੰ ਘਰ ਘਰ ਤੱਕ ਪਹੁੰਚਾ ਸਕੀਏ। ਸੋ ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਆਪ ਅੱਜ ਦੇ ਇਹਨਾਂ ਸਮੁੱਚੇ ਸਮਾਗਮਾਂ ਵਿੱਚ ਸ਼ਾਮਲ ਹੋਏ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਰਵਣ ਕਰ ਰਹੇ ਸੀ ਭਾਈ ਬੇਅੰਤ ਸਿੰਘ ਜੀ, ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀਆਂ ਜਾ ਰਹੀਆਂ ਵਿਚਾਰਾਂ ਜੋ ਅੱਜ ਗੁਰਦੁਆਰਾ ਸ੍ਰੀ ਥੜਾ ਸਾਹਿਬ ਪਾਤਸ਼ਾਹੀ 9ਵੀਂ ਸਮਾਣਾ ਵਿਖੇ ਸਮਾਣਾ ਫਤਿਹ ਦਿਵਸ ਨੂੰ ਸਮਰਪਿਤ ਦਸਤਾਰ ਅਤੇ ਦੁਮਾਲਾ ਮੁਕਾਬਲੇ ਕਰਵਾਏ ਜਾ ਰਹੇ ਨੇ। ਬੱਚੇ ਬੜੇ ਉਤਸ਼ਾਹ ਦੇ ਨਾਲ ਇਹਨਾਂ ਸਮਾਗਮਾਂ ਵਿੱਚ ਭਾਗ ਲੈ ਰਹੇ ਨੇ। ਸੋ ਇਹਨਾਂ ਬੱਚਿਆਂ ਨੂੰ ਜਿੱਥੇ ਨਗਦ ਇਨਾਮ ਦਿੱਤੇ ਜਾਣੇ ਨੇ ਉੱਥੇ ਹੀ ਸਰਟੀਫਿਕੇਟ ਅਤੇ ਹੋਰ ਜੋ ਯਾਦਗਾਰੀ ਚਿੰਨ੍ਹ ਵੀ ਸਾਰੇ ਬੱਚਿਆਂ ਨੂੰ ਮਿਲਣਗੇ, ਪਰ ਜਿਹੜੇ ਜਿੱਤਣਗੇ ਉਹਨਾਂ ਵਾਸਤੇ ਵਿਸ਼ੇਸ਼ ਨਗਦ ਇਨਾਮ ਰੱਖੇ ਗਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਧਰਮ ਪ੍ਰਚਾਰ ਕਮੇਟੀ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਬੱਚਿਆਂ ਨੇ ਦਸਤਾਰ ਸਜਾ ਲਈ ਆ ਉਹ ਉੱਥੇ ਆ ਜਾਓ ਸਾਈਡ ਤੇ, ਕਿਉਂਕਿ ਟਾਈਮ ਬੈਨੀਫਿਟ ਵੀ ਨਾਲ ਹੀ ਕਾਊਂਟ ਹੋਏਗਾ। ਤੁਹਾਡੇ ਸਿਰਫ 27 ਸੈਕਿੰਡ ਰਹਿ ਗਏ ਆ। ਜਿਨ੍ਹਾਂ ਨੇ ਦਸਤਾਰ ਬੰਨ ਲਈ ਆ ਉਹ ਇੱਧਰ ਆ ਜਾਓ, ਸਿਰਫ 45 ਸੈਕਿੰਡ ਨੇ। ਸਾਰੇ ਬੱਚਿਆਂ ਨੂੰ ਬੇਨਤੀ ਵੀ ਹੈ, ਪਿਆਰੇ ਬੱਚਿਓ, ਜਿੱਥੇ ਅੱਜ ਦਸਤਾਰ ਮੁਕਾਬਲਾ ਉੱਥੇ ਜਿਹੜੇ ਬੱਚਿਆਂ ਨੇ ਅੰਮ੍ਰਿਤ ਛਕਣਾ ਹੈ ਉਹਨਾਂ ਨੂੰ ਬੇਨਤੀ ਹੈ 11 ਤਰੀਕ ਨੂੰ ਇਸੇ ਸਥਾਨ ਤੇ ਗੁਰਦੁਆਰਾ ਥੜਾ ਸਾਹਿਬ ਸਮਾਣਾ ਅੰਮ੍ਰਿਤ ਸੰਚਾਰ ਹੋਵੇਗਾ। 5 ਪਿਆਰੇ ਸਾਹਿਬਾਨ ਤਖਤ ਸਾਹਿਬ ਤੋਂ ਆਉਣਗੇ ਤੇ ਜਿਹੜੇ ਬੱਚੇ ਤਖਤ ਸ਼੍ਰੀ ਦਮਦਮਾ ਸਾਹਿਬ ਜਾ ਕੇ ਅੰਮ੍ਰਿਤ ਛਕਣਾ ਚਾਹੁੰਦੇ ਨੇ ਉਹਨਾਂ ਬੱਚਿਆਂ ਨੂੰ ਵੀ ਬੇਨਤੀ ਹੈ ਕਿ ਤਖਤ ਸ਼੍ਰੀ ਦਮਦਮਾ ਸਾਹਿਬ ਤੇ 14 ਤਾਰੀਖ ਨੂੰ ਅੰਮ੍ਰਿਤ ਸੰਚਾਰ ਹੋਣਾ।
ਬੱਸ ਜਿਹੜੀ ਲੈ ਕੇ ਜਾਏਗੀ ਛੱਡ ਕੇ ਜਾਏਗੀ। ਸੋ ਆਪ ਨੇ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹ ਆਪਣੇ ਨਾਂ ਲਿਖਾ ਦੇਣ। ਸਾਰੇ ਬੱਚਿਆਂ ਨੂੰ ਬੇਨਤੀ ਹੈ, ਟਾਈਮ ਓਵਰ ਹੈ, ਆ ਜਾਓ ਸਾਰੇ, ਆ ਜਾਓ ਸਾਰੇ, ਬਸ ਇੱਥੇ ਹੀ। ਹੁਣ ਕਿਸੇ ਨੇ ਦਸਤਾਰ ਨੂੰ ਹੱਥ ਨਹੀਂ ਲਾਣਾ। ਆ ਜਾਓ, ਸ਼ਾਬਾਸ਼, ਸਾਰੇ ਬੱਚੇ ਇੱਥੇ ਲਾਈਨ 'ਚ ਬੈਠੋ ਜੀ। ਸਾਰੇ ਬੱਚਿਆਂ ਨੂੰ ਬੇਨਤੀ ਹੈ ਕਿ ਲਾਈਨ ਵਿੱਚ ਬੈਠਣ ਦੀ ਕਿਰਪਾ ਕਰੋ। ਲਾਈਨ ਵਿੱਚ ਬੈਠੋ ਜੀ। ਜਿੱਥੇ ਅੱਜ ਦਸਤਾਰ ਮੁਕਾਬਲਾ ਹੋਇਆ ਉੱਥੇ ਨਾਲ ਨਾਲ ਲੜਕੀਆਂ ਦਾ ਦਮਾਲਾ ਮੁਕਾਬਲਾ ਵੀ ਕਰਵਾਇਆ ਗਿਆ ਹੈ, ਜਿੰਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਡਾਕਟਰ ਹਰਪ੍ਰੀਤ ਕੌਰ ਖਾਲਸਾ ਕਾਲਜ ਆਕੜ ਤੋਂ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਲੈ ਕੇ ਪਹੁੰਚੇ ਨੇ ਅਤੇ ਨਾਲ ਹੀ ਦੁੱਖ ਨਿਵਾਰਨ ਸਾਹਿਬ ਤੋਂ ਸਮਾਣੇ ਤੋਂ ਬੱਚੀਆਂ ਇਸ ਮੁਕਾਬਲੇ ਦੇ ਵਿੱਚ ਪਹੁੰਚੀਆਂ ਨੇ। ਬੜੇ ਸੋਹਣੇ ਦਮਾਲੇ ਸਜਾਏ ਗਏ ਹਨ। ਹੁਣ ਕਿਉਂਕਿ ਰਿਜ਼ਲਟ ਤਿਆਰ ਹੋ ਰਿਹਾ, ਬਹੁਤ ਛੇਤੀ ਹੀ ਇਹ ਰਿਜ਼ਲਟ ਡਿਕਲੇਅਰ ਕੀਤਾ ਜਾਏਗਾ। ਜਿੱਥੇ 5ਵੀਂ ਤੋਂ 7ਵੀਂ ਪਹਿਲਾ ਦਰਜਾ ਪਹਿਲਾ ਗਰੁੱਪ ਬਣਾਇਆ ਗਿਆ ਹੈ, 8ਵੀਂ 9ਵੀਂ ਦੂਜਾ ਦਰਜਾ, 10ਵੀਂ ਤੋਂ ਲੈ ਕੇ 12ਵੀਂ ਇਹ ਜਿਹੜਾ BA ਤੀਜਾ ਦਰਜਾ ਹੈ। ਲੜਕੀਆਂ ਦੇ ਦਮਾਲੇ ਓਪਨ ਕੀਤੇ ਗਏ ਨੇ। ਉਹ ਜਿਹੜੇ ਵੀ ਬੱਚੀਆਂ ਇਕੱਠੀਆਂ ਹੋਈਆਂ ਸਾਰਿਆਂ ਦਾ ਓਪਨ ਸੀ ਮੁਕਾਬਲਾ ਤੇ ਲੜਕਿਆਂ ਦਾ ਵੀ ਦਮਾਲਾ ਮੁਕਾਬਲਾ ਓਪਨ ਸੀ। ਸੋ ਹੁਣ ਸਾਡੇ ਜੱਜ ਸਾਹਿਬਾਨ ਆਪਸ ਵਿੱਚ ਵਿਚਾਰਾਂ ਕਰ ਰਹੇ ਨੇ। ਕੁਝ ਦੇਰ ਦੇ ਵਿੱਚ ਹੀ ਰਿਜ਼ਲਟ ਜਿਹੜਾ ਹੈ ਉਹ ਅਨਾਉਂਸ ਕਰ ਦਿੱਤਾ ਜਾਏਗਾ ਅਤੇ ਜਿਹੜੇ ਬੱਚੇ ਫਸਟ ਸੈਕਿੰਡ ਥਰਡ ਆ ਰਹੇ ਨੇ ਉਹਨਾਂ ਨੂੰ ਗਰੁੱਪ ਵਾਈਜ਼ ਦਰਜਾ ਮੁਤਾਬਕ 21 11 1500 ਅਤੇ ਦੂਜਾ ਦਰਜਾ 31 21 1100, ਤੀਜਾ ਦਰਜਾ 51 41 3100 ਇਸ ਤਰੀਕੇ ਨਾਲ ਜਿਹੜੇ ਆ ਉਹ ਨਗਦ ਇਨਾਮ ਦਿੱਤੇ ਜਾਣੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ। ਅਤੇ ਨਾਲ ਹੀ ਜਿਹੜੇ ਬੱਚਿਆਂ ਨੇ ਹਿੱਸਾ ਲਿਆ, ਭਾਗ ਲਿਆ ਹੈ, ਉਹਨਾਂ ਸਾਰੇ ਹੀ ਬੱਚਿਆਂ ਨੂੰ ਸਰਟੀਫਿਕੇਟ ਅਤੇ ਮੈਡਲ ਜੋ ਹੈ ਧਰਮ ਪ੍ਰਚਾਰ ਕਮੇਟੀ ਵੱਲੋਂ ਦੇ ਕੇ ਸਨਮਾਨਿਤ ਕੀਤਾ ਜਾਏਗਾ, ਉਤਸ਼ਾਹਿਤ ਕੀਤਾ ਜਾਏਗਾ। ਆਪ ਵੇਖ ਸਕਦੇ ਹੋ, ਲਾਈਵ ਦੇਖ ਰਹੇ ਹੋ ਸਾਰਾ ਸਮਾਗਮ ਕਿਸ ਤਰੀਕੇ ਨਾਲ ਬੱਚਿਆਂ ਨੇ ਜਿਹੜਾ ਹੈ ਉਹ ਦਸਤਾਰ ਮੁਕਾਬਲੇ ਵਿੱਚ ਹਿੱਸਾ ਲਿਆ। ਬੜਾ ਚਾਅ ਸੀ, ਬੱਚੇ ਜਿਹੜੇ ਨੇ ਉਹ ਇਸ ਮੁਕਾਬਲੇ ਦੇ ਵਿੱਚ ਪਹੁੰਚੇ ਨੇ। ਸੋ ਨਾਲ ਹੀ ਸਾਰੇ ਬੱਚੇ ਧਿਆਨ ਦੇਣ। ਬੇਨਤੀ ਹੈ ਕਿ ਜਿਹੜੇ ਬੱਚਿਆਂ ਨੇ ਅੰਮ੍ਰਿਤ ਛਕਣਾ ਵਾ 11 ਤਰੀਕ ਨੂੰ ਇਸੇ ਸਥਾਨ ਦੇ ਉੱਤੇ ਥੜਾ ਸਾਹਿਬ ਸਮਾਣਾ ਪਟਿਆਲਾ ਵਿਖੇ ਅੰਮ੍ਰਿਤ ਸੰਚਾਰ ਹੋ ਰਿਹਾ, ਕਕਾਰ ਭੇਟਾ ਰਹਿਤ ਮਿਲਣਗੇ। ਜਿਹੜੇ ਬੱਚੇ ਵੇਖੋ ਮਾਤਾ ਪਿਤਾ ਬੱਚਿਆਂ ਨੂੰ ਕਹਿੰਦੇ ਨੇ ਵੀ ਤੁਸੀਂ ਅੰਮ੍ਰਿਤ ਛਕੋ, ਪਰ ਅੱਜ ਮੈਂ ਇੱਕ ਬੇਨਤੀ ਕਰਾਂ ਵੀ ਤੁਸੀਂ ਘਰ ਜਾ ਕੇ ਆਪਣੇ ਮਾਤਾ ਪਿਤਾ ਨੂੰ ਆਖੋ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਹੋਇਆ ਵੀ ਆਓ ਆਪਾਂ ਸਾਰੇ ਰਲ ਕੇ ਅੰਮ੍ਰਿਤ ਛਕੀਏ ਤੇ ਘਰ ਘਰ ਅੰਦਰ ਧਰਮਸਾਲ ਜੋ ਬਾਬੇ ਨਾਨਕ ਦਾ ਆਸ਼ਾ ਹੈ, ਜੋ ਲਹਿਰ ਚਲਾਈ ਗਈ ਹੈ, ਉਸ ਦਾ ਹਿੱਸਾ ਬਣੀਏ। ਅੰਮ੍ਰਿਤ ਛਕੀਏ ਕਲਗੀਧਰ ਦੇ ਪੁੱਤਰੋ ਧੀਓ, ਅੰਮ੍ਰਿਤ ਧਾਰੀ ਹੋ ਕੇ ਜੀਓ। ਸਾਰੇ ਬੋਲੋ, ਕਲਗੀਧਰ ਦੇ ਪੁੱਤਰੋ ਧੀਓ, ਅੰਮ੍ਰਿਤ ਧਾਰੀ, ਅੰਮ੍ਰਿਤ ਧਾਰੀ। ਸੋ ਬੇਨਤੀ ਆ ਜਿਨ੍ਹਾਂ ਨੇ ਹਾਲੇ ਤੱਕ ਅੰਮ੍ਰਿਤ ਨਹੀਂ ਛਕਿਆ ਉਹ ਜੇ 11 ਤਰੀਕ ਨੂੰ ਆ ਸਕਦੇ ਨੇ ਇੱਥੇ ਛਕ ਲੈਣ, ਨਹੀਂ ਤਾਂ 14 ਤਰੀਕ ਨੂੰ ਪਟਿਆਲੇ ਤੋਂ ਬੱਸ ਚੱਲੇਗੀ ਦਮਦਮਾ ਸਾਹਿਬ ਤਖਤ ਸਾਹਿਬ ਤੇ, ਉੱਥੇ ਜਾ ਕੇ ਮੁਕਾਬਲਾ ਹੋਏਗਾ। ਮਾਫ ਕਰਿਓ, ਉੱਥੇ ਅੰਮ੍ਰਿਤ ਸੰਚਾਰ ਹੋਏਗਾ ਜਿੱਥੇ ਤੁਸੀਂ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਸਕਦੇ ਹੋ। ਨਵਨੀਤ ਸਕੂਲ ਦੇ ਬੱਚਿਆਂ ਨੂੰ ਬੇਨਤੀ ਹੈ ਕਿ ਸਾਰੇ ਬਹਿ ਜਾਣ। ਨਵਨੀਤ ਸਕੂਲ ਜੱਜ ਸਾਹਿਬਾਨ ਨੂੰ ਬੇਨਤੀ ਹੈ ਕਿ ਜਲਦੀ ਹੀ ਰਿਜ਼ਲਟ ਤਿਆਰ ਕੀਤਾ ਜਾਏ ਤਾਂ ਕਿ ਬੱਚਿਆਂ ਨੂੰ, ਕਿਉਂਕਿ ਸਕੂਲੇ ਛੁੱਟੀ ਹੋ ਗਈ ਦਾ ਟਾਈਮ ਹੋ ਗਿਆ, ਬੱਚਿਆਂ ਨੇ ਘਰ ਜਾਣਾ ਹੈ, ਛੁੱਟੀ ਦਾ ਟਾਈਮ ਹੈ। ਸੋ ਸਾਰੇ ਜੱਜ ਸਾਹਿਬਾਨਾਂ ਨੂੰ ਬੇਨਤੀ ਹੈ ਕਿ ਛੇਤੀ ਨਾਲ ਜੋ ਬੱਚਿਆਂ ਦੇ ਦਸਤਾਰ ਅਤੇ ਦੁਮਾਲੇ ਮੁਕਾਬਲੇ ਕਰਵਾਏ ਗਏ ਹਨ ਉਸ ਦਾ ਰਿਜ਼ਲਟ ਤਿਆਰ ਕਰਕੇ ਲਿਆਂਦਾ ਜਾਏ। ਸੋ ਇਸ ਸਾਰੇ ਉਪਰਾਲੇ ਦੇ ਵਿੱਚ ਜਿੱਥੇ ਸਾਡੇ ਬਹੁਤ ਸਤਿਕਾਰਯੋਗ ਹਲਕਾ ਮੈਂਬਰ ਜਥੇਦਾਰ ਕੁਲਦੀਪ ਸਿੰਘ ਜੀ ਨਸੂਪਰ
ਜਥੇਦਾਰ ਨਿਰਮਲ ਸਿੰਘ ਜੀ ਹਰਿਆਊ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਸਤਵਿੰਦਰ ਸਿੰਘ ਜੀ ਟੋੜਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ ਹੈ। ਉੱਥੇ ਸਾਡੇ ਪ੍ਰਚਾਰਕ ਵੀਰ ਭਾਈ ਬੇਅੰਤ ਸਿੰਘ ਜੀ, ਭਾਈ ਲਖਵਿੰਦਰ ਸਿੰਘ ਜੀ, ਭਾਈ ਹਰਪ੍ਰੀਤ ਸਿੰਘ ਜੀ, ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ। ਸਾਡੇ ਢਾਡੀ ਜਥੇ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ। ਹੁਣ ਬਹੁਤ ਛੇਤੀ ਜਿਹੜਾ ਹੈ ਉਹ ਰਿਜ਼ਲਟ ਅਨਾਉਂਸ ਕੀਤਾ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਰਸ਼ਨ ਕਰ ਰਹੇ ਹੋ ਇਤਿਹਾਸਿਕ ਗੁਰਦੁਆਰਾ ਸ੍ਰੀ ਥੜਾ ਸਾਹਿਬ ਪਾਤਸ਼ਾਹੀ 9ਵੀਂ ਵਿਖੇ ਸਮਾਣਾ ਫਤਿਹ ਦਿਵਸ ਨੂੰ ਸਮਰਪਿਤ ਬੱਚਿਆਂ ਦੇ ਹੋ ਰਹੇ ਦਸਤਾਰ ਅਤੇ ਦੁਮਾਲਾ ਮੁਕਾਬਲਿਆਂ ਦੇ ਵਿੱਚ ਜੋ ਬੱਚੇ ਬੜੇ ਉਤਸ਼ਾਹ ਦੇ ਨਾਲ ਭਾਗ ਲੈ ਰਹੇ ਨੇ। ਛੋਟੇ ਛੋਟੇ ਬੱਚਿਆਂ ਨੇ ਬੜੀਆਂ ਚਿਣ ਚਿਣ ਕੇ ਦਸਤਾਰਾਂ ਜਿਹੜੀਆਂ ਨੇ ਉਹ ਸਿਰਾਂ ਤੇ ਸਜਾਈਆਂ ਨੇ। ਦਸਤਾਰ ਦੇ ਨਾਲ ਜਿਹੜਾ ਸਰੂਪ ਹੈ ਉਸ ਦੀ ਇੱਕ ਵੱਖਰੀ ਹੀ ਟੌਰ ਬਣ ਜਾਂਦੀ ਹੈ। ਸੋ ਇਹ ਬੱਚੇ ਬੜੇ ਪਿਆਰੇ ਲੱਗ ਰਹੇ ਨੇ ਜਿਨ੍ਹਾਂ ਨੇ ਇਸ ਦਸਤਾਰ ਮੁਕਾਬਲੇ ਵਿੱਚ ਭਾਗ ਲਿਆ ਹੈ ਅਤੇ ਆਪਣੇ ਸਿਰਾਂ ਤੇ ਦਸਤਾਰਾਂ ਸਜਾਈਆਂ ਨੇ। ਬੱਚਿਆਂ ਨਾਲ ਵੀ ਗੱਲ ਕਰਦੇ ਹਾਂ ਅਸੀਂ ਜਿਨ੍ਹਾਂ ਨੇ ਇਸ ਮੁਕਾਬਲੇ ਵਿੱਚ ਭਾਗ ਲਿਆ। ਜੀ ਬੱਚੇ, ਕੀ ਨਾਮ ਹੈ ਤੁਹਾਡਾ? ਕਰਨਜੋਤ ਸਿੰਘ ਜੀ, ਕਿਹੜਾ ਸਕੂਲ ਹੈ ਤੁਹਾਡਾ? ਨਵਨੀਤ ਪਬਲਿਕ ਸਕੂਲ ਤੋਂ ਜੀ। ਤੁਸੀਂ ਰੋਜ਼ ਹੀ ਦਸਤਾਰ ਸਜਾਉਂਦੇ ਹੋ? ਹਾਂ ਜੀ। ਅੱਜ ਜੋ ਇਹ ਦਸਤਾਰ ਮੁਕਾਬਲਾ ਹੋ ਰਿਹਾ ਇਹਦੇ ਵਿੱਚ ਤੁਸੀਂ ਭਾਗ ਲਿਆ, ਕਿੱਦਾਂ ਲੱਗ ਰਿਹਾ ਤੁਹਾਨੂੰ? ਵਧੀਆ ਲੱਗ ਰਿਹਾ। ਕਿੰਨਾ ਹੀ ਮਿੰਟ ਲੱਗਦੇ ਨੇ ਤੁਹਾਨੂੰ ਰੋਜ਼ ਦਸਤਾਰ ਸਜਾਉਣ ਵਿੱਚ? ਮੈਂ ਛੇਤੀ ਉਹ ਬੰਨ ਲੈਂਦਾ ਜੀ, ਜ਼ਿਆਦਾ ਹੀ ਨਹੀਂ ਲੱਗਦੀ ਜੀ। ਹਾਂ ਜੀ। ਘਰੇ ਵੀ ਬੰਨ ਕੇ ਰੱਖਦੇ? ਹਾਂ ਜੀ। ਗੁਰਨੂਰ ਸਿੰਘ। ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ, ਅਸੀਂ ਰੋਜ਼ ਦਸਤਾਰ ਸਜਾ ਕੇ ਰੱਖਦੇ ਹਾਂ। ਇਹ ਤੁਹਾਡੀ ਯੂਨੀਫਾਰਮ ਹੈ, ਦਸਤਾਰ ਹੈ ਨਾ, ਸਕੂਲ ਤੁਸੀਂ ਸਜਾ ਕੇ ਜਾਂਦੇ ਹੋ, ਪਰ ਜਦੋਂ ਘਰ ਆਉਂਦੇ ਹੋ ਉਦੋਂ ਵੀ ਬੰਨੀ ਹੁੰਦੀ ਹੈ? ਸਰ ਯੈਸ। ਸੁਖਮਨਜੋਤ ਸਿੰਘ 8th। ਹਾਂਜੀ। ਜਪਜੀ ਸਾਹਿਬ। ਠੀਕ ਹੈ, ਜਪਜੀ ਸਾਹਿਬ ਦਾ ਪਾਠ ਵੀ ਕਰਦੇ ਹੋ ਤੇ ਦਸਤਾਰ ਵੀ ਸਿਰ ਤੇ ਬਹੁਤ ਸੋਹਣੀ ਸਜਾਈ ਹੋਈ ਹੈ ਤੁਸੀਂ। ਤੇ ਅੱਜ ਜੋ ਮੁਕਾਬਲਾ ਹੋ ਰਿਹਾ ਹੈ ਇਹਦੇ ਵਿੱਚ ਜਿਹੜੇ ਬੱਚੇ ਜਿੱਤੇ ਉਹਨਾਂ ਨੂੰ ਵਿਸ਼ੇਸ਼ ਇਨਾਮ ਵੀ ਮਿਲਣਾ ਹੈ। ਤੁਹਾਨੂੰ ਕਿੱਦਾਂ ਲੱਗ ਰਿਹਾ ਇਸ ਮੁਕਾਬਲੇ ਵਿੱਚ ਭਾਗ? ਇਹ ਅੱਗੇ ਵੀ ਕਦੀ ਕੰਪੀਟੀਸ਼ਨ ਵਿੱਚ ਭਾਗ ਲਿਆ? ਇੱਕ ਵਾਰੀ ਲੈ ਦੀ ਸਾਡੇ ਪਿੰਡ ਹੋਇਆ ਸੀ। ਕਿਹੜੀ ਪੋਜੀਸ਼ਨ ਆਈ ਸੀ ਉਦੋਂ? ਉਦੋਂ ਤਾਂ ਹੀ ਛੋਟਾ ਹੁੰਦਾ ਸੀ, ਉਹ ਤਾਂ ਬੰਨਣੀ ਵੀ ਨਹੀਂ ਆਉਂਦੀ ਸੀ। ਅੱਛਾ, ਬੰਨਣੀ ਨਹੀਂ ਆਉਂਦੀ ਸੀ ਫਿਰ ਵੀ ਭਾਗ ਲਿਆ ਸੀ। ਚਲੋ, ਤੁਹਾਡੇ ਮਨ ਵਿੱਚ ਚਾਅ ਸੀ ਨਾ, ਤੇ ਅੱਜ ਤਾਂ ਬਹੁਤ ਸੋਹਣੀ ਸਜਾਈ ਹੋਈ ਹੈ। ਹਾਂਜੀ। ਲੜਕੀਆਂ ਨੇ ਵੀ ਜੋ ਦਸਤਾਰ ਮੁਕਾਬਲੇ ਵਿੱਚ ਭਾਗ ਲਿਆ ਹੈ ਇਹਨਾਂ ਦੇ ਨਾਲ ਵੀ ਅਸੀਂ ਗੱਲ ਕਰਦੇ ਹਾਂ। ਕੀ ਨਾਮ ਹੈ ਤੁਹਾਡਾ? ਪਰਮਿੰਦਰ ਕੌਰ, ਕਿਹੜੀ ਕਲਾਸ 'ਚ ਪੜ੍ਹਦੇ ਹੋ? BA ਸੈਕੰਡ ਈਅਰ। ਦਸਤਾਰ ਮੁਕਾਬਲੇ ਵਿੱਚ ਫਸਟ ਟਾਈਮ ਤੁਸੀਂ ਭਾਗ ਲਿਆ ਹੈ ਕਿ ਪਹਿਲਾਂ ਵੀ? ਨਹੀਂ ਜੀ, ਫਸਟ ਟਾਈਮ ਲਿਆ ਜੀ ਭਾਗ। ਹਾਂਜੀ, ਕਿੱਦਾਂ ਲੱਗਿਆ? ਬਹੁਤ ਵਧੀਆ ਲੱਗਿਆ ਜੀ। ਹਾਂਜੀ। ਇੱਥੇ ਇੱਕ ਟਾਈਮ ਲਿਮਿਟ ਹੁੰਦੀ ਹੈ, ਘਰੇ ਤਾਂ ਜਦੋਂ ਦਸਤਾਰ ਸਜਾਉਣੀ ਹੁੰਦੀ ਹੈ ਕਈ ਵਾਰੀ ਸੋਹਣੀ ਨਹੀਂ ਬਚਦੀ, ਅਸੀਂ ਦੁਬਾਰਾ ਵੀ ਢਾਹ ਕੇ ਸਜਾ ਲੈਂਦੇ ਹਾਂ ਜਾਂ ਟਾਈਮ ਲਾ ਦਿੰਦੇ ਹਾਂ। ਤੇ ਇੱਥੇ ਇੱਕ ਟਾਈਮ ਦੇ ਵਿੱਚ ਜਦੋਂ ਬੰਨੀ ਤਾਂ ਕਿੱਦਾਂ ਲੱਗੀ? ਬਹੁਤ ਵਧੀਆ ਲੱਗਿਆ ਜੀ ਸਾਨੂੰ, ਤੇ ਸਾਨੂੰ ਮਤਲਬ ਇਹਦਾ ਪਤਾ ਲੱਗਾ ਕਿ ਕਿੱਦਾਂ ਫਟਾਫਟ ਜਿਹੜੀ ਕਿੱਦਾਂ ਦਸਤਾਰ ਸਜਾਈ ਦੀ ਹੈ। ਹਾਂਜੀ। ਤੁਸੀਂ ਵੀ ਘਰੇ ਟਾਈਮ ਲਾਉਂਦੇ ਹੋਵੋਗੇ ਨਾ? ਕੀ ਨਾਮ ਹੈ ਤੁਹਾਡਾ? ਵਾਹਿਗੁਰੂ ਜੀ। ਲਵਪ੍ਰੀਤ ਕੌਰ, ਮੇਰਾ ਨਾਮ ਲਵਪ੍ਰੀਤ ਕੌਰ ਹੈ ਤੇ ਮੈਂ ਪਿੰਡ ਬਟ ਮਾਜਰਾ ਦੀ ਰਹਿਣ ਵਾਲੀ ਹਾਂ, ਘਨੌਰ ਸਾਈਡ। ਕਿਹੜੀ ਕਲਾਸ 'ਚ ਪੜ੍ਹਦੇ ਹੋ? ਜੀ ਮੈਂ BA ਸੈਕੰਡ ਈਅਰ ਦੇ ਵਿੱਚ ਹਾਂ, ਆਕੜ ਕਾਲਜ ਵਿੱਚ। ਜਿਹੜਾ ਦਸਤਾਰ ਮੁਕਾਬਲਾ ਹੋ ਰਿਹਾ ਹੈ
ਤੁਸੀਂ ਅੱਜ ਫਸਟ ਟਾਈਮ ਇਹਦੇ ਵਿੱਚ ਭਾਗ ਲਿਆ ਜਾਂ ਅੱਗੇ ਵੀ ਕਦੀ ਇਹੋ ਜਿਹੇ ਮੁਕਾਬਲਿਆਂ ਦਾ ਹਿੱਸਾ ਬਣੇ ਹੋ? ਪਹਿਲੀ ਵਾਰੀ ਭਾਗ ਲਿਆ ਦਸਤਾਰ। ਹਾਲੇ ਮੈਨੂੰ ਸਾਲ ਕੀ ਹੋਇਆ ਬੰਦੀ ਨੂੰ, ਪਹਿਲੇ ਮੈਂ ਜਸਟ ਸਿਰ ਢੱਕਦੀ ਸੀਗੀ ਤੇ ਪਰ ਜਦੋਂ ਦੀ ਦਸਤਾਰ ਬਣਨ ਲੱਗੀ ਆ ਨਾ, ਮੇਰੀ ਅਲੱਗ ਹੀ ਪਰਸਨੈਲਿਟੀ ਬਣ ਗਿਆ ਹੈ ਨਾ, ਕਿ ਸਾਰੇ ਚਲੋ ਹੈ ਨਾ ਮਤਲਬ ਵਧੀਆ ਤਰੀਕੇ ਨਾਲ ਦੇਖਦੇ ਆ ਹੈ ਨਾ, ਮਤਲਬ ਬਹੁਤ ਵਧੀਆ ਲੱਗ ਰਿਹਾ ਇੱਥੇ ਆ ਕੇ। ਇੱਕ ਰਿਸਪੈਕਟ ਬਣ ਜਾਂਦੀ ਹੈ ਦਸਤਾਰ ਜਦੋਂ ਸਿਰ ਤੇ ਬੰਨੀ ਹੁੰਦੀ ਹੈ ਨਾ। ਹਾਂਜੀ ਵਾਹਿਗੁਰੂ ਜੀ। ਇਹ ਦਸਤਾਰ ਦੀ ਮਾਣ ਮਰਿਆਦਾ ਵੀ ਹੁੰਦੀ ਹੈ, ਅਸੀਂ ਰਹਿਤ ਮਰਿਆਦਾ ਵਿੱਚ ਰਹਿ ਕੇ ਚੱਲਣਾ ਹੁੰਦਾ ਹੈ ਨਾ। ਤੇ ਅੰਮ੍ਰਿਤ ਵੀ ਛਕਿਆ ਹੋਇਆ? ਹਾਂਜੀ ਵਾਹਿਗੁਰੂ ਜੀ, ਮੈਂ ਅੰਮ੍ਰਿਤ ਛਕਿਆ ਹੋਇਆ ਹੈ ਤੇ ਮੈਨੂੰ ਬੜਾ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਮੇਰੀਆਂ ਭੈਣਾਂ ਮੇਰੇ ਨਾਲ ਆਈਆਂ ਨੇ। ਇਹਨਾਂ ਨੇ ਹਜੇ ਜਸਟ ਪਹਿਲੀ ਵਾਰ ਹੀ ਅੱਜ ਦਸਤਾਰ ਬੰਨੀ ਹੈ, ਪਰ ਇਹਨਾਂ ਨੇ ਕੋਸ਼ਿਸ਼ ਕੀਤੀ, ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ। ਇਹਨਾਂ ਸਾਰਿਆਂ ਨੇ ਹਜੇ ਪਹਿਲੀ ਵਾਰੀ ਹੀ ਬੰਨੀ ਹੈ ਦਸਤਾਰ। ਨਹੀਂ, ਬੜੀ ਵੱਡੀ ਗੱਲ ਹੈ ਕਿ ਪਹਿਲੀ ਵਾਰੀ ਦਸਤਾਰ ਬੰਨੀ ਹੈ ਤੇ ਮੁਕਾਬਲੇ ਵਿੱਚ ਸਿੱਧਾ ਭਾਗ ਲੈਣ ਆ ਗਏ ਜੀ। ਤੇ ਵੈਸੇ ਤੁਸੀਂ ਜਦੋਂ ਘਰ ਬੰਨਦੇ ਉਦੋਂ ਤੁਹਾਨੂੰ ਕਿੰਨਾ ਟਾਈਮ ਲੱਗਦਾ ਹੈ? ਜੀ ਬਸ ਇੰਨਾ ਕੁ ਟਾਈਮ ਲੱਗਦਾ ਹੈ, ਬਸ 10 ਕੁ ਮਿੰਟ। ਹਾਂਜੀ 10 ਕੁ ਮਿੰਟ। ਇੱਥੇ ਤੁਹਾਨੂੰ ਕਿੰਨਾ ਸਮਾਂ ਮਿਲਿਆ ਸੀ? ਇੱਥੇ 9 ਮਿੰਟ ਮਿਲੇ ਸੀਗੇ, ਪਰ ਬੇਸ ਬੰਨਿਆ ਹੋਇਆ ਸੀ, ਬਸ 10-15 ਮਿੰਟ ਇੰਨੇ ਕੁ ਟਾਈਮ ਵਿੱਚ ਹੀ ਬੰਨ ਲੈਂਦੇ ਹਾਂ। ਬਹੁਤ ਸੋਹਣੀ ਜੱਚ ਰਹੀ ਤੁਹਾਡੇ ਦਸਤਾਰ। ਤੁਸੀਂ ਕੁਝ ਕਹਿਣਾ ਚਾਹੋ ਹੋਰ ਲੜਕੀਆਂ ਨੂੰ, ਜਦੋਂ ਜੋ ਠੀਕ ਹੈ ਹਰ ਇੱਕ ਨੂੰ ਆਪਣੀ ਆਪਣੀ ਲਾਈਫ ਜ਼ਿੰਦਗੀ ਆਪਣੇ ਤਰੀਕੇ ਨਾਲ ਜੀਣ ਦਾ ਹੱਕ ਹੈ, ਪਰ ਫਿਰ ਵੀ ਜਦੋਂ ਸਿਰ ਤੇ ਦਸਤਾਰ ਬੰਨ੍ਹਦੇ ਆ ਤਾਂ ਜਿਵੇਂ ਤੁਸੀਂ ਕਿਹਾ ਕਿ ਬੜਾ ਪਿਆਰਾ ਲੱਗਦਾ ਆਪਣਾ ਸਰੂਪ, ਤਾਂ ਤੁਸੀਂ ਹੋਰਾਂ ਨੂੰ ਕੀ ਕਹਿਣਾ ਚਾਹੋ? ਜੀ ਮੈਂ ਇਹ ਕਹਿਣਾ ਚਾਹਾਂਗੀ ਕਿ ਆਪਣੇ ਕੇਸਾਂ ਦੀ ਸੰਭਾਲ ਕਰਨੀ ਆ ਹੈ ਨਾ, ਤੇ ਉਹ ਦਸਤਾਰ ਨਾਲ ਹੀ ਹੋਏਗੀ। ਚਾਹੇ ਅਸੀਂ ਚੁੰਨੀ ਵੀ ਲਈਏ ਸਿਰ ਤੇ, ਫਿਰ ਵੀ ਉਹ ਗੱਲ ਨਹੀਂ ਬਣਦੀ ਜਿਹੜੀ ਦਸਤਾਰ ਦੇ ਨਾਲ ਸਾਨੂੰ ਮਾਣ ਹੁੰਦਾ ਏ, ਉਹ ਚੁੰਨੀ ਦੇ ਨਾਲ ਹੈ ਨਾ ਚਲੋ ਨਹੀਂ ਹੁੰਦਾ। ਤੇ ਬਸ ਮੈਂ ਇਹ ਕਹਾਂਗੀ ਕਿ ਆਪਣਾ ਸਿੱਖੀ ਸਰੂਪ ਸਾਂਭ ਕੇ ਰੱਖੀਏ, ਕਿਉਂਕਿ ਬੜਾ ਜ਼ਿਆਦਾ ਪਿਛੜ ਰਿਹਾ ਹੈ ਨਾ ਸਾਡਾ ਸਿੱਖੀ ਸਰੂਪ। ਤੇ ਮੈਂ ਇਹੀ ਸਾਰੀਆਂ ਭੈਣਾਂ ਨੂੰ ਕਹਾਂਗੀ ਕਿ ਆਪਣੇ ਸਿਰ ਤੇ ਦਸਤਾਰਾਂ ਸਜਾਣ, ਸੋਹਣੀਆਂ ਸਿੰਘਣੀਆਂ ਬਣਨ। ਹਾਂ ਠੀਕ ਹੈ, ਦੇਖਣ ਨੂੰ ਲੱਗਦਾ ਹੁੰਦਾ ਕਿ ਸਿੱਖੀ ਸਰੂਪ ਘੱਟ ਹੈ, ਪਰ ਸਿੱਖੀ ਦੀ ਹਮੇਸ਼ਾ ਹੀ ਚੜ੍ਹਦੀ ਕਲਾ ਹੀ ਰਹਿਣੀ ਹੈ। ਫਿਰ ਵੀ ਤੁਹਾਡੇ ਜਿਹੜੇ ਵਿਚਾਰ ਨੇ ਬੜੇ ਵਧੀਆ ਸੀ ਕਿ ਜੀ ਮੈਡਮ ਤੁਸੀਂ ਇਹਨਾਂ ਬੱਚਿਆਂ ਦੇ ਨਾਲ ਆਏ ਹੋ? ਹਾਂਜੀ। ਤੁਸੀਂ ਇਹਨਾਂ ਬੱਚਿਆਂ ਨੂੰ ਕੋਈ ਪਹਿਲਾਂ ਵੀ ਟ੍ਰੇਨਿੰਗ ਦਿੱਤੀ ਹੋਈ ਸੀ ਦਸਤਾਰ? ਨਹੀਂ ਜੀ, ਟ੍ਰੇਨਿੰਗ ਨਹੀਂ ਦਿੱਤੀ, ਪਰ ਇਹਨਾਂ ਨੂੰ ਹਰ ਸਮੇਂ ਉਤਸ਼ਾਹਿਤ ਕੀਤਾ। ਸਹਿਜ ਪਾਠ ਕਰਦੀਆਂ ਨੇ ਸਾਰੀਆਂ ਬੱਚੀਆਂ, ਤੇ ਆਪਣੇ ਆਪ ਹੀ ਕਈ ਵਾਰੀ ਤਾਂ 10-10 ਜਣੀਆਂ ਵੀ ਸਜਾ ਲੈਂਦੀਆਂ ਨੇ, ਵੀ ਜਿਵੇਂ ਇਹਨਾਂ ਦਾ ਦਿਲ ਕਰਦਾ ਉਵੇਂ ਇਹਨਾਂ ਤੇ ਛੱਡਿਆ ਹੋਇਆ, ਕਿਉਂਕਿ ਹਰ ਇੱਕ ਦੀ ਆਪਣੀ ਸਟਰਗਲ ਜ਼ਿੰਦਗੀ ਹੁੰਦੀ ਆ। ਫੋਰਸ ਨਹੀਂ ਕੀਤਾ ਜਾਂਦਾ ਕਿਸੇ ਨੂੰ, ਵੀ ਸ਼ੌਂਕ ਨਾਲ ਜਿਹੜਾ ਬੱਚਾ ਸ਼ੌਕ ਨਾਲ ਕਈ ਵਾਰੀ ਚਾਹੇ 4 ਜਣੀਆਂ ਸਜਾ ਲੈਣ, ਪਰ 5-7 ਬੱਚੇ ਨੇ ਸਾਡੇ ਕੋਲ ਜਿਹੜੇ ਹਰ ਰੋਜ਼ ਹੀ ਦਸਤਾਰ ਸਜਾ ਕੇ ਆਉਂਦੀਆਂ ਨੇ, ਤੇ ਉਹਨਾਂ ਨੂੰ ਦੇਖ ਕੇ ਦੂਜੀਆਂ ਵੀ ਉਤਸ਼ਾਹਿਤ ਹੋ ਜਾਂਦੀਆਂ ਨੇ। ਅੱਜ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਧਰਮ ਪ੍ਰਚਾਰ ਕਮੇਟੀ ਵੱਲੋਂ ਤੇ ਸ਼੍ਰੋਮਣੀ ਪੰਥਕ ਅਕਾਲੀ ਬੁੱਢਾ ਦਲ ਉਹਨਾਂ ਵੱਲੋਂ ਜੋ ਇਹ ਪ੍ਰੋਗਰਾਮ ਉਲੀਕਿਆ ਗਿਆ, ਸਮਾਣਾ ਫਤਿਹ ਦਿਵਸ ਨੂੰ ਸਮਰਪਿਤ, ਜੋ ਬੱਚਿਆਂ ਦੇ ਮੁਕਾਬਲੇ, ਦਸਤਾਰ ਮੁਕਾਬਲੇ, ਦੁਮਾਲੇ ਮੁਕਾਬਲੇ ਕਰਵਾਏ ਗਏ ਨੇ, ਤੁਸੀਂ ਇਹਦੇ ਬਾਰੇ ਕੀ ਕਹੋਗੇ? ਇਹ ਬਹੁਤ ਹੀ ਜ਼ਿਆਦਾ ਸ਼ਲਾਘਾਯੋਗ ਉਪਰਾਲਾ ਹੈ। ਇਹਦੇ ਨਾਲ ਬੱਚੀਆਂ ਨੂੰ ਬਹੁਤ ਉਤਸ਼ਾਹ ਮਿਲਦਾ ਹੈ। ਜਿਵੇਂ ਅਸੀਂ ਲੈ ਕੇ ਆਏ ਹਾਂ, ਜਦੋਂ ਇਹਨਾਂ ਨੂੰ ਦੱਸਿਆ ਗਿਆ ਤਾਂ ਕਈ ਬੱਚੀਆਂ ਉਹ ਵੀ ਆਈਆਂ ਜਿਨ੍ਹਾਂ ਨੇ ਅੱਜ ਪਹਿਲੀ ਵਾਰੀ ਦਸਤਾਰ ਸਜਾਈ ਹੈ। ਜੇ ਐਵੇਂ ਦੇ ਮੁਕਾਬਲੇ ਹੋਣਗੇ ਤਾਂ ਇਹਨਾਂ ਨੂੰ ਦੇਖ ਕੇ ਹੋਰ ਜਿਹੜੇ ਬੱਚੇ ਨੇ ਉਹ ਵੀ ਉਤਸ਼ਾਹਿਤ ਹੋਣਗੇ ਵੀ ਅਸੀਂ ਵੀ ਦਸਤਾਰ ਸਜਾਈਏ ਤੇ ਆਪਣੇ ਵਿਰਸੇ ਨਾਲ ਜੁੜ ਸਕੀਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਇਹ ਉਪਰਾਲਾ ਕੀਤਾ ਗਿਆ ਹੈ, ਸੋ ਅਧਿਆਪਕ ਸਹਿਬਾਨ ਵੱਲੋਂ ਵੀ ਇਸ ਦੀ ਸ਼ਲਾਘਾ ਹੋ ਰਹੀ ਹੈ ਤੇ ਬੱਚਿਆਂ ਦੇ ਵਿੱਚ ਤਾਂ ਉਤਸ਼ਾਹ ਹੈ ਹੀ ਹੈ ਜਿਨ੍ਹਾਂ ਨੇ ਭਾਗ ਲਿਆ ਹੈ। ਤੇ ਇੱਕ ਜੋ ਵਧੀਆ ਗੱਲ ਇਹਨਾਂ ਬੱਚਿਆਂ ਨੇ ਅੱਜ ਇਹਨਾਂ ਤੋਂ ਜਾਣਨ ਨੂੰ ਮਿਲੀ ਹੈ ਕਿ ਕਈਆਂ ਨੇ ਅੱਜ ਫਸਟ ਟਾਈਮ ਦਸਤਾਰ ਸਜਾਈ ਹੈ, ਪਰ ਉਹਨਾਂ ਦੇ ਮਨ ਵਿੱਚ ਉਤਸ਼ਾਹ ਸੀ ਕਿ ਅਸੀਂ ਵੀ ਭਾਗ ਲਈਏ ਇਸ ਮੁਕਾਬਲੇ ਦੇ ਵਿੱਚ। ਸਮਾਣਾ ਫਤਿਹ ਦਿਵਸ ਦੇ ਸਬੰਧ ਦੇ ਅੰਦਰ ਗੁਰਦੁਆਰਾ ਥੜਾ ਸਾਹਿਬ ਸਮਾਣਾ ਵਿਖੇ ਅੱਜ ਬੱਚਿਆਂ ਦੇ ਦਸਤਾਰ ਮੁਕਾਬਲੇ ਅਤੇ ਦੁਮਾਲਾ ਮੁਕਾਬਲੇ ਕਰਵਾਏ ਗਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਇਸ ਮਹਾਨ ਉਪਰਾਲੇ ਦੇ ਨਾਲ ਸਿੱਖੀ ਦਾ ਪ੍ਰਚਾਰ, ਘਰ ਘਰ ਅੰਦਰ ਧਰਮਸ਼ਾਲ, ਇਸ ਪ੍ਰਚਾਰ ਲਹਿਰ ਦੇ ਅਧੀਨ ਅੱਜ ਬੜੇ ਮਹਾਨ ਸਮਾਗਮ ਹੋਏ ਹਨ। ਬੱਚੇ ਜਿਨ੍ਹਾਂ ਨੇ ਦਸਤਾਰਾਂ ਸੋਹਣੀਆਂ ਸਜਾਈਆਂ, ਦੁਮਾਲੇ ਸੋਹਣੇ ਸਜਾਏ, ਰਿਜ਼ਲਟ ਦੀ ਤਿਆਰੀ ਹੋ ਚੁੱਕੀ ਹੈ। ਬਸ ਕੁਝ ਹੀ ਮਿੰਟਾਂ ਦੇ ਵਿੱਚ ਇਹਨਾਂ ਬੱਚਿਆਂ ਦੇ ਵਿੱਚੋਂ ਜੋ ਫਸਟ, ਸੈਕਿੰਡ, ਥਰਡ, ਜੋ ਚੇਚੇ ਤੌਰ ਤੇ ਇਹਨਾਂ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ, ਇਨਾਮ ਦਿੱਤੇ ਜਾਣਗੇ। ਇਨਾਮ ਦੇ ਹੱਕਦਾਰ ਤਾਂ ਵੈਸੇ ਸਾਰੇ ਹੀ ਬੱਚੇ ਨੇ, ਕਿਉਂਕਿ ਜਿਨ੍ਹਾਂ ਨੇ ਕਲਗੀਧਰ ਮਹਾਰਾਜ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਸਿੱਖੀ ਨੂੰ ਸਾਂਭਿਆ ਹੋਇਆ, ਇਹ ਨਿਸ਼ਾਨੀਆਂ ਸਾਂਭੀਆਂ ਹੋਈਆਂ ਨੇ, ਦਸਤਾਰ ਸਾਂਭੀ ਹੋਈ ਹੈ, ਕਕਾਰ ਸਾਂਭੇ ਨੇ, ਕੇਸਾਂ ਦੀ ਸੰਭਾਲ ਕਰਦੇ ਨੇ। ਵਿਸ਼ੇਸ਼ ਤੌਰ ਤੇ
ਜੋ ਅੱਜ ਇਹ ਉਪਰਾਲੇ ਹੋਏ ਹਨ, ਮੈਂਬਰ ਸਾਹਿਬਾਨ ਸਰਦਾਰ ਕੁਲਦੀਪ ਸਿੰਘ ਜੀ ਨਸੂਪੁਰ, ਸਰਦਾਰ ਨਿਰਮਲ ਸਿੰਘ ਜੀ ਹਰਿਆਊ, ਅੰਤਰਿਮ ਕਮੇਟੀ ਮੈਂਬਰ ਸਰਦਾਰ ਸਤਵਿੰਦਰ ਸਿੰਘ ਜੀ ਟੋੜਾ, ਮੈਨੇਜਰ ਸਾਹਿਬਾਨ ਸਰਦਾਰ ਇੰਦਰਜੀਤ ਸਿੰਘ ਜੀ, ਗੁਰਦੁਆਰਾ ਦੂਖਨਿਵਾਰਨ ਸਾਹਿਬ, ਗੁਰਦੁਆਰਾ ਮੋਤੀ ਬਾਗ ਸਾਹਿਬ, ਮੈਨੇਜਰ ਸਾਹਿਬਾਨ, ਸਮੁੱਚੀ ਟੀਮ ਅੱਜ ਹਾਜ਼ਰ ਹੈ, ਸਮੁੱਚੇ ਪ੍ਰਚਾਰਕ ਸਾਹਿਬਾਨ ਹਾਜ਼ਰ ਨੇ। ਰਿਜ਼ਲਟ ਜੋ ਹੁਣ ਅਨਾਉਂਸ ਕੀਤੇ ਜਾਣੇ ਹਨ। ਆਪ ਜੀ ਸਵੇਰ ਤੋਂ ਹੀ ਦੇਖ ਰਹੇ ਹੋ ਜੋ ਬੱਚਿਆਂ ਦੇ ਦਸਤਾਰ ਤੇ ਦੁਮਾਲਾ ਮੁਕਾਬਲੇ ਕਰਵਾਏ ਜਾ ਰਹੇ ਨੇ। ਸੋ ਹੁਣ ਉਹ ਪਲ ਆ ਗਏ ਨੇ ਜਦੋਂ ਰਿਜ਼ਲਟ ਅਨਾਉਂਸ ਹੋਏਗਾ, ਕਿਹੜੇ ਬੱਚਿਆਂ ਨੇ ਫਸਟ, ਸੈਕਿੰਡ ਅਤੇ ਥਰਡ ਪੋਜੀਸ਼ਨ ਜਿਹੜੀ ਹੈ ਉਹ ਪ੍ਰਾਪਤ ਕੀਤੀ ਹੈ। ਇਸ ਬਾਰੇ ਹੋਰ ਜਾਣਕਾਰੀ ਦੇਣਗੇ ਸਰਦਾਰ ਪਰਮਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਬਾਬਾ ਬੰਦਾ ਸਿੰਘ ਬਹਾਦਰ ਜੀ ਸਮਾਣਾ ਫਤਿਹ ਦਿਵਸ ਦੇ ਸਬੰਧ ਵਿੱਚ ਅੱਜ ਦਸਤਾਰ ਮੁਕਾਬਲੇ ਕਰਵਾਏ ਗਏ ਸਨ। ਬਹੁਤ ਸਾਰੇ ਬੱਚਿਆਂ ਨੇ ਇਸ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਹੈ, ਬੱਚੀਆਂ ਨੇ ਹਿੱਸਾ ਲਿਆ ਹੈ। ਬਹੁਤ ਹੀ ਉਤਸ਼ਾਹ ਇਹਨਾਂ ਬੱਚੀਆਂ ਦੇ ਵਿੱਚ ਅਤੇ ਮੇਰੇ ਨੌਜਵਾਨ ਵੀਰਾਂ ਬੱਚਿਆਂ ਦੇ ਵਿੱਚ ਸੀ ਦਸਤਾਰ ਦੇ ਪ੍ਰਤੀ। ਬਹੁਤ ਸਾਰੇ ਸਕੂਲਾਂ ਤੋਂ ਇਹ ਬੱਚੇ ਪਹੁੰਚੇ ਨੇ। ਸੋ ਇਹਨਾਂ ਸਕੂਲ ਦੇ ਟੀਚਰ ਸਾਹਿਬਾਨਾਂ ਦਾ, ਇਹਨਾਂ ਸਾਰੇ ਬੱਚਿਆਂ ਦਾ ਧੰਨਵਾਦ ਹੈ। ਜੀ ਆਇਆਂ ਨੂੰ ਜਿਨ੍ਹਾਂ ਨੇ ਇਸ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਹੈ। ਇਸ ਸਾਰਾ ਉਪਰਾਲਾ ਸਾਡੇ ਬਹੁਤ ਸਤਿਕਾਰਯੋਗ ਮੈਂਬਰ ਸਾਹਿਬਾਨ ਸਰਦਾਰ ਕੁਲਦੀਪ ਸਿੰਘ ਜੀ ਨਸੂਪੁਰ, ਸਰਦਾਰ ਨਿਰਮਲ ਸਿੰਘ ਜੀ ਹਰਿਆਊ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਸਤਵਿੰਦਰ ਸਿੰਘ ਜੀ ਟੋੜਾ, ਅੰਤਰੰਗ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦੇ ਨਾਲ ਪਤਵੰਤੇ ਸੱਜਣ ਪਹੁੰਚੇ ਹੋਏ ਨੇ। ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ। ਜਥੇਦਾਰ ਨਿਰਮਲ ਸਿੰਘ ਜੀ ਹਰਿਆਊ ਅਤੇ ਜਥੇਦਾਰ ਕੁਲਦੀਪ ਸਿੰਘ ਜੀ ਨਸੂਪੁਰ ਉਹ ਵੀ ਇਸ ਜਿਹੜੇ ਬੱਚਿਆਂ ਦੇ ਦਸਤਾਰ ਮੁਕਾਬਲੇ ਹੋਏ ਨੇ ਇਸ ਵਿੱਚ ਸ਼ਮੂਲੀਅਤ ਕਰ ਰਹੇ ਸਨ। ਸਾਡੇ ਕੋਲ ਸਰਦਾਰ ਕੁਲਦੀਪ ਸਿੰਘ ਜੀ ਨਸੂਪੁਰ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਬੱਚਿਆਂ ਨੂੰ ਜਿੱਥੇ ਸਾਰਾ ਉਪਰਾਲਾ ਉਹਨਾਂ ਨੇ ਕੀਤਾ ਹੈ ਉੱਥੇ ਵਿਸ਼ੇਸ਼ ਸਨਮਾਨ ਦੇਣ ਵਾਸਤੇ ਸਾਡੇ ਵਿੱਚ ਮੌਜੂਦ ਨੇ। ਸੋ ਉਹਨਾਂ ਨੂੰ ਵੀ ਜੀ ਆਇਆਂ, ਧੰਨਵਾਦ ਹੈ ਮੈਂਬਰ ਸਾਹਿਬਾਨ ਦਾ। ਅਤੇ ਸਾਡੇ ਢਾਡੀ ਜਥੇ ਪ੍ਰਚਾਰਕ ਸਾਹਿਬਾਨ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਹ ਮਿਹਨਤ ਕੀਤੀ ਆ। ਸਾਡਾ ਦੁੱਖ ਨਿਵਾਰਨ ਸਾਹਿਬ ਦਾ ਸਮੁੱਚਾ ਸਟਾਫ, ਸਾਡੇ ਬਹੁਤ ਸਤਿਕਾਰਯੋਗ ਮਨਪ੍ਰੀਤ ਸਿੰਘ ਜੀ ਪਹਿਲਵਾਨ ਅਤੇ ਸਾਡੇ ਮੈਨੇਜਰ ਸਰਦਾਰ ਇੰਦਰਜੀਤ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ, ਉਹਨਾਂ ਨੂੰ ਵੀ ਜੀ ਆਇਆਂ ਨੂੰ। ਇਸ ਸਾਰੇ ਨੂੰ ਜੱਜਮੈਂਟ ਕਰ ਰਹੇ ਸਨ। ਇਹ ਜੋ ਦਸਤਾਰ ਮੁਕਾਬਲਾ ਅਤੇ ਦਮਾਲਾ ਮੁਕਾਬਲਾ ਹੋਇਆ ਹੈ, ਮੇਰੇ ਬਹੁਤ ਸਤਿਕਾਰਯੋਗ ਵੀਰ ਹਰਸ਼ਪ੍ਰੀਤ ਸਿੰਘ ਸਨੌਰ, ਵੀਰ ਮਨਪ੍ਰੀਤ ਸਿੰਘ ਜੀ ਨਾਭਾ, ਬਿਕਰਮਜੀਤ ਸਿੰਘ ਜੀ ਨਾਭਾ ਅਤੇ ਮਨਦੀਪ ਸਿੰਘ ਜੀ ਸਨੌਰ, ਇਹ ਸਾਰੇ ਚਾਰੇ ਜੱਜ ਸਾਹਿਬਾਨ ਪਹੁੰਚੇ। ਇਹਨਾਂ ਦਾ ਬਹੁਤ ਸਾਰਾ ਧੰਨਵਾਦ। ਸੋ ਸਾਡੇ ਕੋਲ ਹੋਰ ਪਤਵੰਤੇ ਸੱਜਣ ਪਹੁੰਚੇ ਨੇ, ਉਹਨਾਂ ਦਾ ਵੀ ਧੰਨਵਾਦ ਜੀ ਆਇਆਂ ਨੂੰ। ਹੁਣ ਮੈਂ ਬੇਨਤੀ ਕਰਾਂਗਾ, ਸਾਡੇ ਜੋ ਮੁਕਾਬਲੇ ਹੋਏ ਨੇ ਸਾਰੇ ਬੱਚੇ ਧਿਆਨ ਦੇਣ। ਚੌਥੀ ਕਲਾਸ ਤੋਂ 7ਵੀਂ ਕਲਾਸ ਤੱਕ ਦਾ ਜਿਹੜਾ ਪਹਿਲਾ ਦਰਜਾ ਸੀ, ਪਹਿਲਾ ਗਰੁੱਪ ਸੀ, ਉਸ ਮੁਕਾਬਲੇ ਦੇ ਵਿੱਚ ਜੋ ਤੀਜੀ ਪੋਜੀਸ਼ਨ ਹਾਸਲ ਕੀਤੀ ਹੈ ਉਹ ਹੈ ਬੱਚਾ ਚਰਨਪ੍ਰੀਤ ਸਿੰਘ ਸਪੁੱਤਰ ਹਰਜੀਤ ਸਿੰਘ, 6ਵੀਂ ਕਲਾਸ। ਚਰਨਪ੍ਰੀਤ ਸਿੰਘ, ਬੋਲੇ ਸੋ ਨਿਹਾਲ। ਸਾਰੇ ਬੱਚਿਆਂ ਨੂੰ ਬੇਨਤੀ ਆ, ਸਕੂਲ ਵਿੱਚ ਤੁਸੀਂ ਤਾੜੀ ਮਾਰਦੇ ਹੋ, ਪਰ ਕਿਉਂਕਿ ਇਹ ਅਸਥਾਨ 9ਵੇਂ ਪਾਤਸ਼ਾਹ ਦਾ ਹੈ ਤੇ ਆਪਾਂ ਇਹ ਸਾਰਾ ਮੁਕਾਬਲਾ ਬਾਬਾ ਬੰਦਾ ਸਿੰਘ ਬਹਾਦਰ ਦੇ ਸਮਾਣਾ ਫਤਿਹ ਨੂੰ ਸਮਰਪਿਤ ਕੀਤਾ। ਜਦੋਂ ਵੀ ਆਪਾਂ ਸਿੱਖੀ ਦੇ ਦਾਇਰੇ ਵਿੱਚ ਗੁਰੂ ਘਰ ਦੇ ਵਿੱਚ ਆਉਂਦੇ ਆ ਜਾਂ ਬਾਹਰ ਵੀ ਬੈਠੇ ਹੋਈਏ, ਜੈਕਾਰਾ ਸਾਨੂੰ ਇੱਕ ਪਾਵਰ ਦਿੰਦਾ ਹੈ, ਇੱਕ ਤਾਕਤ ਦਿੰਦਾ ਹੈ। ਇਸ ਕਾਰਨ ਕਿ ਸਾਨੂੰ ਉਹ ਜੈਕਾਰਾ ਹੀ ਬੁਲਾਇਆ ਜਾਣਾ ਚਾਹੀਦਾ ਹੈ। ਸੋ ਮੇਰੀ ਬੇਨਤੀ ਹੈ, ਜਦੋਂ ਵੀ ਹੁਣ ਨਾਮ ਅਨਾਉਂਸ ਹੋਏਗਾ ਆਪਾਂ ਜੈਕਾਰਾ ਹੀ ਬੁਲਾਣਾ ਹੈ। ਸੋ ਮੈਂ ਬੇਨਤੀ ਕਰਾਂਗਾ, ਚਰਨਪ੍ਰੀਤ ਸਿੰਘ ਸਪੁੱਤਰ ਹਰਜੀਤ ਸਿੰਘ ਕਿਰਪਾ ਕਰਕੇ ਖੜੇ ਹੋ ਜਾਣ। ਬੱਚਾ ਚਰਨਪ੍ਰੀਤ ਸਿੰਘ ਹਰਜੀਤ ਸਿੰਘ, ਇਹਨਾਂ ਨੇ ਪਹਿਲੇ ਗਰੁੱਪ ਦੇ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ। ਜਥੇਦਾਰ ਕੁਲਦੀਪ ਸਿੰਘ ਜੀ ਨਸੂਪੁਰ, ਸਾਡੇ ਪ੍ਰਚਾਰਕ ਸਾਹਿਬਾਨ, ਮੈਨੇਜਰ ਸਾਹਿਬਾਨ, ਸੁਪਰਵਾਈਜ਼ਰ ਸਾਹਿਬਾਨ, ਉਹਨਾਂ ਨੂੰ ਇਸ ਇਨਾਮੀ ਰਾਸ਼ੀ ਨਾਲ ਨਿਵਾਜ ਰਹੇ ਨੇ। ਦੂਸਰੀ ਪੋਜੀਸ਼ਨ ਹੈ ਇਸ ਪਹਿਲੇ ਗਰੁੱਪ ਦੀ, ਦੂਜੀ ਪੋਜੀਸ਼ਨ ਬੋਲੇ ਸੋ ਨਿਹਾਲ। ਇਨਾਮੀ ਰਾਸ਼ੀ, ਮੈਡੀਕਲ ਅਤੇ ਸਰਟੀਫਿਕੇਟ ਇਹਨਾਂ ਸਾਰੇ ਬੱਚਿਆਂ ਨੂੰ ਦਿੱਤੇ ਜਾਣੇ ਨੇ। ਇਨਾਮੀ ਰਾਸ਼ੀ ਜਿਹੜੇ ਫਸਟ, ਸੈਕਿੰਡ, ਥਰਡ ਆ ਰਹੇ ਉਹਨਾਂ ਬੱਚਿਆਂ ਨੂੰ ਦਿੱਤੀ ਗਈ ਹੈ। ਹੁਣ ਮੈਂ ਬੇਨਤੀ ਕਰਾਂਗਾ, 7th ਕਲਾਸ ਦੂਜਾ ਬੱਚਾ ਹੈ ਮਨਜੋਤ ਸਿੰਘ ਸਪੁੱਤਰ ਸਰਦਾਰ ਸੁਰਿੰਦਰ ਸਿੰਘ,
ਇਸ ਬੱਚੇ ਨੇ ਸੈਕਿੰਡ ਪੋਜੀਸ਼ਨ ਹਾਸਲ ਕੀਤੀ ਹੈ। ਸੋ ਇਸ ਬੱਚੇ ਨੂੰ ਨਗਦ ਇਨਾਮ, ਮੈਡਲ ਅਤੇ ਸਰਟੀਫਿਕੇਟ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ। ਬੋਲੇ ਸੋ ਨਿਹਾਲ। ਸੋ ਨਾਲ ਹੀ ਜਿੱਥੇ ਇਸ ਬੱਚੇ ਨੂੰ ਸਰਟੀਫਿਕੇਟ ਇਨਾਮੀ ਰਾਸ਼ੀ ਦਿੱਤੀ ਗਈ ਆ, ਤੁਸੀਂ ਗੈਸ ਕਰ ਸਕਦੇ ਹੋ ਵੀ ਪਹਿਲੇ ਗਰੁੱਪ ਵਿੱਚ ਪਹਿਲਾ ਸਥਾਨ ਅਨਾਉਂਸ ਕਰੀਏ ਜੀ। ਪਹਿਲੇ ਗਰੁੱਪ ਦਾ 4ਵੀਂ ਤੋਂ 7ਵੀਂ ਕਲਾਸ ਦੇ ਪਹਿਲੇ ਗਰੁੱਪ ਦਾ ਪਹਿਲਾ ਸਥਾਨ ਮਿਲਿਆ ਹੈ ਅੰਮ੍ਰਿਤਪਾਲ ਸਿੰਘ ਸਪੁੱਤਰ ਸਰਦਾਰ ਮਨਜੀਤ ਸਿੰਘ। ਅੰਮ੍ਰਿਤਪਾਲ ਸਿੰਘ, ਸਤਿ ਸ਼੍ਰੀ ਅਕਾਲ। ਜ਼ੋਰ ਦੀ ਜੈਕਾਰਾ ਲਾਇਆ ਕਰੋ, ਇਹ ਜੈਕਾਰਾ ਕਿਸੇ ਵਾਸਤੇ ਨਹੀਂ, ਤੁਹਾਡੇ ਆਪਣੇ ਵਾਸਤੇ ਆ। ਸੋ ਫਸਟ ਜੋ ਭਾਈ ਅੰਮ੍ਰਿਤਪਾਲ ਸਿੰਘ ਸਪੁੱਤਰ ਸਰਦਾਰ ਮਨਜੀਤ ਸਿੰਘ, ਉਹਨਾਂ 6ਵੀਂ ਕਲਾਸ, ਉਹਨਾਂ ਨੂੰ ਇਹ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਅਤੇ ਇਨਾਮੀ ਰਾਸ਼ੀ 2100 ਰੁਪਈਆ ਪਹਿਲੇ ਗਰੁੱਪ ਦੀ ਇਨਾਮੀ ਰਾਸ਼ੀ ਜੋ ਹੈ ਇਸ ਬੱਚੇ ਨੂੰ ਦਿੱਤੀ ਗਈ ਹੈ। ਦੂਜੇ ਬੱਚੇ ਨੂੰ 1500 ਤੇ 1100 ਇਹ ਇਨਾਮ ਦਿੱਤੇ ਗਏ ਨੇ। ਹੁਣ ਮੈਂ ਬੇਨਤੀ ਕਰਾਂਗਾ 8ਵੀਂ ਤੇ 9ਵੀਂ ਕਲਾਸ, 8ਵੀਂ 9ਵੀਂ ਕਲਾਸ ਦੂਜਾ ਗਰੁੱਪ ਹੈ, ਦੂਜਾ ਦਰਜਾ ਹੈ। ਇਸ ਦੀ ਜੋ ਥਰਡ ਪੋਜੀਸ਼ਨ ਹੈ ਜਸਮੀਤ ਸਿੰਘ ਸਪੁੱਤਰ ਸਰਦਾਰ ਸੁਖਵਿੰਦਰ ਸਿੰਘ। ਜਸਮੀਤ ਸਿੰਘ ਸਪੁੱਤਰ ਸਰਦਾਰ ਸੁਖਵਿੰਦਰ ਸਿੰਘ, ਸਤਿ ਸ਼੍ਰੀ ਅਕਾਲ। ਦੂਜੇ ਦਰਜੇ ਦੇ ਵਿੱਚ, ਦੂਜੇ ਗਰੁੱਪ ਦੇ ਵਿੱਚ ਇਹ ਤੀਜੀ ਪੋਜੀਸ਼ਨ ਹੈ। ਇਸ ਬੱਚੇ ਨੂੰ ਅੱਠਵੀਂ ਤੋਂ 9ਵੀਂ ਦਾ ਇਹ ਦੂਜਾ ਗਰੁੱਪ ਦੂਜੀ ਪੋਜੀਸ਼ਨ ਹਾਸਲ ਕੀਤੀ ਹੈ ਸਾਹਿਬ ਪ੍ਰੀਤ ਸਿੰਘ ਸਪੁੱਤਰ ਸਰਦਾਰ ਹਜੂਰ ਸਿੰਘ। ਸਾਹਿਬ ਪ੍ਰੀਤ ਸਿੰਘ ਸਪੁੱਤਰ ਸਰਦਾਰ ਹਜੂਰ ਸਿੰਘ, ਇਹਨਾਂ ਨੂੰ 2100 ਰੁਪਈਆ ਦੇ ਕੇ ਜੋ ਹੈ ਉਹ ਸਨਮਾਨਿਤ ਕੀਤਾ ਗਿਆ ਹੈ। ਨਗਦ ਇਨਾਮ, ਸਰਟੀਫਿਕੇਟ, ਮੈਡਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਦਿੱਤਾ ਗਿਆ ਹੈ। ਹੁਣ ਮੈਂ ਬੇਨਤੀ ਕਰਾਂਗਾ ਪਹਿਲਾ ਸਥਾਨ ਦੂਜੇ ਗਰੁੱਪ ਦਾ ਜਿਹੜਾ ਪਹਿਲਾ ਸਥਾਨ ਹੈ ਉਹ ਬੱਚਾ ਹਰਗੁਣਜੀਤ ਸਿੰਘ ਸਪੁੱਤਰ ਸਰਦਾਰ ਕਿਰਪਾਲ ਸਿੰਘ। ਬੋਲੇ ਸੋ ਨਿਹਾਲ। ਜੋ 8ਵੀਂ ਤੇ 9ਵੀਂ ਕਲਾਸ ਦਾ ਮੁਕਾਬਲਾ ਹੋਇਆ ਸੀ, ਫਸਟ ਪੋਜੀਸ਼ਨ ਇਸ ਬੱਚੇ ਨੂੰ ਮਿਲੀ ਹੈ। ਇਹਨਾਂ ਨੂੰ 3100 ਰੁਪਈਆ ਨਗਦ, ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਇਸੇ ਗਰੁੱਪ ਦੇ ਜਿਹੜੀ ਦੂਜੀ ਪੋਜੀਸ਼ਨ ਸੀ ਉਸ ਵਿੱਚ 2100 ਅਤੇ ਤੀਜੀ ਪੋਜੀਸ਼ਨ ਦੇ ਵਿੱਚ 1100 ਰੁਪਈਆ ਦੇ ਕੇ ਬੱਚੇ ਨੂੰ ਸਨਮਾਨਿਤ ਕੀਤਾ ਗਿਆ ਹੈ। ਸੋ ਇਸ ਗਰੁੱਪ ਵਾਸਤੇ ਇੱਕ ਉੱਚੀ ਜਿਹਾ ਜੈਕਾਰਾ, ਬੋਲੇ ਸੋ ਨਿਹਾਲ।